ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਾਵਨ ਚਤੁਰ ਸੰਸਾਰਾ। ਜਗ ਇਸਨਾਨ ਤਾਪ ਥਾਨ ਖੰਡੇ, ਕਿਆ ਇਹੋ ਜੰਤ ਵਿਚਾਰਾ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਾਵਨ ਚਤੁਰ ਸੰਸਾਰਾ। ਜਗ ਇਸਨਾਨ ਤਾਪ ਥਾਨ ਖੰਡੇ, ਕਿਆ ਇਹੋ ਜੰਤ ਵਿਚਾਰਾ। ਪ੍ਰਭ ਕੀ ਓਟ ਗਹੀ ਤੋ ਛੂਟ, ਸਾਧ ਪ੍ਰਸਾਦ ਹਰ 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 ਗਾਏ। ਬਿਖੈ ਬਿਆਦ ਤਬ ਹੂਟੋ, ਰਹਾਉ। ਨਹ ਸੁਣੀਐ ਨਹ ਮੁਖ ਤੇ ਬਕੀਐ, ਨਹ ਮੋਹੈ ਉਹ ਡੀਠੀ। ਐਸੀ ਠਗੌਰੀ ਪਾਏ ਭੁਲਾਵੈ, ਮਨ ਸਭ ਕੈ ਲਾਗੈ ਮੀਠੀ। ਮਾਏ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮਿਲਿਓ ਦੂਆ। ਕਿਸ ਹੀ ਵਾਦ ਘਾਟ ਕਿਸ ਹੀ ਪਹਿ, ਸਗਲੇ ਲਰ ਲਰ ਮੂਆ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਇਹੋ ਚਲਤ ਦਿਖਾਇਆ। ਗੂਜੀ ਪਾਹੇ ਜਲੈ ਸੰਸਾਰਾ, ਭਗਤ ਨ ਵਿਆਪੈ ਮਾਇਆ। ਸੰਤ ਪ੍ਰਸਾਦ ਮਹਾ ਸੁਖ ਪਾਇਆ, ਸਗਲੇ ਬੰਧਨ ਕਾਟੇ। ਹਰ ਹਰ ਨਾਮ ਨਾਨਕ ਤਨ ਪਾਇਆ, ਆਪਣੇ ਘਰ ਲੈ ਆਇਆ ਖਾਟੇ। ਸੰਤ ਪ੍ਰਸਾਦ ਮਹਾ ਸੁਖ ਪਾਇਆ, ਸਗਲੇ ਬੰਧਨ ਕਾਟੇ। ਹਰ ਹਰ ਨਾਮ ਨਾਨਕ ਧਨ ਪਾਇਆ, ਆਪਣੇ ਘਰ ਲੈ ਆਇਆ ਖਾਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਸਰਵਣ ਕਰ ਰਹੇ ਸੀ। ਅੱਜ ਦੀਨ ਦੁਨੀ ਦਾ ਥੰਮ ਸੱਚਾ ਪਾਤਸ਼ਾਹ ਸੋਢੀ ਸੁਲਤਾਨ
ਪਾਰ ਬ੍ਰਹਮ ਦੀ ਪ੍ਰਤੱਖ ਦੇਹ, ਜਿਨ੍ਹਾਂ ਦੇ ਦਰ ਦੇ ਦੀਦਾਰ ਕੀਤਿਆਂ ਜਮਦੂਤ ਵੀ ਭੈ ਖਾਂਦਾ ਹੈ, ਐਸੇ ਦੀਨ ਦਿਆਲ ਸਤਿਗੁਰੂ ਧੰਨ 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 ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਅੱਜ ਦੇ ਇਸ ਆਗਮਨ ਗੁਰਪੁਰਬ ਦੀ ਪੂਰੀ ਮਾਨਵਤਾ ਨੂੰ, ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਜੋ ਸਾਨੂੰ ਆਵਾਜ਼ਾ ਦਿੱਤਾ, ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੀ, ਇਹ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਸਾਡੇ ਤੇ ਇਹ ਬਖਸ਼ਿਸ਼ ਕੀਤੀ ਹੈ। ਆਓ ਸਾਧ ਸੰਗਤ ਜੀ, ਇੱਕ ਤਾਂ ਸਤਿਗੁਰਾਂ ਜੀ ਦੇ ਇਸ ਅੰਮ੍ਰਿਤ ਬਚਨ ਦੀ ਹੁਕਮਨਾਮੇ ਦੀ ਵਿਚਾਰ, ਔਰ ਦੂਸਰਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਜੀਵਨ ਚਰਿੱਤਰ ਨੂੰ, ਜਿਨ੍ਹਾਂ ਦੀਆਂ ਰਹਿਮਤਾਂ ਨੂੰ ਹਰ ਸਾਲ ਆਪਾਂ ਵਿਚਾਰਨੇ ਹਾਂ, ਔਰ ਇਹ ਸਾਲ ਇਸ ਕਰਕੇ ਵੀ ਵਿਸ਼ੇਸ਼ ਹੈ ਕਿ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ 450 ਸਾਲਾ ਜੋਤੀ ਜੋਤ ਸਮਾਵਨ ਦਿਵਸ ਹੈ, ਇਸੇ ਸਾਲ ਸੀ ਜੀ। ਤੇ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ 450 ਸਾਲਾ ਗੁਰਿਆਈ ਪੁਰਬ ਹੈ। ਉਸ ਸੰਬੰਧੀ ਵੀ ਆਪਾਂ ਵਿਚਾਰ ਕਰਾਂਗੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਸ਼ੋਭਾਇਮਾਨ ਹੋ, ਸਾਧ ਸੰਗਤ ਦੇਸ਼ ਵਿਦੇਸ਼ ਵਿੱਚ ਬੈਠੇ ਇਸ ਵਕਤ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਤੋਂ ਕਥਾ ਵਿਚਾਰ ਸੁਣ ਔਰ ਦੇਖ ਰਹੇ ਹੋ। ਕਿਰਪਾ ਕਰੋ, ਅਸੀਸ ਬਖਸ਼ੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਤੇ ਸੰਗਤ ਨਤਮਸਤਕ ਹੋਣ ਆਈ ਹੈ। ਆਪਣੀ ਕਲਾ ਆਪ ਵਰਤਾਓ, ਮਨਾਂ ਦਾ ਟਿਕਾ, ਹਿਰਦੇ ਦੀ ਭੈ ਭਾਵਨੀ ਸ਼ਰਧਾ ਅਕੀਦਤ ਇਹ ਦਾਤ ਬਖਸ਼ ਕੇ ਆਪ ਸ਼ਬਦ ਦੀ ਕਲਾ ਵਰਤਾ ਕੇ ਸ਼ਬਦ ਵਿਚਾਰ ਕਰਾ ਲਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਰਾਗ ਤਨਾਸਰੀ ਹੈ ਔਰ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ। ਇੱਥੇ ਸ਼ਬਦ ਵਰਤਿਆ ਹੈ ਜਿਨ, ਇਹਦਾ ਅਰਥ ਹੈ ਜਿਸ ਨੇ ਆਪਣੇ ਵਸ ਵਿੱਚ ਕੀਤੇ ਨੇ, ਆਪਣੇ ਅਧੀਨ ਕੀਤੇ ਨੇ। ਤ੍ਰੈ ਗੁਣ, 3 ਗੁਣ ਮਾਇਆ ਦੇ ਨੇ, ਜੀਵਾਂ ਦੇ ਨੇ ਜੀ। ਰਜ ਗੁਣ, ਤਮ ਗੁਣ, ਸਤ ਗੁਣ। ਇਹ ਮਾਇਆ ਦੇ 3 ਗੁਣ ਮੰਨੇ ਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਆ, ਜਿਨ ਦਾ ਅਰਥ ਵਿਦਵਾਨ ਪੁਰਸ਼ਾਂ ਨੇ ਕੀਤਾ ਮਾਇਆ, ਕਿ ਜਿਸ ਮਾਇਆ ਨੇ
ਆ ਜਿਹੜਾ ਤ੍ਰੈ ਗੁਣੀ ਸੰਸਾਰ ਹੈ, ਮਾਇਆ ਦੇ 3 ਗੁਣ ਜਿਹੜੇ ਰਜ ਗੁਣ, ਤਮ ਗੁਣ, ਸਤ ਗੁਣ, ਇਸ ਤ੍ਰੈ ਗੁਣੀ ਸੰਸਾਰ ਨੂੰ ਜਿਸ ਮਾਇਆ ਨੇ ਆਪਣੇ ਵਸ, ਆਪਣੇ ਅਧੀਨ ਕੀਤਾ ਹੈ, ਪਾਵਨ ਚਤੁਰ ਸੰਸਾਰਾ। ਆ ਜਿਹੜਾ 4 ਕੁੰਟਾਂ ਵਾਲਾ ਸੰਸਾਰ ਹੈ, ਇਸ ਸੰਸਾਰ ਨੂੰ ਮਾਇਆ ਨੇ ਆਪਣੇ ਅਧੀਨ ਕੀਤਾ, ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਇਹਦਾ ਮਤਲਬ ਪਹਿਲੀ ਤੁਕ ਦੇ ਆਖਰੀ ਅਰਥ ਕਿ ਜਿਸ ਮਾਇਆ ਨੇ ਇਹ ਸੰਸਾਰ ਨੂੰ ਜੋ 4 ਕੁੰਟਾਂ ਵਿੱਚ ਫੈਲਿਆ ਹੋਇਆ ਹੈ, ਇਸ ਸੰਸਾਰ ਨੂੰ ਜਿਹੜਾ 3 ਗੁਣਾਂ ਦੇ ਵਿੱਚ ਪ੍ਰਵਿਰਤ ਹੈ, ਇਸ ਮਾਇਆ ਨੇ ਇਸ ਨੂੰ ਆਪਣੇ ਅਧੀਨ, ਆਪਣੇ ਵਸ ਕੀਤਾ ਹੈ। ਜਗ ਇਸਨਾਨ ਤਾਪ ਥਾਨ ਖੰਡੇ। ਫਿਰ ਇਸ ਮਾਇਆ ਦੀ ਤਾਕਤ ਇੰਨੀ ਜ਼ਿਆਦਾ ਹੈ ਜੀ, ਇੰਨੇ ਵੱਡੇ ਵੱਡੇ ਜਿਹੜੇ ਰਿਸ਼ੀ ਮੁਨੀ ਯੱਗ ਕਰਦੇ ਸਨ, ਜਿਹੜੇ ਰਾਜੇ ਮਹਾਰਾਜੇ ਯੱਗ ਕਰਦੇ ਹੁੰਦੇ ਸਨ, ਮਹਾਰਾਜ ਕਹਿੰਦੇ ਨੇ ਇਹਨੇ ਯੱਗ ਕਰਨ ਵਾਲੇ ਲੋਕਾਂ ਦੇ ਜਗ ਖੰਡਨ ਕਰ ਦਿੱਤੇ ਆ। ਇਹਨੇ ਜਿਹੜੇ ਤਪ ਕਰਨ ਵਾਲੇ ਲੋਕ ਤਪੀਸਰ ਸਨ, ਤਪ ਸਾਧਦੇ ਸਨ, ਉਹਨਾਂ ਵੱਡੇ ਵੱਡੇ ਤਪੀਆਂ ਬੰਦਿਆਂ ਦੇ ਤਪ ਵੀ ਖੰਡਨ ਕੀਤੇ ਹਨ। ਕਿਆ ਇਹੋ ਜੰਤ ਵਿਚਾਰਾ। ਇਹਨੇ ਜਪ ਕਰਨ ਵਾਲੇ, ਤਪ ਕਰਨ ਵਾਲੇ, ਯੱਗ ਕਰਨ ਵਾਲੇ ਜਿੰਨੀਆਂ ਇਹ ਥਾਵਾਂ ਸਨ ਜੀ, ਉਹ ਸਾਰੀਆਂ ਮਾਇਆ ਨੇ ਭੰਨ ਦਿੱਤੀਆਂ ਨੇ, ਖੰਡਨ ਕਰ ਦਿੱਤੀਆਂ ਨੇ। ਇਹਦਾ ਮਤਲਬ ਇਹ, ਭਾਵੇਂ ਧਰਮ ਦੇ ਕਰਮ ਸਨ, ਭਾਵੇਂ ਸੰਸਾਰੀ ਕਰਮ ਸਨ, ਇਸ ਮਾਇਆ ਨੇ ਹਰ ਥਾਂ ਤੇ ਆਪਣਾ ਪੂਰਨ ਪ੍ਰਭਾਵ ਉੱਥੇ ਪਾਇਆ ਹੋਇਆ ਹੈ। ਤੇ ਜਿਨਨੇ ਜਪ, ਤਪ, ਜਗ ਇਹ ਸਾਰੇ ਖੰਡਨ ਕਰ ਦਿੱਤੇ। ਤੇ ਮਹਾਰਾਜ ਕਹਿੰਦੇ ਨੇ ਆਹ ਜੰਤ ਵਿਚਾਰੇ ਦੀ ਕੀ ਹਸਤੀ ਹੈ ਜੀ, ਇਹ ਜੀਵ ਇਹਦੇ ਅੱਗੇ ਕਿੰਨਾ ਕੁ ਟਿਕ ਸਕੇਗਾ, ਜਿਸ ਮਾਇਆ ਵਿੱਚ ਇੰਨੀ ਸ਼ਕਤੀ, ਇੰਨਾ ਜ਼ੋਰ ਹੈ। ਰੱਬ ਕੀ ਓਟ ਗਹੀ ਤੋ ਛੂਟੋ। ਹਾਂ, ਇੱਕ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਬਖਸ਼ਿਸ਼ ਕਰ ਰਹੇ ਆ ਕਿ ਹੇ ਭਾਈ, ਇਹ ਮਾਇਆ ਪਰਬਲ ਹੈ, ਸਭ ਨੂੰ ਠੱਗ ਰਹੀ, ਛਲ ਰਹੀ ਹੈ। ਇਹਦੇ ਤੋਂ ਬਚਿਆ ਜਾ ਸਕਦਾ ਹੈ, ਤਾਂ ਛੁੱਟਿਆ ਜਾ ਸਕਦਾ ਹੈ ਜੇ ਇਹ ਜੀਵ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਚਲਾ ਜਾਏ, ਪਰਮਾਤਮਾ ਦੀ, ਕਰਤਾਰ ਦੀ, ਪਰਮੇਸ਼ਵਰ ਦੀ ਸ਼ਰਨ ਵੀ ਚਲਾ ਜਾਏ, ਤਾਂ ਇਸ ਜੀਵ ਦਾ ਛੁਟਕਾਰਾ ਹੋ ਸਕਦਾ ਹੈ। ਸਾਧ ਪ੍ਰਸਾਦ ਹਰ 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 ਗਾਏ। ਫਿਰ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਸਾਧ ਸੰਗਤ ਦੀ ਕਿਰਪਾ ਨਾਲ, ਗੁਰ ਪ੍ਰਸਾਦ ਨਾਲ, ਸਾਧ ਪ੍ਰਸਾਦ ਨਾਲ ਉੱਥੇ ਬੈਠ ਕੇ ਖਰੀ ਪਰਮਾਤਮਾ ਦੇ ਗੁਣ ਗਾਏ, ਪਰਮੇਸ਼ਵਰ ਦੀ ਸ਼ਰਨ ਲਵੇ ਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਸਤਿਗੁਰੂ ਦੀ ਓਟ, ਆਸਰਾ, ਅਸੀਸ ਲੈ ਕੇ ਸਾਧ ਕਿਰਪਾ ਦੇ ਦੁਆਰਾ ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣ ਗਾਏ। ਬਿਖੈ ਬਿਆਦ ਤਬ ਹੂਟੋ। ਬਿਖੈ ਦਾ ਲਫ਼ਜ਼ੀ ਅਰਥ ਹੈ ਜੀ ਜ਼ਹਿਰ, ਬਿਆਦ ਦਾ ਅਰਥ ਆਦ, ਬਿਆਦ ਉਪਾਦ ਆਪਾਂ ਸ਼ਬਦ ਵਰਤਨੇ ਆ ਜੀ। ਇਹਦੇ ਸਿੱਧੇ ਅਰਥ ਨੇ ਜੀ ਜਿਹੜੇ ਵਕਾਰਾਂ ਦੇ ਰੋਗ ਨੇ, ਜਿਹੜਾ ਮਾਇਆ ਦਾ ਜ਼ਹਿਰ ਹੈ, ਇਹਦੇ ਤੋਂ ਤਾਂ ਬਚਿਆ ਜਾ ਸਕਦਾ ਹੈ, ਤਾਂ ਹੀ ਇਹ ਮਾਇਆ ਥੱਕੇਗੀ ਜੇ ਇਹ ਗੁਰੂ ਜੀ ਦੀ ਓਟ ਲੈ ਲਵੇ ਤੇ ਸੰਗਤ ਵਿੱਚ ਬੈਠ ਕੇ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਕਰੇ। ਇਹ ਆਪਾਂ ਪਹਿਲੀਆਂ 2 ਤੁਕਾਂ ਤੇ ਰਹਾਉ ਦੀਆਂ ਤੁਕਾਂ ਦੇ ਆਖਰੀ ਅਰਥ ਕੀਤੇ ਆ। ਇਹਦੇ ਸੰਬੰਧੀ ਥੋੜੀ ਜਿਹੀ ਸੰਖੇਪ ਵਿਚਾਰ, ਕਿਉਂਕਿ ਜੋ ਸਾਰਾ ਪ੍ਰਕਰਨ ਜਿਹੜਾ ਹੈ ਉਹ ਜ਼ਿਆਦਾ ਇਸ ਸ਼ਬਦ ਵਿੱਚ ਮਾਇਆ ਦਾ ਹੈ। ਕੁਝ ਹਿੱਸਾ ਹੈ ਜਿਸ ਵਿੱਚ ਸਤਿਗੁਰੂ ਮਾਇਆ ਦੇ ਵਿਚਾਰ ਦਾ ਤਰੀਕਾ ਦੱਸਦੇ ਆ। ਅਕਸਰ ਇਹ ਸ਼ਬਦ ਹਜ਼ੂਰ ਦੇ ਹੁਕਮਨਾਮੇ ਰੂਪ ਆਉਂਦੇ ਆ। ਦਾਸ ਜਦੋਂ ਇਹ ਸ਼ਬਦ ਆਉਂਦਾ ਹੈ, ਇੱਕ ਅਰਜ਼ ਕਰਦਾ ਹੁੰਦਾ ਹੈ ਕਿ ਅਸੀਂ ਸ਼ਬਦ ਮਾਇਆ ਵਰਤਨੇ ਆ। ਹਾਲਾਂਕਿ ਮਾਇਆ ਸ਼ਬਦ ਜਿਹੜਾ ਹੈ ਇਹ ਰਿਗ ਵੇਦ ਤੋਂ ਸ਼ੁਰੂ ਹੁੰਦਾ ਹੈ ਜੀ, ਉਹਦੇ ਵਿੱਚ ਇਹਦਾ ਜ਼ਿਕਰ ਹੈ। ਫਿਰ ਮਾਇਆ ਦੀ ਜਿਹੜੀ ਵਿਆਖਿਆ ਹੈ ਉਹ ਵੱਖ-ਵੱਖ ਤਰੀਕਿਆਂ ਨਾਲ ਕੀਤੀ ਗਈ ਹੈ। ਉਂਝ ਤਾਂ ਇੱਕ ਮਾਇਆ ਇੱਕ ਉਹ ਵੀ ਸ਼ਕਤੀ ਹੈ ਕਿ ਪੁਰਖ ਤੇ ਪ੍ਰਕਿਰਤੀ ਨਾਲ, ਪਾਰ ਬ੍ਰਹਮ ਤੇ ਮਾਇਆ ਦੇ ਸਮੇਲ ਨਾਲ ਇਹ ਜਗਤ ਦੀ ਰਚਨਾ ਹੋਈ ਹੈ। ਥੋੜੀ ਜਿਹੀ ਬੇਨਤੀ ਇਸ ਕਰਕੇ ਕਰ ਲੱਗਾ ਜੀ ਕਿ ਆਪਾਂ ਮਾਇਆ ਸਿਰਫ ਧਨ ਨੂੰ ਸਮਝਨੇ ਆ, ਆਪਾਂ ਮਾਇਆ ਸਭ ਸੋਨਾ ਚਾਂਦੀ ਪੈਸਾ ਸਮਝਨੇ ਆ। ਇੱਥੇ ਸਤਿਗੁਰੂ ਉਹਨਾਂ ਜਪੀਆਂ ਦਾ, ਤਪੀਆਂ ਦਾ, ਰਿਸ਼ੀਆਂ ਦਾ, ਜਗ ਕਰਨ ਵਾਲਿਆਂ ਦਾ ਜ਼ਿਕਰ ਕਰਦੇ ਪਏ ਨੇ
ਜਿਨ੍ਹਾਂ ਨੇ ਬਾਹਰ ਦਿਸਦੀ ਹੋਈ ਜਿਹੜੀ ਕਰੰਸੀ ਸੀ ਉਸ ਵੇਲੇ ਦੀ, ਭਾਵੇਂ ਉਹ ਸਿੱਕੇ ਸਨ, ਸੋਨੇ ਦੇ, ਚਾਂਦੀ ਦੇ, ਮੋਹਰਾਂ, ਅਸ਼ਰਫੀਆਂ, ਜਿਨ੍ਹਾਂ ਨੇ ਕਦੀ ਆਪਣਾ ਹੱਥ ਵੀ ਨਹੀਂ ਲਾਇਆ, ਹੱਥ ਵੀ ਨਾਲ ਛੂਹਿਆ ਵੀ ਨਹੀਂ, ਮਹਾਰਾਜ ਕਹਿੰਦੇ ਆ ਕਿ ਉਹਨਾਂ ਨੂੰ ਇਹ ਮਾਇਆ ਠੱਗ ਗਈ। ਇਹਦਾ ਮਤਲਬ ਕਿ ਮਾਇਆ ਦੇ ਅਰਥ ਗੁਰਬਾਣੀ ਵਿੱਚ ਆਪਾਂ ਕੋਈ ਹੋਰ ਦੇਖੀਏ, ਇਹ ਇੱਕ ਹਿੱਸਾ ਹੈ। ਮੈਂ ਫਿਰ ਅਰਜ਼ ਕਰਾਂ, ਉਂਝ ਮੈਂ ਸਤਿਗੁਰਾਂ ਨੇ ਜਗਤ ਦੀ ਰਚਨਾ ਵਿੱਚ ਮਾਇਆ ਦਾ ਜ਼ਿਕਰ ਕੀਤਾ ਹੈ। ਆਪ ਜੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਵਿੱਚ ਪੜ੍ਹਦੇ ਹੋ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਕਿ ਪਾਰਬਨ ਪਰਮੇਸ਼ਵਰ ਨੇ ਆਪਣੇ ਆਪ ਨੂੰ ਸਰਗੁਣ ਕੀਤਾ, ਸਾਕਾਰ ਕੀਤਾ, ਤੇ ਪਰਮੇਸ਼ਵਰ ਨੇ ਆਪਣੇ ਨਾਮ ਦੀ ਸ਼ਕਤੀ ਪੈਦਾ ਕੀਤੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਤੇ ਅੱਗੇ ਬਚਨ ਹੈ ਦੁਈ ਕੁਦਰਤ ਸਾਜੀਐ। ਹੁਣ ਦੁਈ ਕੁਦਰਤ ਦਾ ਅਰਥ ਸਾਰਿਆਂ ਕੀਤਾ ਜੀ ਮਾਇਆ। ਹੁਣ ਫਿਰ ਅਰਜ਼ ਹੈ, ਜਗਤ ਦੀ ਰਚਨਾ ਵੇਲੇ ਇੱਕ ਆਪੀ ਨੇ ਆਪ, ਦੂਸਰਾ ਆਪੀ ਨੇ ਨਾਮ ਪੈਦਾ ਕੀਤਾ, ਤੇ ਉਸ ਤੋਂ ਬਾਅਦ ਕਹਿੰਦੇ ਨੇ ਮਾਇਆ ਦੀ ਪੈਦਾਇਸ਼ ਹੋਈ। ਹੁਣ ਉੱਥੇ ਉਸ ਵੇਲੇ ਤਾਂ ਕਰੰਸੀ ਵੀ ਨਹੀਂ। ਮੇਰੀ ਬੇਨਤੀ ਹੈ, ਸੰਸਾਰ ਬਣ ਰਿਹਾ ਹੈ, ਮਾਇਆ ਉਹ ਸ਼ਕਤੀ ਹੈ ਪ੍ਰਮਾਤਮਾ ਦੀ ਆਪਣੀ, ਕਿ ਜਿਹਦੇ ਸੁਮੇਲ ਨਾਲ, ਪ੍ਰਭੂ ਤੇ ਮਾਇਆ ਦੇ ਸੁਮੇਲ ਨਾਲ ਕਿਹਾ ਜਾਂਦਾ ਹੈ ਜਗਤ ਦੀ ਰਚਨਾ ਹੋਈ। ਮਹਾਰਾਜ ਦੇ ਬਚਨ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਆ ਸੰਸਾਰ ਰਾਜ ਦਿੱਤਾ ਦੁਈ ਕੁਦਰਤ, ਪਰਮੇਸ਼ਵਰ ਆਪ ਇਹਦੇ ਵਿੱਚ ਆਸਨ ਲਾ ਕੇ ਸਾਰਾ ਕੁਝ ਦੇਖਦੇ ਨੇ। ਇੱਕ ਸ਼ਬਦ ਹੈ ਜੀ ਭਗਤ ਨਾਮਦੇਵ ਜੀ ਦਾ, ਸਤਿਗੁਰਾਂ ਦਾ ਇਹ ਬਚਨ ਹੈ। ਥੋੜੇ ਜਿਹੇ ਉਹਦੇ ਅਰਥ ਮੈਂ ਤਾਂ ਬੇਨਤੀ ਕਰ ਲੱਗਾ ਜੀ, ਕਿਉਂਕਿ ਪ੍ਰਕਰਨ ਚੱਲ ਰਿਹਾ ਅੱਜ ਦੇ ਹੁਕਮਨਾਮੇ ਦਾ, ਮਾਇਆ ਦਾ, ਤੇ ਇਸ ਅਸਥਾਨ ਦੀ ਮਰਿਆਦਾ ਅਨੁਸਾਰ ਕੋਈ ਵੀ ਦਿਹਾੜਾ ਮਨਾਈਏ। ਮੈਂ 2 ਦਿਨ ਹੋ ਗਏ ਨੇ ਬੇਨਤੀ ਕਰ ਰਿਹਾ ਕਿ ਵਕਤਾ ਸਭ ਤੋਂ ਪਹਿਲਾਂ ਇਹ ਧਿਆਨ ਦੇਵੇ ਕਿ ਸਤਿਗੁਰਾਂ ਨੇ ਅੱਜ ਸਾਨੂੰ ਦਰਬਾਰ ਸਾਹਿਬ ਤੋਂ ਹੁਕਮਨਾਮਾ ਕੀ ਬਖਸ਼ਿਸ਼ ਕੀਤਾ ਹੈ। ਤਾਂ ਸਤਿਗੁਰੂ ਦਾ ਬਚਨ ਹੈ ਭਗਤ ਨਾਮਦੇਵ ਜੀ ਦਾ। ਉਹ ਸ਼ਬਦ ਹੈ, ਪਹਿਲ ਪੁਰੀਏ ਪੁੰਡਰਿਕ ਵਨਾ, ਤਾਂ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ, ਹਰ ਹਰ ਨਾਚੰਤੀ ਨਾਚਨਾ। ਉਹ ਸ਼ਬਦ ਦੀਆਂ ਅਗਲੀਆਂ ਤੁਕਾਂ ਨੇ, ਪਹਿਲ ਪੁਰਸ਼ਾ ਬਿਰਾ ਮਰਾਠੀ, ਕਿ ਪਹਿਲਾ ਪਹਿਲ ਕੇਵਲ ਪੁਰਸ਼ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਜਿਨ੍ਹਾਂ ਨੂੰ ਕਹਿੰਦੇ ਆ। ਪਹਿਲ ਪੁਰਸ਼ਾ ਬਿਰਾ, ਅੱਗੇ ਅਥੋਨ, ਅਥੋਨ ਦਾ ਅਰਥ ਹੈ ਦੁਬਾਰਾ। ਮੈਂ ਤਾਂ ਅਰਜ਼ ਕੀਤੀ, ਮਾਇਆ ਉਹਦੀ ਆਪਣੀ ਸ਼ਕਤੀ ਹੈ ਜਿਹੜੀ ਸੰਸਾਰ ਵਿੱਚ ਵਰਤ ਰਹੀ ਹੈ। ਮਹਾਰਾਜ ਦੇ ਬਚਨ ਨੇ, ਪਹਿਲ ਪੁਰਸ਼ਾ ਬਿਰਾ, ਪਹਿਲੇ ਪਹਿਲ ਅਕਾਲ ਪੁਰਖ ਵਾਹਿਗੁਰੂ ਜੀ, ਅਥੋਨ ਪੁਰਸ਼ਾ ਦਮਰਾ, ਫਿਰ ਦੁਬਾਰਾ ਉਹਨਾਂ ਮਾਇਆ ਪੈਦਾ ਕੀਤੀ। ਅਸਗਾ ਅਸ ਉਸਗਾ, ਇਸ ਮਾਇਆ ਦਾ, ਇਹ ਕਰਤਾਰ ਦਾ, ਪਰਮਾਤਮਾ ਦਾ ਮਿਲਾਪ ਹੋਇਆ, ਪੈਦਾ ਵੀ ਉਹਨੇ ਕੀਤੀ। ਫਿਰ ਬੇਨਤੀ ਸੁਣਿਓ, ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ, ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਫਿਰ ਸੁਣੋ ਗੁਰਮੁਖੋ, ਅਸਗਾ ਅਸ ਉਸਗਾ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ, ਕਿ ਮਾਇਆ ਦਾ ਤੇ ਪਰਮਾਤਮਾ ਦਾ ਮਿਲਾਪ ਹੈ ਜੀ। ਤੇ ਆਹ ਜਿਹੜਾ ਸੰਸਾਰ, ਇਹ ਸੋਹਣਾ ਪਰਮਾਤਮਾ ਨੇ ਬਾਗ ਬਣਾ ਦਿੱਤਾ ਜੀ। ਅਸਗਾ ਅਸ ਉਸਗਾ, ਹਰ ਕਾ ਬਾਗਰਾ, ਇਹ ਹਰੀ ਕਾ ਬਾਗ ਹੈ। ਨਾਚੈ ਪਿੰਦੀ ਮੈਂ ਸਾਗਰਾ, ਪਿੰਦੀ ਦਾ ਲਫ਼ਜ਼ੀ ਅਰਥ ਹੈ ਜੀ ਖੂਹ ਦੀ ਟਿੰਡ। ਜੇ ਆਪਾਂ ਟਿੰਡਾਂ ਵਾਲੇ ਖੂਹ ਜਿਹੜੇ ਦੇਖਦੇ ਸਾਂ, ਜਦੋਂ ਖੂਹ ਦੀ ਟਿੰਡ ਵਿੱਚ ਪਾਣੀ ਭਰ ਕੇ ਆਉਂਦਾ ਹੈ, ਉਹ ਪਾਣੀ ਟਿਕਾ ਵਿੱਚ ਨਹੀਂ ਹੁੰਦਾ। ਖੂਹ ਦੀ ਟਿੰਡ ਦਾ ਪਾਣੀ ਜਿਹੜਾ ਛਲਕਦਾ ਹੈ, ਉਹ ਟਿਕਦਾ ਨਹੀਂ। ਸੱਚ ਇਹ ਮਹਾਰਾਜ ਕਹਿੰਦੇ ਨੇ, ਪਰਮੇਸ਼ਵਰ ਜੀ ਆਪ ਤੇ ਮਾਇਆ ਦੇ ਸੁਮੇਲ ਨਾਲ ਇਹ ਜਗਤ ਰਚ ਦਿੱਤਾ। ਇਸ ਬਾਗ ਦੇ ਜਿਹੜੇ ਜੀਵ ਨੇ, ਜਿਹੜੇ ਇਨਸਾਨ ਨੇ, ਇਹ ਇਸ ਤਰ੍ਹਾਂ ਮਾਇਆ ਦੀ ਸ਼ਕਤੀ ਵਿੱਚ ਨਾਚ ਕਰ ਰਹੇ ਨੇ ਕਿ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੋਵੇ। ਸਾਰੇ ਜੀਵੋ ਦੇ ਵਿੱਚ ਨੱਚੀ ਜਾ ਰਹੇ ਨੇ। ਮੈਂ ਇੱਕ ਬੇਨਤੀ ਕਰਾਂ, ਇੱਕ ਤਾਂ ਇਹ ਹੈ ਜੀ ਗੁਰਬਾਣੀ ਵਿੱਚ ਮਾਇਆ ਬਾਰੇ, ਦੂਸਰੀ ਇੱਕ ਅਰਜ਼ ਹੋਰ ਹੈ, ਥੋੜਾ ਜਿਹਾ ਇਹਨੂੰ ਹੋਰ ਸੌਖਾ ਆਪਾਂ ਕਰ ਲਈਏ। ਮਾਇਆ ਕੀ ਹੈ? ਉਹ ਸਤਿਗੁਰੂ ਦਾ ਇੱਕ ਬਚਨ ਹੈ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਮਹਾਰਾਜ ਆਪ ਸਵਾਲ ਕਰਦੇ ਆ, ਮਾਇਆ ਕਿਸ ਨੂੰ ਕਹਿੰਦੇ ਆ ਜੀ, ਤੇ ਮਾਇਆ ਕੰਮ ਕੀ ਕਰਦੀ ਹੈ? ਅੱਗੇ ਸਤਿਗੁਰੂ ਕਹਿੰਦੇ, ਦੁੱਖ ਸੁੱਖ ਇਹ ਜੀਓ ਬੱਧ ਹੈ। ਧਿਆਨ ਨਾਲ ਗੁਰਮੁਖੋ ਸੁਣਿਓ, ਮਾਇਆ ਦੀ ਇੱਕ ਡੈਫੀਨੇਸ਼ਨ ਇਹ ਵੀ ਹੈ ਕਿ ਇਨਸਾਨ ਸੁੱਖ ਦੀ ਲਾਲਸਾ ਲਈ ਕਰਮ ਕਰਦਾ ਹੈ ਤੇ ਦੁੱਖ ਤੋਂ ਬਚਣ ਦਾ ਯਤਨ ਕਰਦਾ ਹੈ।
महाराज कहते ने माया किसनों आखी है, क्या माया कर्म कमाए, दुख सुख ए जियो बद है। बंदे दा अंदर बज्या होया सुख दी लालसा है, दुख तो बचना चाहता है, ते महाराज कहते सारी जिंदगी एदे च निकल गई, ते अगला काम की खौमे दे अंदर आया, एक कर्म कर रहा, ये माया दी परिभाषा है। माया किसनों आखी है, क्या माया कर्म कमाए, दुख सुख ए जियो बद है, विच खौमे कर्म कमाए। दुख तो बचन लई, सुख दी लालसा लई हंकार विच अपनी जिंदगी बतीत करदा है। महाराज कहते यह भी एक माया दी परिभाषा है। थोड़ा जा होर सरल कर लीए जी। आप जी आनंद साहिब जी का पाठ करते हो, सवेरे अमृत वेले आपां नेम सतगुरां दी बाणी पढ़ने हैं। दास ने इस संबंधी भी एक बार अर्ज की सी कि आनंद साहिब जी दियां 40 पौड़ियां ने। सतगुरु जी ने इन्हां 40 पौड़ियां दे विच हर एक पक्ष रख दिता है जी। रूहानियत दी शिखर का भी जिक्र किया है, साडे ज्ञान इंद्रियां का भी तिनक का जिक्र किया है, रसना का, कन्ना का ते साडे नेत्रां का। मुकम्मल शरीर का 2 पौड़ियां में जिक्र किया, कर्मां का जिक्र किया, भगतां की परिभाषा दी, पंच शब्द वजन का जिक्र किया, परमात्मा के रस का जिक्र किया, 9 द्वारे बंद हो जान गुरु धरती भावना नाल 10वां प्रगट हो जाए ओदा जिक्र किया। इत्थे दुख रोग संताप उतरे सोनी सच्ची बाणी उसका जिक्र भी किया। थोड़ा जा मैं इस कथा नूं थोड़ा जा दोहरान लगा, क्योंकि संगत तकरीबन जिते लाइव न सुनते। आनंद शब्द है असी सारे पढ़ने हैं। उस आनंद शब्द के अर्थ आम तौर पर खेड़ा, खुशी, प्रसन्नता आदि करने। उंज सतगुरु गुरु ग्रंथ साहिब की पवित्र बाणी च दास ने एक बार बेनती की, हर अवस्था दे विपरीत अवस्था है, हर चीज दे विपरीत है, विरोध शब्द है, विरोधी अवस्था है। जिमें असी शब्द वरतने सुख, ते एदा विरोधी विपरीत जिहड़ा वो दुख है। शब्द है उस्तत, एदा विरोधी जिहड़ा शब्द है वो निंदिया। शब्द है मान, एदा विरोधी है अपमान। शब्द है जन्म, एदा विरोधी है मरण। ये सारे शब्द ने। असी लफ्ज वरतने खुशी, एदा विरोधी है गमी। हर जिहड़ी अवस्था है ओदे विपरीत है, ओदे खुरन दा, ओदे खत्म होने का कोई प्रबंध है। प्यारियो, सुख दा विपरीत, खुशी दा विपरीत, ये सारे शब्द हैं, पर आनंद शब्द सतगुरां ने ओ वरते है। आनंद दे विपरीत विच कुछ है ही नहीं, क्योंकि जिसनों आनंद की अवस्था प्राप्त हो जाए उन्होंने कोई भी संसार की ताकत खत्म नहीं कर सकती। आनंद अपने आप विच मुकम्मल है, निवेकला है। आनंद साहिब की बाणी का एक पौड़ी का पाठ आपां करिए, सौखा हो जाएगा माया, क्योंकि माया ने 3 गुणों वाले संसार नूं वस किया। इन्हें जप तप ज्ञान ध्यान, सारे ज्ञानी ध्यानी बहु उपदेशी, ये जग सगलो धंधा। बाबा जी ने बड़े स्पष्ट शब्द किए, कहते कोई ज्ञान की गल करता, कोई ध्यान की साधना दसदा पे, कोई बहुत उपदेश करता है। महाराज कहते सच पूछो, जे अंदर वाला परमेश्वर वाल नहीं तुरिया, फिर सुनियो कि जिहड़ा उपदेश करता वो परमात्मा की गल नहीं कर रहा। जिहड़ा ध्यान की गल करता वो ये नहीं कह रहा शब्द ध्यान में शब्द ये जोड़ के रखो ध्यान अपना। पर गुरु जी ने एक बचन किया, ज्ञानी ध्यानी बहु उपदेशी, ये जग सगलो धंधा। उपदेश देना, ज्ञान पढ़ लेना, ध्यान दे सिखा लेना, पर जे अंदर दी बिरती साडी व्यापार वाली है, धंधे वाली है, ते महाराज कहते सच्ची जानी ये शब्द रूहानी जरूर ने, पर कम माया ही करती पई है। आ शब्द बाबा जी का एक पढ़िए जी, पौड़ी माया की है। मैं तां बेनती की है, आम तौर पर बंदा जो प्रौढ़ अवस्था विच हो जाता है, आप कहने इस बंदे नूं माया व्याप गई। पर गुरु ग्रंथ साहिब तां बचन करदे आ कि जिस वक्त बच्चे का जन्म हुंदा है, मां का दुध चूहना शुरू करदा है, ते गुरु अमरदास कहंदे ने इनू तां माया उदों ही ठग लैंदी है। हुण उदों बच्चे नूं किसी भी करंसी का माया का पता नहीं। धन गुरु अमरदास जी के बचन ने कि जैसी अगन उदर में, जैसी अगन उदर में तैसी बाहर माया। हुण फिर अर्ज कह,
ਮਾਤਾ ਦੇ ਉਦਰ ਵਿੱਚ ਜਿਵੇਂ ਅੱਗ ਹੈ, ਇਸੇ ਤਰ੍ਹਾਂ ਬਾਹਰ ਮਾਇਆ ਹੈ। ਮਹਾਰਾਜ ਬਚਨ ਕਰ ਰਿਹਾ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਹੁਣ ਅਗਲੀ ਬੇਨਤੀ ਸੁਣਿਓ। ਮਾਇਆ ਉਸੇ ਵਕਤ ਹੀ ਵਾਪਰ ਗਈ ਜਦੋਂ ਉਹਦੀ ਰਜਾ ਵਿੱਚ ਜਨਮ ਹੋਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਫਿਰ ਬੇਨਤੀ ਇਸ ਨੂੰ ਥੋੜਾ ਜਿਹਾ ਅਸੀਂ ਦੁਹਰਾ ਲਈਏ ਕਿ ਇਹ ਮਾਇਆ ਦੀ ਤੁਲਨਾ ਗੁਰੂ ਅਮਰਦਾਸ ਜੀ ਨੇ ਮਾਂ ਦੇ ਉਦਰ ਦੀ ਅੱਗ ਨਾਲ ਕੀਤੀ ਜੀ, ਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇੱਥੇ ਇੱਕ ਬੇਨਤੀ ਹੈ, ਇਹਦੇ ਵਿੱਚ ਵੀ ਇੱਕ ਬਹੁਤ ਵੱਡੀ ਰਮਜ ਹੈ ਕਿ ਮਾਂ ਦੇ ਉਦਰ ਨਾਲ ਕਿਉਂ ਤੁਲਨਾ ਦਿੱਤੀ, ਮਾਂ ਦੇ ਪੇਟ ਦੀ ਅਗਨ ਨਾਲ। ਹਾਂ, ਇਹ ਸਮਝਾਉਂਦੇ ਪਿਆ, ਸੁਚੇਤ ਰੱਖ ਰਹੀ, ਜਿਵੇਂ ਮਾਂ ਦੇ ਉਦਰ ਦੀ ਅਗਨ ਵਿੱਚ, ਮਾਂ ਦੇ ਪੇਟ ਦੀ ਅੱਗ ਵਿੱਚ ਤੇਰੀ ਲਿਵ ਤੇਰੀ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਹੈ, ਤੈਨੂੰ ਉਹ ਅੱਗ ਨਹੀਂ ਵਿਆਪ ਸਕਦੀ। ਇਸੇ ਤਰ੍ਹਾਂ ਬਾਹਰ ਸੰਸਾਰ ਦੀ ਮਾਇਆ ਹੈ, ਜੇ ਸੰਸਾਰ ਵਿੱਚ ਵਿਚਰਦਿਆਂ ਤੇਰੀ ਲਿਵ ਵਾਹਿਗੁਰੂ ਜੀ ਨਾਲ ਜੁੜੀ ਰਹੀ ਤੇ ਸੰਸਾਰ ਦੀ ਮਾਇਆ ਵੀ ਨਹੀਂ ਵਿਆਪ ਸਕਦੀ। ਸਤਿਗੁਰਾਂ ਨੇ ਇਸ ਕਰਕੇ ਅਗਨ, ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਪੜ੍ਹਨੇ ਆ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਫਿਰ ਅਰਜ ਹੈ ਜੀ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ, ਜਦੋਂ ਪਰਮਾਤਮਾ ਨੂੰ ਭਾ ਗਿਆ ਤੇ ਬੱਚੇ ਦਾ ਜਨਮ ਹੋ ਗਿਆ, ਇਹ ਮਾਇਆ ਨੇ ਆਪਣਾ ਹੁਕਮ ਚਲਾ ਦਿੱਤਾ। ਉੱਥੇ ਮਹਾਰਾਜ ਜੀ ਕਹਿੰਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ, ਇਹ ਹੈ ਮਾਇਆ ਦੀ ਪਰਿਭਾਸ਼ਾ। ਜਿਤ ਹਰ ਵਿਸਰੈ, ਫਿਰ ਅਰਜ ਸੁਣਿਓ, ਜਿਸ ਥਾਂ ਤੇ, ਜਿਸ ਖਿਆਲ ਵਿੱਚ, ਜਿਸ ਕਰਮ ਵਿੱਚ, ਜਿਸ ਪਦਾਰਥ ਵਿੱਚ, ਜਿਸ ਦ੍ਰਿਸ਼ ਵਿੱਚ, ਜਿਸ ਥਾਂ ਤੇ ਪਰਮੇਸ਼ਵਰ ਦੀ ਯਾਦ ਭੁੱਲ ਜਾਏ, ਉਹਦੀ ਯਾਦ ਦੀ ਥਾਂ ਕੋਈ ਦੂਜਾ ਆ ਕੇ ਬਹਿ ਜਾਏ ਨਾ, ਚੇਤੇ ਰੱਖਿਓ ਉਹ ਹਰ ਚੀਜ਼ ਹੀ ਮਾਇਆ ਹੈ। ਫਿਰ ਅਰਜ ਹੈ, ਮੈਂ ਰਿਪੀਟ ਕਰ ਲੱਗਾ, ਇਹ ਮਾਇਆ, ਮਾਇਆ ਇਸ ਨੂੰ ਆਖਦੇ ਨੇ, ਜਿਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ, ਜਿੱਥੇ ਖਰੀ ਵਿਸਰ ਜਾਏ, ਉਹ ਦੂਜੀ ਚੀਜ਼ ਪ੍ਰਤੀ ਮੋਹ ਪੈਦਾ ਹੋ ਜਾਏ, ਸੱਚ ਐਵੇਂ ਦੂਜਾ ਭਾਵ ਪੈਦਾ ਹੋ ਜਾਏ। ਮਹਾਰਾਜ ਕਹਿੰਦੇ ਨੇ ਇਹ ਮਾਇਆ ਹੈ, ਪਰ ਡਰੀ ਨਾ, ਇਹਦੇ ਵਿੱਚੋਂ ਵੀ ਬਚਿਆ ਜਾ ਸਕਦਾ ਹੈ। ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ। ਇਹਦਾ ਮਤਲਬ ਸੰਸਾਰ ਦੀ ਮਾਇਆ ਵਿੱਚ ਵਿਚਰਦਿਆਂ ਗੁਰੂ ਕਿਰਪਾ ਦੇ ਨਾਲ ਜਿਨ੍ਹਾਂ ਦੀ ਲਿਵ ਲੱਗ ਗਈ, ਜਿਨ੍ਹਾਂ ਦੀ ਸੁਰਤ ਜੁੜ ਗਈ, ਮਹਾਰਾਜ ਕਹਿੰਦੇ ਤਿਨ ਵਿੱਚੇ ਮਾਇਆ ਪਾਇਆ। ਉਹਨਾਂ ਨੇ ਮਾਇਆ ਵਿੱਚ ਰਹਿੰਦਿਆਂ ਹੀ ਕਰਤਾਰ ਨੂੰ ਪਾ ਲਿਆ ਹੈ। ਮੈਂ ਇਸ ਕਰਕੇ ਥੋੜੀ ਜਿਹੀ ਬੇਨਤੀ ਕੀਤੀ ਜੀ ਕਿ ਇਸ ਮਾਇਆ ਨੇ ਇੱਕ ਨਹੀਂ, ਆ ਸਾਰੇ ਰਿਸ਼ੀ ਮੁਨੀਆਂ ਨੂੰ ਠੱਗਿਆ ਹੋਇਆ। ਇਹ ਧਰਮ ਸਥਾਨਾਂ ਵਿੱਚ ਵੀ ਪੂਰਾ ਇਹਦਾ ਬੋਲ ਬਾਲ ਹੈ। ਇੱਥੇ ਜੇ ਸ਼ਬਦ ਵਰਤਿਆ ਜਗ ਤਪ, ਇਹ ਸਾਰੀਆਂ ਥਾਵਾਂ ਖੰਡਨ ਕਰ ਦਿੱਤੀਆਂ ਮਾਇਆ ਨੇ। ਕਿਹੜੀ ਜਗ੍ਹਾ ਹੈ ਜਿੱਥੇ ਮਾਇਆ ਨਹੀਂ ਪਰਮਾਂਦੀ? ਮਹਿਮਾ ਪ੍ਰਕਾਸ਼ ਦੇ ਵਿੱਚ ਇੱਕ ਸਾਖੀ ਹੈ ਜੀ ਗੋਇੰਦਵਾਲ ਸਾਹਿਬ ਦੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਦੀ। ਗੁਰਪ੍ਰਤਾਪ ਸੂਰਜ ਵਿੱਚ ਵੀ ਉਹਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਕਿ ਬਾਬਾ ਮੋਹਰੀ ਜੀ, ਭਾਵਾਂ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਨਮੁਖ ਪੁੱਤਰ ਦੀ ਪਦਵੀ ਮਿਲੀ ਹੈ, ਅੱਜ ਮੈਂ ਅਰਜ਼ ਕਰਾਂਗਾ। ਬਾਬਾ ਮੋਹਰੀ ਜੀ ਗੋਇੰਦਵਾਲ ਸਾਹਿਬ ਕੁਝ ਸੱਜਣ ਮਿੱਤਰਾਂ ਨਾਲ ਬੈਠੇ ਆ ਤੇ ਗੱਲ ਚੱਲੀਏ ਜੀ, ਤੁਹਾਡੇ ਪਿਤਾ ਜੀ ਦੇ ਦਰਬਾਰ ਵਿੱਚ ਜਾਂ ਸਤਿਗੁਰਾਂ ਦੇ ਦਰਬਾਰ ਵਿੱਚ ਬਹੁਤ ਮਾਇਆ ਚੜ੍ਹਦੀ ਹੈ। ਉੱਥੇ ਬੈਠਿਆ ਉਹਨਾਂ ਸ਼ਬਦ ਕਹਿ ਦਿੱਤਾ ਜੀ, ਚੜ੍ਹਦੀ ਤਾਂ ਬਹੁਤ ਹੋਵੇਗੀ ਪਰ ਸਾਡੇ ਕਿਸ ਲੇਖੇ, ਸਾਡੇ ਘਰ 'ਚ ਅਸੀਂ ਇਹਦੀ ਵਰਤੋਂ ਨਹੀਂ ਕਰਦੇ। ਇਹ ਵਰਤੋਂ ਸੰਗਤ ਵਾਸਤੇ ਹੈ, ਪਰਮਾਤਮਾ ਦੇ ਭਰੋਸੇ ਤੇ, ਸਿਰਫ ਸੰਗਤ ਦੀ ਸੇਵਾ ਲਈ। ਸਾਡੇ ਲਈ ਉਸ ਮਾਇਆ ਦੀ ਕੀ ਹਸਤੀ, ਕਿਉਂਕਿ ਸਾਨੂੰ ਤਾਂ ਪਿਤਾ ਜੀ ਨੇ ਕਦੀ ਵਰਤਣ ਵਾਸਤੇ ਦਿੱਤੀ ਨਹੀਂ। ਇਹ ਕਹਿੰਦੇ ਨੇ ਸ਼ਬਦ ਬਾਹਰ ਕਹੇ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਤੱਕ ਇਹ ਗੱਲ ਪਹੁੰਚ ਗਈ। ਸਾਡੇ ਇਤਿਹਾਸਕਾਰ ਕਹਿੰਦੇ ਨੇ ਮਹਾਰਾਜ ਜੀ ਨੇ ਸੁਣਿਆ ਤੇ ਮਨ 'ਚ ਇੱਕੋ ਹੀ ਖਿਆਲ ਸਤਿਗੁਰਾਂ ਦੇ ਆਇਆ ਕਿ ਅੱਜ ਪੁੱਤਰ ਦੇ ਮਨ ਵਿੱਚ ਇਹ ਖਿਆਲ ਪੈਦਾ ਹੋ ਗਿਆ ਕਿ ਜਿਹੜੀ ਗੁਰੂ ਦਰਬਾਰ ਵਿੱਚ ਇਹ ਮਾਇਆ ਚੜ੍ਹਦੀ ਹੈ, ਸਿੱਕੇ ਚੜ੍ਹਦੇ ਨੇ ਚਾਂਦੀ ਦੇ, ਸੋਨੇ ਦੀਆਂ ਮੋਹਰਾਂ, ਇਹ ਸਾਡੀ ਵਰਤੋਂ ਵਾਸਤੇ ਕਿਉਂ ਨਹੀਂ? ਇਹ ਗੱਲ ਮੇਰੀ ਬੇਨਤੀ ਹੈ, ਧਿਆਨ ਨਾਲ ਸੁਣਿਓ। ਇਹ ਇਕੱਲੀ ਕਿਸੇ ਇੱਕ ਲਈ, ਸਮੁੱਚੇ ਸਾਡੇ ਪ੍ਰਬੰਧ ਵਾਸਤੇ ਵੀ ਹੈ।
ਆਪਾਂ ਲੇਖਾ ਇੱਕ ਦਿਨ ਮਰ ਕੇ ਦੇਣਾ ਸਭ ਨੇ। ਮਹਾਰਾਜ ਜੀ ਨੇ ਜਦੋਂ ਸੁਣਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੀ ਦੂਸਰੇ ਦਿਨ ਆਪਣੇ ਪੁੱਤਰ ਮੋਹਰੀ ਜੀ ਨੂੰ ਬੁਲਾ ਲਿਆ। ਕਹਿੰਦੇ ਬੇਟਾ ਜੀ ਸਾਡੇ ਮਨ ਚ ਆਇਆ ਹੈ ਕਿ ਅਸੀਂ ਕੱਲ ਦਾ ਜਿਹੜਾ ਚੜਾਵਾ ਹੋਵੇਗਾ ਉਹ ਸਾਰਾ ਆਪ ਜੀ ਲਿਜਾ ਸਕਦੇ ਹੋ। ਚਲੋ ਅੰਦਰੋਂ ਮਨ ਪ੍ਰਸੰਨ ਵੀ ਹੋਇਆ। ਸਾਡਾ ਇਤਿਹਾਸ ਕਹਿੰਦਾ ਹੈ ਕਿ ਉਸ ਦਿਨ ਹਜ਼ੂਰ ਨੇ ਕਿਹਾ ਜਿਨ੍ਹਾਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰਨੀ ਹੈ ਉਹ ਸਿੱਕੇ ਲੈ ਕੇ ਆਉਣ ਜੋ ਉਸ ਵੇਲੇ ਚੱਲਦੇ ਸਨ। ਕਹਿੰਦੇ ਜਿੰਨੀ ਸੰਗਤ ਆਈ ਉਹਨਾਂ ਸਿੱਕੇ ਰੱਖ ਕੇ ਮੱਥੇ ਟੇਕ ਦਿੱਤੇ ਤੇ ਸਿੱਕੇ ਬਹੁਤ ਜ਼ਿਆਦਾ ਗਿਣਤੀ ਵਿੱਚ ਢੇਰ ਲੱਗ ਗਿਆ ਜੀ ਸਿੱਕਿਆਂ ਦਾ। ਸ਼ਾਮ ਤੱਕ ਸਾਰੀ ਸੰਗਤ ਜਿਹੜੀ ਮੱਥੇ ਟੇਕਦੀ ਰਹੀ। ਮਹਾਰਾਜ ਜੀ ਨੇ ਸ਼ਾਮ ਨੂੰ ਪੁੱਤਰ ਨੂੰ ਆਵਾਜ਼ ਮਾਰੀ, ਕਹਿੰਦੇ ਬੇਟਾ ਕਿ ਆਹ ਸਿੱਕੇ ਪਏ ਆ ਇਹ ਸਾਰੇ ਤੁਹਾਡੇ ਵਰਤੋਂ ਵਾਸਤੇ ਨੇ। ਅਸਾਂ ਸੁਣਿਆ ਕਿ ਆਪ ਜੀ ਨੇ ਬਾਹਰ ਕਿਹਾ ਹੈ ਜੀ ਸਾਨੂੰ ਕਿਹੜੀ ਵਰਤਨ ਵਾਸਤੇ ਸੰਗਤ ਦੀ ਮਾਇਆ ਦਿੱਤੀ ਜਾਂਦੀ ਹੈ। ਸਤਿਗੁਰਾਂ ਨੇ ਕਿਹਾ ਸਭ ਤੁਹਾਡੇ ਲਈ ਨੇ ਜੀ। ਉਹ ਥੋੜੇ ਜਿਹੇ ਪ੍ਰਸੰਨ ਹੋਏ। ਮਹਾਰਾਜ ਜੀ ਨੇ ਗੱਲ ਨਾਲ ਹੋਰ ਕਹੀ ਇਹਨਾਂ ਨੂੰ ਇਸ ਤਰ੍ਹਾਂ ਗੱਠ ਬੰਨ ਕੇ ਨਹੀਂ ਲਿਜਾਣਾ, ਇਹ ਸਿੱਕੇ ਤੁਸੀਂ ਇਕੱਲਿਆਂ ਨੇ ਗਿਣਨੇ ਨੇ। ਇਹ ਇੱਕ ਇੱਕ ਸਿੱਕਾ ਤੁਸੀਂ ਗਿਣਨਾ ਤੇ ਸਾਨੂੰ ਗਿਣਤੀ ਕਰਕੇ ਦੱਸ ਦੇਣਾ ਕਿੰਨੇ ਹੋਏ ਤੇ ਗਿਣਨੇ ਵੀ ਇਕੱਲਿਆਂ ਦੇ ਨੇ। ਕਹਿੰਦੇ ਬਾਬਾ ਮੋਹਰੀ ਜੀ ਆਪਣੀ ਖੁਸ਼ੀ ਨਾਲ ਸਿੱਕੇ ਗਿਣ ਲੱਗ ਪਏ ਜੀ। ਸਾਰੀ ਰਾਤ ਨਿਕਲ ਗਈ ਜੀ ਸਿੱਕੇ ਗਿਣਦਿਆਂ, ਇੰਨੇ ਜ਼ਿਆਦਾ ਸਨ। ਸਿੱਕੇ ਗਿਣ ਲੈ ਗਏ, ਪਿਤਾ ਗੁਰਦੇਵ ਜੀ ਦੇ ਚਰਨਾਂ 'ਚ ਆ ਗਏ। ਕਹਿੰਦੇ ਸੱਚੇ ਪਾਤਸ਼ਾਹ ਜੀ ਆਹ ਗਿਣਤੀ ਹੈ ਜੀ, ਮੈਂ ਇੰਨੇ ਸਿੱਕੇ ਇਹ ਸਾਰੀ ਰਕਮ ਗਿਣ ਲਈ। ਸਤਿਗੁਰਾਂ ਨੇ ਕਿਹਾ ਆਪਣੇ ਹੱਥ ਦਿਖਾਇਓ। ਜਦੋਂ ਉਹਨਾਂ ਹੱਥ ਦਿਖਾਏ ਤੇ ਸਾਡਾ ਇਤਿਹਾਸ ਕਹਿੰਦਾ ਹੈ ਆ ਉਂਗਲਾਂ ਦੇ ਪੋਟੇ ਜਿਹੜੇ ਸਨ ਜਿਹੜੀਆਂ ਵਿੱਚ ਰਖਾਵਾਂ ਨੇ ਇਹ ਸਾਰੀਆਂ ਕਾਲਖ ਨਾਲ ਭਰੀਆਂ, ਕਿਉਂਕਿ ਸਿੱਕੇ ਗਿਣ ਗਿਣ ਕੇ ਜਿਹੜੀ ਸਿੱਕਿਆਂ ਦੀ ਕਾਲਖ ਸੀ ਉਹ ਸਾਰੀ ਚਮੜੀ ਉੱਤੇ ਲੱਗ ਗਈ। ਆ ਸਾਰੇ ਜਿਹੜੇ ਫਿੰਗਰਪ੍ਰਿੰਟ ਆਪਾਂ ਕਹੀਏ ਇਹ ਸਾਰੀਆਂ ਰਖਾਵਾਂ ਜਿਹੜੀਆਂ ਕਾਲੀਆਂ ਹੋਈਆਂ ਪਈਆਂ। ਮਹਾਰਾਜ ਜੀ ਨੇ ਕਿਹਾ ਹੱਥ ਤਾਂ ਸਾਰੇ ਕਾਲੇ ਹੋ ਗਏ ਗਿਣਦੀ, ਕਿ ਇੱਕ ਕੰਮ ਕਰੋ ਇਹ ਹੱਥ ਧੋ ਕੇ ਆਓ, ਜਦੋਂ ਹੱਥ ਧੋ ਲੋਗੇ ਫਿਰ ਲੈ ਜਾਇਓ। ਉਹ ਹੱਥ ਧੋਣ ਗਏ। ਚਲੋ ਮੈਂ ਸੰਖੇਪ ਗੱਲ ਕਰਾਂ, ਹੱਥ ਧੋਤੇ ਉਹ ਕਾਲਖ ਉਤਰੀ ਜ਼ਰੂਰ ਪਰ ਪੂਰੇ ਹੱਥ ਸਾਫ਼ ਨਹੀਂ ਹੋਏ। ਮਹਾਰਾਜ ਜੀ ਨੇ ਕੋਲ ਬੁਲਾ ਕੇ ਕਿਹਾ ਬੇਟਾ ਜੀ ਅਜੇ ਸਿਰਫ ਗਿਣੇ ਨੇ, ਇਹ ਗਿਣਦਿਆਂ ਹੱਥਾਂ ਨੂੰ ਕਾਲਖ ਲੱਗ ਗਈ ਤੇ 5-6 ਵਾਰ ਧੋਤਿਆਂ ਵੀ ਕਾਲਖ ਨਹੀਂ ਚਮੜੇ ਦੀ ਉਤਰੀ। ਤੇ ਜਿੱਦਣ ਬੱਚਿਓ ਇਹ ਗੁਰੂ ਕੇ ਸੰਗਤ ਦੀ ਮਾਇਆ ਘਰ 'ਚ ਵਰਤ ਲਈ ਨਾ ਤੇ ਯਾਦ ਰੱਖਿਓ ਅੰਦਰ ਨੂੰ ਇੰਨੀ ਕੁ ਕਾਲਖ ਲੱਗ ਜਾਂਦੀ ਕਈ ਜਨਮ ਵਰਤਨ ਤੋਂ ਬਾਅਦ ਵੀ ਉਤਰਦੀ ਨਹੀਂ ਹੁੰਦੀ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਇਹ ਘਟਨਾ ਗੁਰੂ ਇਤਿਹਾਸ ਵਿੱਚ ਦੂਸਰੀ ਉਦਾਹਰਨ, ਕਿਉਂਕਿ ਇਹ ਸ਼ਬਦ ਹੈ ਮਾਇਆ ਤੋਂ ਕਿਹੜਾ ਬਚਿਆ ਹੈ ਜੀ। ਭਗਤ ਸਾਹਿਬ ਜੀ ਤੇ ਇੱਥੋਂ ਤੱਕ ਆ ਕਹਿੰਦੇ ਜਿਹੜੇ ਬ੍ਰਹਮਾ ਵਿਸ਼ਨ ਮਹੇਸ਼ ਨੇ ਉਹ ਵੀ ਮਾਇਆ ਨੇ ਠੱਗ ਲਏ। ਮਹਾਰਾਜ ਜੀ ਨੇ ਕਿਹਾ ਸਰਪਨੀ ਤੇ ਉਪਰਨੀ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਤਿੰਨ ਦੇਵਤੇ ਨੇ ਬ੍ਰਹਮਾ ਜੀ, ਮਹਾਦੇਵ ਜੀ ਤੇ ਵਿਸ਼ਨੂੰ ਜੀ। ਕਹਿੰਦੇ ਨੇ ਇਸ ਸਪਣੀ ਤੋਂ ਉੱਚਾ ਕੋਈ ਨਹੀਂ, ਇਸ ਸਪਣੀ ਨੇ ਤਾਂ ਤਿੰਨ ਦੇਵਤੇ ਵੀ ਛਲੇ ਹੋਇਆ। ਦੂਸਰੀ ਘਟਨਾ ਮੈਂ ਇੱਥੋਂ ਦੀ ਆਪ ਨਾਲ ਸਾਂਝੀ ਕਰਨੀ ਚਾਹਨਾ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਹੈ, ਭਾਵਾਂ ਕਿ ਸਾਡੇ ਕੁਝ ਵਿਦਵਾਨ ਟੀਕਾਕਾਰ ਨੇ ਉਹਨਾਂ ਦੀ ਉਥਾਨਕਾ ਭੂਮਿਕਾ ਦਾ ਜ਼ਿਕਰ ਨਹੀਂ ਕੀਤਾ ਪਰ ਕਰਨਾ ਚਾਹੀਦਾ ਸੀ। ਜਿਹੜੀ ਇਤਿਹਾਸਕ ਘਟਨਾ ਨਾਲ ਸ਼ਬਦ ਨੇ ਸੰਬੰਧਿਤ ਆਪਾਂ ਨੂੰ ਉਹਨਾਂ ਦਾ ਜ਼ਿਕਰ ਕਰਨ 'ਚ ਕੋਈ ਹਰਜ ਨਹੀਂ। ਬਾਬਾ ਪਿਰਥੀਆ ਜੀ ਜਦੋਂ ਗੁਰੂ ਰਾਮਦਾਸ ਜੀ ਦੇ ਸਨਮੁਖ ਬੋਲਦੇ ਆ ਤੇ ਉਸ ਵਕਤ ਸਤਿਗੁਰੂ ਖਾਸ ਕਰਕੇ ਮਾਇਆ ਦਾ ਜ਼ਿਕਰ ਕਰਦੇ ਆ। ਇਹਦਾ ਮਤਲਬ ਕਿ ਪੁੱਤਰ ਧਨ ਦੌਲਤ ਉਹਨੇ ਸਾਂਭਿਆ ਹੋਇਆ ਹੈ। ਤੇ ਧੰਨ ਗੁਰੂ ਰਾਮਦਾਸ ਜੀ ਦਾ ਬਚਨ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸੋ ਝਗਰਤ ਪਾਪ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨਾ ਆਪ ਖਿਨ ਮੈਂ ਛੋੜ ਜਾਏ ਵਿਖਿਆ ਰਸ ਤਉ ਲਾਗੈ ਪਛਤਾਪ। ਪੁੱਤਰ ਜਿਸ ਮਾਇਆ ਦਾ ਹੰਕਾਰ ਤੂੰ ਕਰ ਰਿਹਾ ਨਾ ਇੱਕ ਖਿਨ ਲੱਗਦਾ ਹੈ ਇਹ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੀ। ਮੈਂ ਸਿਰਫ ਆਪ ਜੀ ਨੂੰ ਸੰਖੇਪ ਇਹ ਬੇਨਤੀ ਕੀਤੀ ਜੀ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਇਸ ਤ੍ਰੈ ਗੁਣੀ ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ। ਜਿੱਥੇ ਕੋਈ ਜਗ ਕਰਦਾ ਜਗ ਵਾਲੀ ਥਾਂ ਇਹਨੇ ਭੰਨ ਦਿੱਤੀ, ਕੋਈ ਜਪ ਕਰਨ ਬੈਠਾ ਇਹਨੇ ਜਪ ਵਾਲੀ ਥਾਂ ਖੰਡਨ ਕਰ ਦਿੱਤੀ। ਜਿੱਥੇ ਉੱਚੇ ਉੱਚੇ ਜੀਵਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਇਹ ਮਾਇਆ ਇੰਨੀ ਬਲਵਾਨ ਹੈ ਕਿ ਇਹਨੇ ਵੱਡੇ ਵੱਡੇ ਜੀਵਨ ਵੀ ਜਿਹੜੇ ਨੇ ਉਹ ਖੱਡਾਂ ਵਿੱਚ ਛੱਡ ਦਿੱਤੇ ਆ। ਪਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਗੁਰੂ ਦੀ ਸ਼ਰਨ ਵਿੱਚ ਚਲੇ ਗਏ
ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੇ ਗੁਣ ਗਾਏ, ਫਿਰ ਇਸ ਮਾਇਆ ਦੇ ਜ਼ਹਿਰ ਤੋਂ ਬਚਿਆ ਜਾ ਸਕਦਾ ਹੈ। ਰਹਾਉ ਨਹਿ ਸੁਣੀਐ ਨਹਿ ਮੁਖ ਤੇ ਬਕੀਐ। ਸਤਿਗੁਰੂ ਕਹਿੰਦੇ ਨੇ ਨਾ ਤਾਂ ਇਹਦੀ ਆਵਾਜ਼ ਸੁਣਾਈ ਦਿੰਦੀ ਹੈ ਮਾਇਆ ਦੀ। ਇਹ ਜਦੋਂ ਆਉਂਦੀ, ਇੱਕ ਆਉਂਦਾ ਨਾ ਬੰਦੇ ਕਹਿੰਦੇ ਮੈਂ ਆ ਗਈ ਹਾਂ, ਬਾਜੋ ਬਾਜੋ। ਜਿਵੇਂ ਕੋਈ ਬੰਦਾ ਮੰਨ ਲਓ ਆਵੇ ਤਾਕਤ ਵਾਲਾ ਤੇ ਅੱਗੇ ਫੋਰਸ ਕਹਿੰਦੀ ਪਿਛਾੜ ਜੋ ਪਿਛਾੜ ਜੋ, ਕਹਿੰਦੇ ਨੇ ਇਹਦਾ ਪਤਾ ਵੀ ਨਹੀਂ ਲੱਗਦਾ, ਇਹ ਆਵਾਜ਼ ਵੀ ਨਹੀਂ ਦਿੰਦੀ ਮੈਂ ਆਉਣੀ ਪਈ ਹਾਂ। ਜੇ ਆਵਾਜ਼ ਦਿੰਦੀ ਹੋਵੇ ਬੰਦਾ ਸੁਚੇਤ ਰਹਿ ਜਾਏ ਵੀ ਆਉਂਦੀ ਪਈ ਹੈ ਬਾਜੋ ਇਹ ਤੋਂ। ਮਹਾਰਾਜ ਕਹਿੰਦੇ ਇਹਦੀ ਆਵਾਜ਼ ਵੀ ਕੋਈ ਨਹੀਂ, ਬੰਦਾ ਚੁੱਪ ਬੈਠਾ ਹੈ, ਇੱਕੋ ਦਮ ਚੁੱਪ ਚਪੀਤੀ ਫੁਰਨੇ ਦੇ ਵਿੱਚ ਵੜ ਜਾਂਦੀ ਤੇ ਅੰਦਰ ਨੂੰ ਖਿੰਡਾ ਜਾਂਦੀ। ਨਾ ਤਾਂ ਇਸ ਦੀ ਕੋਈ ਆਵਾਜ਼, ਦੁਬਾਰਾ ਪੜੋ ਜੀ ਤੁਕ। ਨਹਿ ਸੁਣੀਐ ਨਹਿ ਮੁਖ ਤੇ ਬਕੀਐ। ਨਾ ਇਹਦੀ ਆਵਾਜ਼ ਸੁਣਾਈ ਦਿੰਦੀ ਆਉਣ ਦੀ, ਨਾ ਇਹ ਮੂੰਹ ਤੋਂ ਉੱਚੀ ਉੱਚੀ ਬੋਲਦੀ। ਮਹਾਰਾਜ ਕਹਿੰਦੇ ਬੰਦਾ ਸੁਚੇਤ ਹੋ ਸਕਦਾ ਹੈ, ਨਾ ਇਹਦੀ ਆਵਾਜ਼ ਸੁਣਾਈ ਦਿੰਦੀ ਏ, ਨਾ ਇਹ ਮੂੰਹ ਤੋਂ ਬੋਲਦੀ ਹੈ। ਨਹਿ ਮੋਹ ਹੈ ਉਹ ਡੀਠੀ। ਜਿਹੜੀ ਸਭ ਨੂੰ ਮੋਹਦੀ ਹੈ, ਇਹ ਵੀ ਪਤਾ ਨਹੀਂ ਲੱਗਦਾ। ਹੁਣ ਵੇਖੋ ਕੋਈ ਚੀਜ਼ ਹੈ, ਆਪਣੀ ਚਮੜੀ ਨੂੰ ਸਪਰਸ਼ ਕਰੇ ਨਾ, ਸਾਨੂੰ ਪਤਾ ਲੱਗ ਜਾਂਦਾ ਹੈ, ਭਾਵੇਂ ਉਹ ਨਜ਼ਰ ਨਾ ਵੀ ਆਵੇ। ਰਾਤ ਦੇ ਹਨੇਰੇ 'ਚ ਬਰੀਕ ਤੋਂ ਬਰੀਕ ਕੀੜਾ ਵੀ ਸਾਡੇ ਤਨ ਨੂੰ ਸਪਰਸ਼ ਕਰੇ, ਪਤਾ ਲੱਗ ਜਾਂਦਾ ਜੀ ਕਿ ਇਹ ਕੋਈ ਚੀਜ਼ ਸਾਨੂੰ ਸਪਰਸ਼ ਕਰ ਰਹੀ, ਛੂ ਰਹੀ ਹੈ। ਮਹਾਰਾਜ ਕਹਿੰਦੇ ਨੇ ਇਹ ਏਡੀ ਬਲਵਾਨ ਹੈ, ਇਹ ਜਦੋਂ ਮੋਹਦੀ ਹੈ ਇਹ ਦਿਸਦੀ ਵੀ ਨਹੀਂ ਪਈ, ਇਹ ਨਜ਼ਰ ਨਹੀਂ ਆਉਂਦੀ। ਇਹ ਜਦੋਂ ਅੰਦਰ ਕਬਜ਼ਾ ਕਰਦੀ ਉਦੋਂ ਮਹਿਸੂਸ ਨਹੀਂ ਹੁੰਦੀ। ਇਹ ਇਸ ਢੰਗ ਨਾਲ ਆਦਮੀ ਤੇ ਅਸਰ ਕਰਦੀ ਹੈ। ਐਸੀ ਠਗੌਰੀ ਪਾਏ ਭੁਲਾਵੇ। ਪਰ ਜਦੋਂ ਚੁੱਪ ਚਪੀਤੀ ਖਿਆਲ ਦੇ ਰੂਪ ਚ ਪਹਿਲਾਂ ਆਉਂਦੀ ਤੇ ਖਿਆਲ ਦੇ ਰੂਪ ਚ ਹੀ ਹੈ ਜੀ। ਕਿਸੇ ਦੀ ਵਸਤੂ ਵੇਖ ਕੇ ਮਨ ਚ ਲਾਲਚ ਪੈਦਾ ਹੁੰਦਾ ਹੈ, ਚੁੱਪ ਚਪੀਤੀ ਆਉਂਦੀ ਏ ਤੇ ਫਿਰ ਪਹਿਲਾ ਕੰਮ ਕੀ ਕਰਦੀ? ਇਹਦੇ ਕੋਲ ਇੱਕ ਠੱਗ ਬੂਟੀ ਹੈ। ਆਪ ਜੀ ਨੂੰ ਪਤਾ ਹੋਣਾ ਪਹਿਲੇ ਸਮੇਂ 'ਚ ਜਿਹੜੇ ਠੱਗ ਸਨ, ਉਹ ਇੱਕ ਬੂਟੀ, ਅੱਜ ਦੇ ਸ਼ਬਦਾਂ ਕਾਂ ਵੀ ਜਿਵੇਂ ਨਸ਼ੇ ਵਾਲੀ ਕਿਸੇ ਨੂੰ ਦਵਾਈ ਦੇ ਦਿੱਤੀ ਜਾਂ ਕੋਈ ਚੀਜ਼ ਪਿਆ ਦਿੱਤੀ ਲਿਕਵਿਡ, ਬੰਦਾ ਬੇਹੋਸ਼ ਹੋ ਗਿਆ। ਹੁਣ ਬੇਹੋਸ਼ ਹੋਣ ਤੋਂ ਬਾਅਦ ਉਹਨੂੰ ਮਾਰੇ ਰੱਖੇ, ਉਹਦੀਆਂ ਜੇਬਾਂ ਖਾਲੀ ਕਰੇ, ਬੇਹੋਸ਼ ਕਰਨ ਵਾਲੇ ਦੀ ਮਰਜ਼ੀ ਹੈ। ਮਹਾਰਾਜ ਕਹਿੰਦੇ ਨੇ ਕਿ ਜਦੋਂ ਆਉਂਦੀ ਏ ਨਾ ਸੁਣਾਈ ਦਿੰਦੀ ਏ, ਨਾ ਦਿਸਦੀ ਏ, ਨਾ ਇਹਦੇ ਬੋਲ ਨੇ, ਅਚਨਚੇਤ ਆਉਂਦੀ ਏ। ਪਹਿਲਾ ਕੰਮ ਇਹ ਕਰਦੀ ਏ ਕਿ ਨਸ਼ਾ ਘੋਲ ਕੇ, ਠੱਗ ਬੂਟੀ ਉਹ ਬੰਦੇ ਨੂੰ ਘੋਲ ਕੇ ਪਿਆਂਦੀ ਏ, ਇਹੋ ਜੀ ਬੇਹੋਸ਼ੀ ਵਿੱਚ ਲੈ ਜਾਂਦੀ ਏ। 80 ਸਾਲ ਬੰਦੇ ਦੇ ਲੰਘ ਜਾਂਦੇ ਨੇ, ਬੇਹੋਸ਼ੀ ਵਿੱਚ ਹੀ ਲਲਕਾਰੇ ਮਾਰੀ ਜਾਂਦਾ, ਕਿਉਂਕਿ ਇਹਨੇ ਨਸ਼ਾ ਪਿਆ ਦਿੱਤਾ ਨਾ। ਮਹਾਰਾਜ ਜੀ ਨੇ ਬਚਨ ਕੀਤਾ, ਮਾਇਆ ਜਿਹੜੀ ਹੈ ਉਹਦੀ ਇਹ ਤਾਕਤ ਹੈ। ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਇਹ ਜਿੰਨੇ ਜੀਵ ਨੇ ਸਾਰਿਆਂ ਨੂੰ ਠੱਗ ਬੂਟੀ ਪਿਆ ਦਿੱਤੀ, ਨਸ਼ੇ ਵਿੱਚ ਮਸਤ। ਆਈ ਆਪਾਂ ਸਾਰੇ ਹੀ ਦੇਖਣੇ ਪਿਆ ਨਾ, ਮਾਇਆ ਦਾ ਨਸ਼ਾ ਇਹੋ ਜਿਹਾ। ਇਹ ਜਮਕਾ ਡੰਡ ਬੂੰਡ ਮੈਂ ਲੱਗਾ ਉਦੋਂ ਪਤਾ ਲੱਗਦਾ ਹੈ, ਨਹੀਂ ਤਾਂ ਬੰਦਾ ਇਹਦੇ ਵਿੱਚ ਮਸਤ ਹੈ। ਤੇ ਫਿਰ ਅਗਲੀ ਗੱਲ, ਆਉਂਦੀ ਦਿਸਦੀ ਨਹੀਂ, ਪਰ ਜਦੋਂ ਆ ਜਾਂਦੀ ਹੈ ਨਾ ਉਦੋਂ ਆਪਣਾ ਕੰਮ ਕਰਦੀ ਹੈ, ਤੇ ਜਦੋਂ ਚਲੀ ਜਾਂਦੀ ਉਦੋਂ ਵੀ ਆਪਣਾ ਕੰਮ ਕਰ ਜਾਂਦੀ ਹੈ। ਇੱਕ ਭਾਸ਼ ਕਵੀ ਦੇ ਬੋਲ ਨੇ, ਉਹ ਕਹਿੰਦਾ ਮਾਇਆ ਕੇ ਦੋ ਦਾਉ ਹੈ, ਕਰੇ ਦੋਏ ਜੁਤਮਾਰ। ਇਹ ਦੋਵਾਂ ਤਰੀਕਿਆਂ ਨਾਲ ਮਾਰਦੀ। ਇਹ ਜਦੋਂ ਆਉਂਦੀ ਹੈ ਉਦੋਂ ਵੀ ਬੰਦੇ ਦਾ ਬੇੜਾ ਗਰਕ ਕਰਨ ਤੇ ਤੁਰ ਪੈਂਦੀ। ਜੇ ਬੰਦਗੀ ਨਹੀਂ ਤਾਂ ਮੈਂ ਇੱਕ ਬੇਨਤੀ ਫਿਰ ਕਰਾਂਗਾ, ਕਿਰਤ ਕਰਨਾ। ਕੋਈ ਬੰਦਾ ਅਰਬਾਂਪਤੀ, ਮੈਂ ਪਿਛਲੇ ਸਾਲਾਂ ਕਿਹਾ ਸੀ ਕਿ ਭਾਈ ਸੱਜਣ, ਜਿਹਨੂੰ ਸੱਜਣ ਠੱਗ ਪਹਿਲਾਂ ਕਹਿੰਦੇ ਸਨ, ਸੱਜਣ ਠੱਗ ਦੀ ਸਰਾਂ 'ਚ ਬਾਬਾ ਜੀ ਜਾ ਕੇ ਕਹਿੰਦੇ ਨੇ ਕਿ ਤੂੰ ਆ ਜੋ ਕੁਝ ਗਰੀਬਾਂ ਦਾ ਹੱਕ ਮਾਰ ਕੇ ਇਕੱਠਾ ਕੀਤਾ ਹੈ ਵੰਡ ਦੇ। ਇਹਦਾ ਮਤਲਬ ਕਿ ਬਾਬਾ ਜੀ ਧਨ ਜੋੜਨ ਵਾਲਿਆਂ ਦੇ ਵਿਰੋਧੀ ਹੋ ਗਏ? ਨਹੀਂ ਨਹੀਂ ਪਿਆਰਿਓ, ਉਹਨੇ ਠੱਗੀਆਂ ਮਾਰ ਮਾਰ ਕੇ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਉਹਨੇ ਪਾਪ ਕਰ ਕਰਕੇ ਹੱਕ ਖੋ ਖੋ ਕੇ ਇਕੱਠੀ ਕੀਤੀ। ਹਜ਼ੂਰ ਨੇ ਕਿਹਾ ਇਹ ਸਭ ਕੁਝ ਵੰਡ ਦੇ। ਤੇ ਲਾਹੌਰ ਦਾ ਰਹਿਣ ਵਾਲਾ ਭਾਈ ਮਨਸੁਖ ਏਡਾ ਅਮੀਰ ਬੰਦਾ ਹੈ, ਜਿਹਦੇ ਆਪਣੇ ਜਹਾਜ਼ ਚੱਲਦੇ, ਉਹਨੂੰ ਨਹੀਂ ਕਿਹਾ ਆਪਣੇ ਜਹਾਜ਼ ਵੇਚ ਦੇ। ਫਿਰ ਮੇਰੀ ਬੇਨਤੀ ਨੂੰ, ਦੋਨਾਂ ਨੂੰ ਮਹਾਰਾਜ ਮਿਲਦੇ ਆ। ਸੱਜਣ ਠੱਗ ਨੂੰ ਕਹਿੰਦੇ ਨੇ ਸਭ ਕੁਝ ਵੰਡ ਦੇ, ਜੋ ਕੁਝ ਇਕੱਠਾ ਕੀਤਾ ਵੰਡ ਦੇ ਗਰੀਬਾਂ 'ਚ। ਇਹ ਪਾਪ ਕਰੀ ਬੈਠਾ। ਭਾਈ ਮਨਸੁਖ ਨੂੰ ਨਹੀਂ ਕਿਹਾ। ਮੇਰੀ ਬੇਨਤੀ ਹੈ ਕਿ ਦੁਨੀ ਚੰਦ ਨੂੰ ਕਹਿੰਦੇ ਨੇ ਵੰਡ ਦੇ। ਭਾਈ ਭਗੀਰਥ ਵੀ ਤਾਂ ਮਿਲਸੀਆਂ ਵਾਲਾ, ਉਹਨੂੰ ਨਹੀਂ ਕਹਿੰਦੇ ਵੰਡ ਦੇ। ਇਸ ਤਰ੍ਹਾਂ ਉੱਥੇ ਵੰਡਣ ਦਾ ਮਤਲਬ ਆ ਨਹੀਂ ਕਿ ਵੰਡ ਖਾਓ, ਕਿ ਜੋ ਕੁਝ ਪਾਪਾਂ ਦਾ ਇਕੱਠਾ ਕੀਤਾ ਇਹਦਾ ਖਹਿੜਾ ਛੱਡ। ਮਹਾਰਾਜ ਦੀ ਇਸ ਵਿਆਖਿਆ ਲਈ ਕਹਿੰਦੇ ਜਦੋਂ ਆਉਂਦੀ ਏ ਉਦੋਂ ਫਿਰ ਬੰਦਾ ਲਲਕਾਰੇ ਮਾਰਦਾ। ਸੱਚੀ ਜੇ, ਕਿਉਂ? ਬੇਹੋਸ਼ੀ 'ਚ ਹੈ ਨਾ।
ਉਹਨੇ ਠੱਗ ਬੂਟੀ ਪਿਆ ਦਿੱਤੀ, ਆਉਂਦੀ ਏ ਤੇ ਲਲਕਾਰੇ ਮਾਰਦਾ ਹੰਕਾਰ 'ਚ, ਤੇ ਜਿੱਦਣ ਜਾਂਦੀ ਹੈ ਨਾ ਉਦਣ ਇਹਨੂੰ ਬੰਦੇ ਨੂੰ ਦਵਾਈਆਂ ਲਾ ਜਾਂਦੀ। ਕੋਈ ਡਿਪਰੈਸ਼ਨ ਚਲਾ ਜਾਂਦਾ ਹੈ, ਕੋਈ ਉਂਝ ਸ਼ਦਾਈ ਹੋ ਜਾਂਦਾ ਹੈ, ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ ਹੈ। ਉਸ ਵਿਦਵਾਨ ਕਹਿੰਦਾ, ਵਾਹ ਮਾਇਆ ਮਾਇਆ ਕੇ ਦੋ ਦਾਉ ਕੈ ਕਰੇ ਦੋਏ ਜੁਤਮਾਰ, ਆਏ ਤੋ ਬੋਰਾਏ ਨਰ ਜਾਏ ਕਰੈ ਖੁਆਰ, ਜਾਏ ਕਰੈ ਖੁਆਰ ਮਰੈ ਨਰ ਝੂਰ ਝੂਰ ਕੈ, ਆਵੇ ਬਡੋ ਅਹੰਕਾਰ ਤੁਰੈ ਨਰ ਕੂਰ ਕੂਰ ਕੈ, ਬਿਨ ਬੂਝੇ ਵਿਚਾਰ ਸਾਰ ਸੰਤਨ ਫਰਮਾਇਆ, ਮੂਰਖ ਕੋ ਦੁੱਖ ਦੇਤਾ ਆਵਤੀ ਜਾਤੀ ਮਾਇਆ। ਇਹ ਆਉਂਦਿਆਂ ਜਾਂਦਿਆਂ ਦੁੱਖ ਦਿੰਦੀ। ਮਹਾਰਾਜ ਜੀ ਨੇ ਕਿਹਾ ਵੀ ਕਿਤੇ ਸੁਣਾਈ ਨਹੀਂ ਦਿੰਦੀ, ਬੋਲਦੀ ਨਹੀਂ, ਅਚਨਚੇਤ ਇਹ ਠੱਗ ਬੂਟੀ ਘੋਲ ਕੇ ਪਿਆਂਦੀ ਏ। ਇਹੋ ਜਿਹਾ ਜੀਵ ਬੇਹੋਸ਼ੀ ਚਲਾ ਜਾਂਦਾ ਜੀ, ਸਾਰੀ ਉਮਰ ਉਸ ਵਿੱਚ ਹੀ ਨਿਕਲ ਜਾਂਦੀ ਹੈ। ਮਨ ਸਭ ਕੈ ਲਾਗੈ ਮੀਠੀ, ਪਰ ਕਰੀਏ ਕੀ, ਮਨ ਕਰਕੇ ਸਭ ਨੂੰ ਮਿੱਠੀ ਲੱਗਦੀ ਹੈ ਜੀ, ਕਿਸੇ ਰੂਪ ਵਿੱਚ ਆ ਜਾਏ। ਬਾਬਾ ਕਬੀਰ ਸਾਹਿਬ ਨੇ ਅੱਗੇ ਬਚਨ ਕਰਾਂਗਾ, ਉਹਨਾਂ ਕਿਹਾ ਮੇਰੇ ਕੋਲ ਆਈ, ਕਈ ਰੂਪ ਧਾਰਨ ਕਰਕੇ ਆ ਗਈ। ਕਹਿੰਦੇ ਮੇਰੇ ਤਾਂ ਸਤਿਗੁਰੂ ਨੇ ਸਿਰ ਤੇ ਹੱਥ ਰੱਖਿਆ, ਨਹੀਂ ਤਾਂ ਲੁੱਟ ਮੈਨੂੰ ਵੀ ਲਿਜਾਣਾ ਸੀ। ਕਬੀਰ ਆਈ ਮੁਝੇ ਪੈ ਅਨ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਜਿਨਨੇ ਸਾਰੀ ਦੁਨੀਆ ਨੂੰ ਠੱਗਿਆ ਸੀ, ਮੇਰੇ ਸਤਿਗੁਰੂ ਨੇ ਸਿਰ ਤੇ ਹੱਥ ਰੱਖਿਆ, ਮੇਰੇ ਸਾਹਮਣੇ ਪੈਰਾਂ 'ਚ ਮੱਥਾ ਟੇਕ ਕੇ ਗਈ। ਕਹਿੰਦੇ ਸਾਰਿਆਂ ਦੇ ਮਨ ਨੂੰ ਬੜੀ ਜਿਹੜੀ ਮਿੱਠੀ ਲੱਗਦੀ ਹੈ। ਮਾਏ ਬਾਪ ਪੂਤ ਹਿਤ ਭਰਾਤਾ। ਹੁਣ ਦੇਖੋ ਇਹ ਖੂਨ ਦੇ ਰਿਸ਼ਤੇ ਕਿਵੇਂ ਤੋੜਦੀ, ਕਿਉਂਕਿ ਆਪਾਂ ਗੁਰੂ ਰਾਮਦਾਸ ਜੀ ਦੀ ਸਿਫਤ ਕਰਨੀ ਹੈ, ਇਸ ਕਰਕੇ ਮੈਂ ਜਲਦੀ ਅਰਥੇ ਕਰਨਾ ਪਿਆ। ਇੱਥੇ ਸਤਿਗੁਰੂ ਜੀ ਸ਼ਬਦ ਵਰਤ ਰਹੇ ਆ ਕਿ ਦੇਖੋ ਮਾਂ ਬਾਪ ਪੁੱਤਰ ਤੇ ਭਰਾ, ਇਹੀ ਪਰਿਵਾਰ ਹੁੰਦਾ ਹੈ ਨਾ ਜੀ। ਮਾਤਾ ਪਿਤਾ ਪੁੱਤਰ ਤੇ ਭਰਾ ਜਿਹੜੇ ਖੂਨ ਦੇ ਰਿਸ਼ਤੇ ਨੇ, ਇੱਕ ਦੂਜੇ ਨੂੰ ਹਿੱਤ ਕਰਦੇ ਆ। ਕਹਿੰਦੇ ਨੇ ਇਹ ਮਾਇਆ ਇੰਨੀ ਚੰਦਰੀਕ ਹੈ ਜੀ, ਉਹਨਾਂ ਪਰਿਵਾਰਾਂ ਦੇ ਵਿੱਚ ਵਿਘਨ ਕਿਵੇਂ ਪਾਉਂਦੀ ਹੈ। ਹੁਣ ਘਰ ਘਰ ਮੇਲਿਓ ਦੂਆ। ਉਹਨਾਂ ਦਾ ਅਰਥ ਹੈ ਉਸ ਮਾਇਆ ਨੇ ਜਿਹੜਾ ਮਾਂ ਬਾਪ ਹੈ ਉਹਦੇ ਵਿੱਚ ਫਰਕ ਪਾ ਦਿੱਤਾ। ਸੱਚ ਜੀ ਤੁਹਾਡੇ ਸਮਾਜ ਦੇ ਸਾਹਮਣੇ ਹੈ, ਇੱਥੇ ਮਾਇਆ ਦੀ ਖਾਤਰ ਲੋਕ ਆਪਣੇ ਮਾਪਿਆਂ ਨੂੰ ਵੀ ਘਰੋਂ ਕੱਢ ਦਿੰਦੇ ਆ। ਇੱਥੇ ਮਾਇਆ ਦੀ ਖਾਤਰ ਭਰਾ ਭਰਾ ਦਾ ਕਤਲ ਕਰਦਾ ਪਿਆ। ਇਸ ਸਮਾਜ ਵਿੱਚ ਮਾਇਆ ਦੀ ਖਾਤਰ ਸੱਚ ਐਵੇਂ ਕਈ ਵਾਰੀ ਮਾਂ ਪੁੱਤ ਨੂੰ ਵੀ ਖਤਮ ਕਰ ਦਿੰਦੀ ਹੈ, ਪੁੱਤ ਮਾਂ ਨੂੰ ਖਤਮ। ਗੁਰੂ ਸਾਹਿਬ ਸਪਸ਼ਟ ਕਹਿ ਰਹੇ ਆ ਕਿ ਇਹੋ ਜੀ ਮੋਹਣੀ ਹੈ। ਇੱਥੇ ਮਾਂ ਬਾਪ ਦਾ ਰਿਸ਼ਤਾ, ਇੱਥੇ ਭੈਣ ਭਰਾ ਦਾ ਰਿਸ਼ਤਾ, ਇਹ ਕਿਸੇ ਦੀ ਪਰਵਾਹ ਨਹੀਂ ਕਰਦੀ। ਇਸ ਮਾਇਆ ਨੇ ਘਰ ਘਰ ਦੇ ਵਿੱਚ ਦੁਆ ਦਾ ਅਰਥ ਦਵੈਸ਼ ਪੈਦਾ ਕੀਤੀ ਹੈ। ਇੱਕ ਛੱਤ ਥੱਲੇ ਰਹਿਣ ਵਾਲੇ ਇੱਕ ਦੂਜੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰਦੇ। ਮਹਾਰਾਜ ਕਹਿੰਦੇ ਨੇ ਇਸ ਦੇ ਕੌਤਕ ਦੇਖੋ। ਉਂਝ ਦਾਸ ਇੱਕ ਬੇਨਤੀ ਕਰੇ, ਜਦੋਂ ਇਹ ਪ੍ਰਭਾਵ ਪਹਿਲਾਂ ਜਦੋਂ ਬੰਦਾ ਠੱਗੀ ਮਾਰਦਾ ਨਾ, ਪਹਿਲੀ ਠੱਗੀ ਥੋੜਾ ਦੁੱਖ ਦਿੰਦੀ ਬੰਦੇ ਨੂੰ। ਠੱਗੀ ਮਾਰ ਲੈਂਦਾ, ਰਾਤ ਨੂੰ ਸੋਚਦਾ ਵੀ ਮਾੜਾ ਹੀ ਕੰਮ ਕੀਤਾ ਹੈ, ਨਹੀਂ ਸੀ ਕਰਨਾ ਚਾਹੀਦਾ। 2-4 ਦਿਨ ਪਛਤਾਵਾ ਜਿਹਾ ਕਰਦਾ ਹੈ। ਯਾਦ ਰੱਖਿਓ ਫਿਰ ਇਹ ਕੀ ਕਰਦੀ ਏ, ਫਿਰ ਦੁਬਾਰਾ ਜਦੋਂ ਠੱਗੀ ਮਾਰਦਾ ਨਾ, ਫਿਰ ਯੂਜ਼ਡ ਹੋ ਜਾਂਦਾ ਹੈ, ਫਿਰ ਠੱਗੀ ਹੀ ਉਹਦਾ ਜੀਵਨ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਐਸੀ ਹੈ, ਇਹ ਮਾਂ ਬਾਪ ਦੇ ਰਿਸ਼ਤੇ ਤੋੜਦੀ ਹੈ, ਇਹ ਭਰਾ ਭਰਾ ਦੇ ਰਿਸ਼ਤੇ ਤੋੜਦੀ ਹੈ, ਇਹ ਦਵੈਸ਼ ਪੈਦਾ ਕਰਦੀ ਹੈ। ਇਸੇ ਕਰਕੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ ਕਿ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਾ ਲੋਲਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲਤੇ, ਨਚ ਮਿਤਰੰਗ ਨਚ ਇਸ਼ਟੰਗ, ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਇਹ ਸ਼ਬਦ ਫਿਰ ਧਿਆਨ ਨਾਲ ਸੁਣਿਓ। ਇਹ ਨਹੀਂ ਪਰਵਾਹ ਕਰਦੀ ਮਿੱਤਰਾਂ ਦੀ, ਇਹਨਾਂ ਦੀ ਦੋਸਤੀ ਕਿੰਨੀ ਗਹਿਰੀ। ਇਹ ਨਹੀਂ ਪਰਵਾਹ ਕਰਦੀ ਕਿ ਮਾਂ ਬਾਪ ਦਾ ਰਿਸ਼ਤਾ ਕਿੰਨਾ ਕੀਮਤੀ। ਇਹ ਨਹੀਂ ਪਰਵਾਹ ਕਰਦੀ ਕਿ ਰਿਸ਼ਤੇਦਾਰਾਂ ਦੀ ਕੀਮਤ ਕੀ। ਕਹਿੰਦੇ ਜਦੋਂ ਇਹ ਲਾਲਚ ਅੰਦਰ ਪੈਦਾ ਹੋ ਜਾਏ, ਇਹ ਹਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੰਦੀ ਹੈ। ਪਿਆਰਿਓ ਯਾਦ ਰੱਖਿਓ, ਮੈਂ ਫਿਰ ਬੇਨਤੀ ਕਰਾਂਗਾ, ਇਹ ਸਤਿਗੁਰੂ ਅੱਗੇ ਅਰਦਾਸ ਕਰੋ। ਸਟੇਜ ਤੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਸਭ ਤੋਂ ਅੱਜ ਮੈਂ ਕਹਿਣਾ, ਦੁਨੀਆ ਵਿੱਚ ਸਭ ਤੋਂ ਸੌਖਾ ਪਤਾ ਕੀ ਅੱਜ ਜੀ, ਚਾਹੇ ਤੁਸੀਂ ਸੋਸ਼ਲ ਮੀਡੀਆ ਤੇ ਚਲੇ ਜਾਓ, ਚਾਹੇ ਅਖਬਾਰਾਂ ਚਲੇ ਜਾਓ, ਚਾਹੇ ਅਸੀਂ ਬੁਲਾਰੇ ਜਿਹੜੇ ਬੋਲਨੇ ਆ, ਦੁਨੀਆ ਵਿੱਚ ਸਭ ਤੋਂ ਸੌਖਾ ਤੇ ਸਭ ਤੋਂ ਵੱਧ ਕੰਮ ਪਤਾ ਕਿਹੜਾ ਹੋ ਰਿਹਾ? ਦੂਜੇ ਨੂੰ ਉਪਦੇਸ਼ ਕਰਨਾ। ਦੇਖਿਓ ਸਾਰੇ ਉਪਦੇਸ਼ਕ ਨੇ ਜੀ। ਹਰ ਬੰਦਾ, ਕੋਈ ਖੇਤ 'ਚ ਖਲੋਤਾ ਉਹ ਕੈਮਰਾ ਲੈ ਖਲੋ ਗਿਆ, ਗੱਡੀ ਚਲਾਉਂਦਾ ਉਹ ਖਲੋ ਗਿਆ, ਹਰ ਬੰਦਾ ਉਪਦੇਸ਼ ਦੇ ਰਿਹਾ ਹੈ। ਸਭ ਤੋਂ ਸੌਖਾ ਤੇ ਸਭ ਤੋਂ ਜ਼ਿਆਦਾ ਉਪਦੇਸ਼ ਦੇ ਰਿਹਾ ਹੈ। ਇੱਕ ਕੰਮ ਸਭ ਤੋਂ ਔਖਾ ਤੇ ਸਭ ਤੋਂ ਘੱਟ ਹੋ ਰਿਹਾ ਹੈ,
ਜੋ ਕੁਝ ਕਿਹਾ ਜਾ ਰਿਹਾ ਉਹਨੂੰ ਕਮਾਇਆ ਨਹੀਂ ਜਾ ਰਿਹਾ। ਫਿਰ ਬੇਨਤੀ, ਕਹਿਣਾ ਸੌਖਾ ਹੈ, ਕਮਾਣਾ ਬੜਾ ਔਖਾ ਹੈ। ਸਤਿਗੁਰੂ ਕਹਿੰਦੇ ਇਸ ਮਾਇਆ ਨੇ ਘਰ ਘਰ ਵਿੱਚ ਦਵੈਸ਼ ਪੈਦਾ ਕੀਤੀ ਹੈ। ਕਿਸ ਹੀ ਵਾਦ ਘਾਟ ਕਿਸ ਹੀ ਪਹਿ, ਕਿਸ ਹੀ ਵਾਦ ਘਾਟ ਕਿਸੀ ਪੈ। ਲੜਾਈ ਕਾਹਦੀ ਹੋ ਗਈ ਜੀ? ਮਹਾਰਾਜ ਕਹਿੰਦੇ ਨੇ ਜਦੋਂ ਜ਼ਮੀਨ ਵੰਡਣ ਲੱਗੇ ਆ, ਕਿਸੇ ਨੂੰ 2 ਮਰਲੇ ਵੱਧ ਆ ਗਏ, ਕਿਸੇ ਨੂੰ ਘੱਟ ਆ ਗਏ, ਕਿਸੇ ਨੂੰ 4 ਪੈਸੇ ਬਾਪ ਨੇ ਵੱਧ ਦੇ ਦਿੱਤੇ, ਕਿਸੇ ਨੂੰ ਘੱਟ ਦੇ ਦਿੱਤੇ। ਕਹਿੰਦੇ ਏਡੀ ਤਾਕਤਵਰ ਹੈ ਕਿ ਬੰਦੇ ਨੇ, ਜਦੋਂ ਆਪਾਂ ਸਾਰਿਆਂ ਜੀ, ਮੈਂ ਇੱਕ ਦਿਨ ਇੱਥੇ ਕਥਾ ਕਰਦਿਆਂ ਕਿਹਾ ਸੀ, ਚਾਹੇ ਕੋਈ ਵੀ ਅਸੀਂ ਬੜੀਆਂ ਵੱਡੀਆਂ ਮੱਲਾਂ ਸੀ, ਏਡੇ ਏਡੇ ਵੱਡੇ ਸੀ ਮਕਾਨ ਬਣਾਈ ਬੈਠੇ ਆ, ਤੇ ਸਾਡੇ ਘਰ ਨੇੜੇ ਸ਼ਮਸ਼ਾਨ ਘਾਟ ਚਾਵਲਾ ਸਾਹਿਬ ਬੈਠੇ ਆ। ਉਹ ਜਦੋਂ ਲੰਘਣਾ, ਮੈਂ ਕਹਿੰਦਾ ਵਾਂ ਵੀ ਆ ਸਾਰੇ ਮਾਡਲ ਟਾਊਨ ਦੀਆਂ ਟੌਪ ਦੀਆਂ ਕੋਠੀਆਂ ਵਾਲੇ, ਜਿਨ੍ਹਾਂ ਦੇਖ ਕੇ ਘਰ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਸਾਡੇ ਕਮਰੇ ਨੇ, ਤੇ ਜਿੱਦਣ ਮਰਨਾ ਹੈ ਨਾ, ਇੱਕ ਛੱਡ ਦੇ ਸਾਲੀ ਸਾਰੀ ਫੂਕੇ ਜਾਂਦੇ ਆ। ਹੈ ਕਮਾਲ ਦੀ ਗੱਲ, ਇੰਨੇ ਵੱਡੇ ਘਰ ਤੇ ਮੰਜੀ ਜਿੰਨੀ ਥਾਂ, ਤੇ ਉਸ ਸ਼ੈੱਡ ਨੂੰ ਪੁੱਛ ਕੇ ਦੇਖੋ ਕਿੰਨੇ ਕੁ ਸੌਂ ਗਏ। ਉਹ ਕਹਿੰਦਾ ਬਸ ਇਹ ਬਸ ਜਿਉਂਦਿਆਂ ਦੇ ਦਾਅਵੇ ਨੇ। ਬਾਬਾ ਕਬੀਰ ਸਾਹਿਬ ਨੇ ਤਾਂ ਸ਼ਬਦ ਵਰਤਿਆ ਸੀ, ਕਬੀਰ ਕੋਠੇ ਮੰਡਪ ਖੇਤ ਕਰ ਕਾਹੇ ਮਰੋ ਸਵਾਰ, ਕਾਰੀ 3.5 ਹੱਥ ਘਣੀ ਤਾਂ 4.25, ਵੱਧ ਤੋਂ ਵੱਧ 3.5 ਥਾਂ, ਤੇ ਜੇ ਜ਼ਿਆਦਾ ਜ਼ੋਰ ਮਾਰੇਗਾ ਤੇ 4.25 ਹੋ ਜਾਏਗੀ, ਇਦੋਂ ਵੱਧ ਕੋਈ ਥਾਂ ਹੈ। ਮਹਾਰਾਜ ਕਹਿੰਦੇ ਨੇ ਇਸ ਮਾਇਆ ਨੇ ਕਿਸੇ ਕੋਲ ਵੱਧ ਆ ਗਈ, ਕਿਸੇ ਕੋਲ ਘੱਟ ਆ ਗਈ, ਕਿਸੇ ਕੋਲ ਮਰਲਾ ਵੱਧ ਗਿਆ, ਕਿਸੇ ਕੋਲ ਘਟ ਗਿਆ। ਇਹ ਜਿੰਨੇ ਪਰਿਵਾਰ ਨੇ, ਇਹ ਕਿਸੇ ਕੋਲ ਘੱਟ ਕਿਸੇ ਕੋਲ ਵੱਧ ਜਦੋਂ ਹੁੰਦੀ ਹੈ, ਫਿਰ ਉੱਥੇ ਅਗਲਾ ਕੰਮ ਕੀ ਕਰਦੀ ਹੈ? ਸਗਲੇ ਲਰ ਲਰ ਮੂਆ। ਫਿਰ ਸਤਿਗੁਰੂ ਅੱਗੇ ਬਚਨ ਕਰ ਰਿਹਾ ਵੀ ਥੋੜੀ 4 ਇੰਚ ਥਾਂ ਘੱਟ ਹੋਵੇ, ਉੱਥੇ ਵੀ ਗੋਲੀ ਚੱਲ ਜਾਂਦੀ, ਬੰਦਾ ਮਰ ਜਾਂਦਾ ਜੀ। ਇੱਕ ਨੱਕੇ ਦੀ ਥਾਂ ਨਾ ਲੈ, ਬੰਦੇ ਕਈ ਨਾਲ ਬੰਦਾ ਵੜ ਦਿੰਦੇ ਆ ਜੀ ਪਿੰਡਾਂ ਵਿੱਚ। ਇੱਥੋਂ ਤੱਕ ਕਿ ਕਣਕ ਗਾਂਦੇ ਹੋਏ ਕਈ ਵਾਰੀ ਤਰੰਗੜੀ ਨਾਲ ਬੰਦੇ ਦਾ ਸੀਨਾ ਪਾੜ ਦਿੰਦੇ ਆ। ਮਹਾਰਾਜ ਕਹਿੰਦੇ ਕਿਸੇ ਕੋਲ ਵੱਧ ਕਿਸੇ ਕੋਲ ਘੱਟ, ਸਾਰੀ ਦੁਨੀਆ ਇਸਨੇ ਆਪਸ ਵਿੱਚ ਲੜਾ ਲੜਾ ਕੇ ਮਰਵਾ ਰਹੀ ਹੈ। ਹਉ ਬਲਿਹਾਰੀ ਸਤਿਗੁਰ ਆਪਨੇ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਆ, ਕਹਿੰਦੇ ਅਸੀਂ ਆਪਣੇ ਸਤਿਗੁਰੂ ਜੀ ਤੋਂ ਕੁਰਬਾਨ ਜਾਣੇ ਆ, ਬਲਿਹਾਰ ਜਾਣੇ ਹਾਂ। ਜਿਨ ਇਹੋ ਚਲਤ ਦਿਖਾਇਆ। ਜਿਸ ਸਤਿਗੁਰੂ ਨੇ ਸਾਨੂੰ ਇਹ ਚਲਤ, ਇਹ ਕੌਤਕ ਦਿਖਾ ਦਿੱਤਾ, ਇਹ ਨਜ਼ਾਰਾ ਸਾਨੂੰ ਦੱਸ ਦਿੱਤਾ ਹੈ। ਬੂਜੀ ਪਾਹੇ ਜਲੈ ਸੰਸਾਰਾ। ਬੂਜੀ ਪਾਹੇ ਜਲੈ ਸੰਸਾਰਾ। ਮਹਾਰਾਜ ਕਹਿੰਦੇ ਆ ਇਹ ਸਤਿਗੁਰਾਂ ਨੇ ਦੱਸਿਆ ਭਾਈ, ਇੱਥੇ ਗੁੱਜੀ ਅੱਗ ਬਲਦੀ ਪਈ ਹੈ। ਗੁੱਜੀ ਪਾਹੇ ਦਾ ਅਰਥ ਹੁੰਦਾ ਜਿਹੜੀ ਨਜ਼ਰ ਨਾ ਆਵੇ ਪਰ ਅੰਦਰੇ ਅੰਦਰ ਬਲਦੀ ਹੋਵੇ। ਇੱਕ ਵੈਸੇ ਬਾਬਾ ਜੀ ਨੇ ਬੜਾ ਪੁਰਾਣਾ ਸ਼ਬਦ ਵਰਤਿਆ, ਫਰੀਦ ਜੀ ਨੇ, ਮਲੀ। ਆ ਜਿਹੜੀ ਮਲੀ ਨਹੀਂ ਸੀ ਹੁੰਦੀ ਆ ਰੂੜੀਆਂ ਉੱਤੇ, ਇਹ ਜਦੋਂ ਰੂੜੀ ਦੀ ਅੱਗ ਲੱਗਦੀ ਹੈ ਬਾਹਰੋਂ ਨਹੀਂ ਜੀ ਦਿਸਦੀ, ਜ਼ਿਆਦਾ ਭਾਂਬੜ ਨਹੀਂ ਮੱਚਦੇ। ਪਿੰਡਾਂ ਵਿੱਚ ਦੇਖੋ ਥੋੜਾ ਥੋੜਾ ਧੂੰ ਜਿਹਾ ਨਿਕਲਦਾ, ਬੰਦਾ ਕਹਿੰਦਾ ਕੋਈ ਗੱਲ ਨਹੀਂ। ਨਹੀਂ ਪਿਆਰਿਓ, ਚੇਤੇ ਰੱਖਿਓ, ਬਾਹਰੋਂ ਧੂੰ ਘੱਟ ਦਿਸਦਾ ਹੈ ਪਰ ਅੰਦਰੋਂ ਅੰਦਰੋਂ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ। ਕਹਿੰਦੇ ਮੇਰੇ ਸਤਿਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ, ਆ ਦੁਨੀਆ ਜਿਹੜੀ ਦੇਖਣਾ ਪਿਆ ਹੈ ਨਾ, ਇਹ ਸਾਰੀ ਗੁੱਜੀ ਅੱਗ ਨਾਲ ਸੜਦੀ ਪਈ ਹੈ। ਇਹਨੂੰ ਬਾਬਾ ਸਾਹਿਬ ਨੇ ਵੀ ਬਚਨ ਕੀਤਾ, ਕਹਿੰਦੇ ਨੇ ਭਾਈ ਕਿਜ ਨਾ ਬੁੱਝੈ ਕਿਜ ਨਾ ਸੁਝੈ। ਫਰੀਦ ਸਾਹਿਬ ਜੀ, ਕੁਝ ਨਾ ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਜੀ ਭਾਏ, ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਪੀ ਦੱਜਾਂ। ਆਏ ਮੇਰੇ ਮਾਲਕਾ ਤੇਰਾ ਸ਼ੁਕਰਾਨਾ, ਤੁਸੀਂ ਕਿਰਪਾ ਕਰ ਦਿੱਤੀ, ਨਹੀਂ ਤੇ ਇਸ ਗੁੱਜੀ ਅੱਗ ਨੇ ਸਾਨੂੰ ਸਾੜ ਦੇਣਾ ਸੀ। ਮਹਾਰਾਜ ਕਹਿੰਦੇ ਸਤਿਗੁਰਾਂ ਨੇ ਸਾਨੂੰ ਕੌਤਕ ਦਿਖਾ ਦਿੱਤਾ ਕਿ ਜਗਤ ਇਸ ਗੁੱਜੀ ਅੱਗ ਵਿੱਚ ਸੜ ਰਿਹਾ ਹੈ। ਭਗਤ ਨਾ ਵਿਆਪੈ ਮਾਇਆ। ਪਰ ਪਰਮਾਤਮਾ ਦੀ ਭਗਤੀ ਕਰਨ ਵਾਲਾ ਪਿਆਰਿਓ, ਉਹਨੂੰ ਮਾਇਆ ਨਹੀਂ ਵਿਆਪਦੀ, ਉਹਦੇ ਉੱਤੇ ਅਸਰ ਨਹੀਂ ਕਰਦੀ। ਤੇ ਕਬੀਰ ਸਾਹਿਬ ਜੈਸਾ ਮਹਾਂਪੁਰਖ, ਉਹਨਾਂ ਤਾਂ ਇੱਕ ਸ਼ਬਦ ਵਰਤਿਆ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ 3 ਲੋਕ ਕੀ ਪਿਆਰੀ। ਜਿਹਨੂੰ 3 ਲੋਕ ਪਿਆਰ ਕਰਦੇ ਆ, ਸੰਤਾਂ ਨੇ ਉਹਦਾ ਨੱਕ ਵੀ ਵੜ ਦਿੱਤਾ ਤੇ ਕੰਨ ਵੀ ਵੜ ਦਿੱਤਾ। ਸ਼ਾਇਦ ਇੱਥੇ ਗੁਰਮੁਖ ਪਿਆਰੇ ਇੱਕ ਦਿਨ ਕਥਾ ਕਰ ਰਹੇ ਸਨ ਨਾ, ਅਰਥਾਂ ਦਾ ਜ਼ਿਕਰ ਕੀਤਾ, ਮੈਂ ਥੋੜੀ ਜੀ ਬੇਨਤੀ ਕਰ ਦੇਣਾ। ਚਲੋ ਕਈ ਕਹਿੰਦੇ ਆ ਇਸਤਰੀ ਰੂਪ ਆਈ, ਉਹਦੇ ਨੱਕ ਕੰਨ ਕੱਟ ਦਿੱਤੇ। ਉਂਝ ਗੁਰਬਾਣੀ ਵਿੱਚ ਇਹ ਮਾਇਆ ਦੀ ਤਸ਼ਬੀਹ ਜਿਹੜੀ ਔਰਤ ਨਾਲ ਵੀ ਦਿੱਤੀ। ਇੱਥੋਂ ਤੱਕ ਕਿਹਾ ਸਤਿਗੁਰਾਂ ਨੇ ਕਿ ਆਮ ਸੁਹਾਗਣ
ਜਿਹਦਾ ਸਿਰ ਤੇ ਪਤੀ ਹੈ ਨਾ ਜੀ, ਪਤੀ ਦੀ ਮੌਤ ਹੋ ਜਾਏ, ਉਹ ਵਿਚਾਰੀ ਕੁਰਲਾਂਦੀ ਰੋਂਦੀ ਹੈ ਤੇ ਬੇਨਤੀ ਕਰਦੀ ਏ, ਮਾਲਕਾ ਮੇਰਾ ਇਹ ਧਰਮ ਅੰਤਲੇ ਸਮੇਂ ਤੱਕ ਨਿਭ ਜਾਏ। ਪਤੀ ਦੀ ਮੌਤ ਹੋਵੇ ਨਾ ਰੋਂਦੀ ਹੈ ਤੇ ਮਹਾਰਾਜ ਕਹਿੰਦੇ ਆਹ ਜਿਹੜੀ ਮਾਇਆ ਔਰਤ ਹੈ ਨਾ, ਇਹ ਬਿਲਕੁਲ ਨਹੀਂ ਰੋਂਦੀ। ਖਸਮ ਦੀ ਮੌਤ ਹੁੰਦੀ ਹੈ, ਕਹਿੰਦੀ ਤਾਂ ਕੀ ਹੋਇਆ ਜੇ ਮਰ ਗਿਆ, ਇਹਨੇ ਮੈਨੂੰ ਥੋੜਾ ਚਿਰ ਸਾਂਭਿਆ, ਇਹਦੇ ਮਰਨ ਦੀ ਦੇਰ ਏ, ਇਹਦੇ ਕਈਆਂ ਰਿਸ਼ਤੇਦਾਰਾਂ ਨੇ ਮੈਨੂੰ ਸਾਂਭਣ ਵਾਸਤੇ ਆ ਜਾਣਾ ਹੈ, ਕਿਉਂਕਿ ਉਹਨੂੰ ਪਰਵਾਹ ਹੀ ਕੋਈ ਨਹੀਂ ਜੀ। ਖਸਮ ਮਰੈ ਤੋਂ ਨਾਰ ਨਾ ਰੋਵੇ, ਉਸ ਰਕਵਾਰੂ ਔਰੋ ਹੋਵੇ। ਕਬੀਰ ਜੀ ਕਹਿੰਦੇ ਮੈਂ ਨੱਕ ਵੜ ਦਿੱਤਾ, ਕੰਨ ਵੜ ਦਿੱਤਾ। ਹੁਣ ਇਹ ਜਿਹੜਾ ਬਚਨ ਹੈ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ, ਇੱਕ ਅਰਜ਼ ਕਰਾਂਗਾ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਅਰਥ ਬੜੇ ਪਿਆਰੇ ਕੀਤੇ, ਮੈਨੂੰ ਚੰਗੇ ਲੱਗੇ ਜੀ। ਉਹ ਕਹਿੰਦੇ ਆ ਕਿ ਬੰਦਾ ਸਿਰਫ ਦੁਨੀਆ ਵਿੱਚ ਦੋ ਹੀ ਅੰਗ ਬਚਾਣੇ ਚਾਹੁੰਦਾ ਹੈ, ਆਪਣਾ ਨੱਕ ਤੇ ਆਪਣਾ ਕੰਨ। ਫਿਰ ਅਰਜ਼ ਸੁਣਿਓ, ਇਹਦਾ ਮਤਲਬ ਬਾਹਰ ਮੁਖੀ ਨਹੀਂ। ਅਸੀਂ ਕੋਈ ਕੰਮ ਕਰਨੇ ਆ, ਜ਼ਿਆਦਾਤਰ ਬੰਦੇ ਲੋਕਾਂ ਦੀ ਰੀਸ ਬਰੀਸੇ ਅੱਡੀਆਂ ਚੁੱਕ ਕੇ ਫਾਹ ਲੈਂਦੇ ਆ ਵੀ ਜੇ ਉਹਨੇ ਆ ਕੰਮ ਕੀਤਾ ਤੇ ਮੈਂ ਕਰਨਾ ਹੈ, ਜੇ ਉਹਨੇ ਇੰਨੇ ਪੈਸੇ ਖਰਚੇ ਨੇ ਅਸੀਂ ਇਸ ਤੋਂ 4 ਗੁਣਾ ਖਰਚਣੇ ਨੇ। ਇਹ ਵਿਆਹਾਂ 'ਚ ਵੀ ਹੁੰਦਾ ਨਾ ਜੀ, ਜੇ ਪਤਾ ਲੱਗ ਜਾਏ ਜੀ ਮੇਰੇ ਪੁਰਾਣੇ ਸ਼ਰੀਕ ਨੇ 2 ਕਰੋੜ ਲਾਇਆ, ਉਹ ਕਹਿੰਦਾ ਸਵਾਦ ਕਾਹਦਾ ਮੈਂ 5 ਕਰੋੜ ਲਾਉਂਗਾ। ਕਹਿੰਦੇ ਬੰਦੇ ਸਿਰਫ ਆਪਣੇ ਖੌਮੇ ਦੇ ਨੱਕ ਨੂੰ ਬਚਾਉਣ ਲਈ, ਜਿਹਦੀ ਕੋਈ ਵੈਲਿਊ ਨਹੀਂ, ਆਪਣੇ ਨੱਕ ਨੂੰ ਬਚਾਉਣ ਲਈ। ਤੇ ਇੱਕ ਗੱਲ ਹੋਰ, ਜਦੋਂ ਖਰਚਾ ਰੱਜ ਕੇ ਕਰਦੇ ਆ, ਫਿਰ ਕੰਨ ਬਚਾਉਣਾ ਚਾਹੁੰਦੇ ਆ, ਫਿਰ ਲੋਕਾਂ ਤੋਂ ਸੁਣਦੇ ਨੇ ਤੁਹਾਡਾ ਕੀ ਖਿਆਲ ਜਿਹੜਾ ਅਸੀਂ ਫੰਕਸ਼ਨ ਕੀਤਾ ਸੀ, ਇਸ ਤਰ੍ਹਾਂ ਹੀ ਕਰਨੇ ਨਾ ਆਪਾਂ ਜੀ। ਤੇ ਸਾਡੇ ਸਮਾਜ ਦਾ ਸੁਭਾਅ ਹੈ ਕਿ ਰਾਤ ਨੂੰ ਖਾਂਦੇ ਆ, ਸਵੇਰੇ ਫੋਨ ਕਰਕੇ ਕਹਿ ਦਿੰਦੇ ਆ ਨਹੀਂ ਨਹੀਂ ਜੋ ਕੋਈ ਤੁਸੀਂ ਕੀਤਾ, ਇੰਨੀ ਜ਼ਿੰਦਗੀ ਵਿੱਚ 50 ਸਾਲ ਹੋ ਗਏ ਬੜੇ ਫੰਕਸ਼ਨ ਅਟੈਂਡ ਕੀਤੇ, ਇਹੋ ਜਿਹਾ ਕੋਈ ਨਹੀਂ ਵੇਖਿਆ। ਉਹ ਇਹੋ ਜਿਹੀ ਫੂਕ ਛਕਾਉਂਦੇ ਨੇ, ਜਿਹੜੇ 4 ਪੈਸੇ ਨੇ ਅਗਲੇ ਵਿਆਹ ਤੇ ਉਹ ਵੀ ਸਾਰੇ ਫੂਕਦੇ। ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਨੱਕ ਤੇ ਕੰਨ ਜੀ ਸੱਚੀ ਹੈ। ਮਹਾਰਾਜ ਨੇ ਕਿਹਾ ਸੀ ਨੱਕ ਵੀ ਵੱਢ ਦਿੱਤਾ, ਕੋਈ ਨੱਕ ਨਬੁਝਾਏ ਨਹੀਂ। ਨਾਕੋ ਕਾਟੀ ਕਾਨੋ ਕਾਟੀ, ਕੋਈ ਸੁਣ ਦੀ ਲੋੜ ਨਹੀਂ, ਕੋਈ ਚੰਗਾ ਕਹਿੰਦਾ ਮੰਦਾ, ਕਾਟ ਕੂਟ ਕੇ ਡਾਰੀ। ਕਹਿੰਦੇ ਇਸ ਕਰਕੇ ਕਰਾਂ ਕਿ ਇਹ ਸੰਤਾਂ ਤੋਂ ਦੂਰ ਹੀ ਰਹਿੰਦੀ ਏ, ਲੋਕਾਂ ਨੂੰ ਪਿਆਰ ਕਰਦੀ ਏ, ਪਰ ਜਦੋਂ ਭਗਤੀ ਕੋਈ ਕਰਦਾ ਉਹਦੇ ਚਰਨਾਂ ਦੀ ਦਾਸੀ ਬਣ ਜਾਂਦੀ। ਮਹਾਰਾਜ ਕਹਿੰਦੇ ਕਾਟ ਕੂਟ ਕੇ ਡਾਰੀ, ਕਉ ਕਬੀਰ ਸੰਤਨ ਕੀ ਬੈਰਨ, 3 ਲੋਕ ਕੀ ਪਿਆਰੀ। ਸਤਿਗੁਰਾਂ ਨੇ ਇੱਥੇ ਬਚਨ ਕੀਤਾ, ਸਾਨੂੰ ਸਤਿਗੁਰਾਂ ਨੇ ਇਹ ਦੱਸ ਦਿੱਤਾ। ਇਹ ਅੱਗ ਜਿਹੜੀ ਹੈ ਇਹ ਫੂਕ ਰਹੀ ਹੈ। ਸੰਤ ਪ੍ਰਸਾਦ ਮਹਾ ਸੁਖ ਪਾਇਆ। ਸਤਿਗੁਰੂ ਕਹਿੰਦੇ ਨੇ ਕਿ ਸਾਧ ਸੰਗਤ ਵਿੱਚ ਜਾ ਕੇ ਸੰਤ ਕਿਰਪਾ ਦੇ ਦੁਆਰਾ ਮਹਾ ਸੁਖ ਮਿਲਿਆ, ਅੰਦਰ ਦਾ ਤੁਰ ਅੰਦਰ ਸੁਖ ਪ੍ਰਾਪਤ ਹੋਇਆ ਹੈ। ਸਗਲੇ ਬੰਧਨ ਕਾਟੇ। ਹੁਣ ਉਸ ਸੰਤ ਪ੍ਰਸਾਦ ਨੇ ਇੰਨੀ ਕਿਰਪਾ ਕੀਤੀ ਗੁਰੂ ਜੀ ਨੇ ਕਿ ਜਿੰਨੇ ਵੀ ਬੰਧਨ ਸਨ ਨਾ, ਉਹ ਸਾਰੇ ਮਾਇਆ ਦੇ ਕੱਟ ਕੇ ਰੱਖ ਦਿੱਤੇ, ਬੰਧਨਾਂ ਤੋਂ ਮੁਕਤ ਕੀਤਾ ਹੈ। ਹਰ ਹਰ ਨਾਮ ਨਾਨਕ ਧਨ ਪਾਇਆ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਬਚਨ ਕਰਦੇ ਆ, ਮਾਇਆ ਅਸੀਂ ਵੀ ਇਕੱਠੀ ਕੀਤੀ, ਧਨ ਅਸਾਂ ਵੀ ਇਕੱਠਾ ਕੀਤਾ। ਕਿਹੜਾ ਧਨ? ਪਰਮੇਸ਼ਵਰ ਦੇ ਨਾਮ ਦਾ ਧਨ। ਮਾਈ ਖਾਟ ਆਇਓ ਘਰ ਪੂਤਾ, ਕਹਿੰਦੇ ਅਸੀਂ ਧਨ ਇਕੱਠਾ ਕਰਕੇ ਆਇਆ ਪ੍ਰਮਾਤਮਾ ਦਾ। ਮਾਈ ਮੈਂ ਧਨ ਪਾਇਓ ਹਰ ਨਾਮ, ਮਰ ਮੇਰੋ ਧਾਵਨ ਤੇ ਛੋਟਿਓ ਕਰ ਬੈਠੋ ਵਿਸ਼ਰਾਮ। ਸਤਿਗੁਰੂ ਕਹਿ ਰਹੇ ਨੇ ਕਿ ਅਸੀਂ ਉਹ ਪ੍ਰਮਾਤਮਾ ਦਾ ਨਾਮ ਧਨ ਇਕੱਤਰ ਕੀਤਾ ਹੈ। ਆਪਣੇ ਘਰ ਲੈ ਆਇਆ ਖਾਟੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਨਾਮ ਧਨ ਨੂੰ ਜੋ ਸਤਿਗੁਰਾਂ ਨੇ ਦਿੱਤਾ, ਅਸੀਂ ਆਪਣੇ ਘਰ ਦੇ ਵਿੱਚ ਖੱਟੀ ਕਰਕੇ ਆ ਗਏ ਹਾਂ। ਜਿਸ ਧਨ ਨੂੰ ਸੰਸਾਰ ਦੀ ਕੋਈ ਤਾਕਤ ਨਹੀਂ ਖੋ ਸਕਦੀ, ਉਹ ਹੈ ਪ੍ਰਮਾਤਮਾ ਦੇ ਭਜਨ ਦਾ ਧਨ। ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਬਸ ਆ ਜਿਹੜਾ ਧਨ ਹੈ ਨਾ ਕਿ ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ ਸੋ ਦੇਖੈ ਪਤਿਆਏ। ਜਿਹਨੂੰ ਬਾਬਾ ਜੀ ਕਹਿੰਦੇ ਸੰਸਾਰ ਦੀ ਮਾਇਆ ਵੈਸੇ ਹੈ, ਪ੍ਰਮਾਤਮਾ ਨੇ ਗੋਲੀ ਪਾਈ ਜੀ ਸਭ ਨੂੰ। ਆਪਾਂ ਤਾਂ ਸਿਰਫ ਬੇਨਤੀ ਕਰ ਸਕਦੇ ਹਾਂ, ਪੈਦਾ ਤਾਂ ਤੁਸੀਂ ਕੀਤੀ ਹੈ ਨਾ। ਮਹਾਰਾਜ ਜੀ ਦੇ ਬਚਨ ਨੇ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ। ਆ ਕਹਿੰਦਾ ਭੀਮ ਦੀ ਗੋਲੀ, ਮਹਾਰਾਜ ਨੇ ਸ਼ਬਦ ਵਰਤਿਆ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ, ਮੱਤੀ ਮਰਨ ਵਿਸਾਰਿਆ
ਖੁਸ਼ੀ ਕੀਤੀ ਦਿਨ ਚਾਰ। ਪਰਮਾਤਮਾ ਤੁਸੀਂ ਆ ਮਾਇਆ ਦੀ ਗੋਲੀਆਂ ਵਟੀਆਂ ਨੇ, ਆ ਜਿਹੜੇ ਗੋਲੀਆਂ ਮਾਇਆ ਦੀਆਂ ਵਟੀਆਂ ਨੇ, ਇਹ ਜੰਮਦੇ ਦੇ ਮੂੰਹ ਚ ਪਾ ਦਿੱਤੀ। ਅਮਲ ਗਲੋਲਾ ਕੂੜਕਾ ਝੂਠ ਦਾ ਮਾਇਆ ਦਾ, ਜਿਹੜਾ 4 ਦਿਨ ਨੂੰ ਚਲੇ ਜਾਣੇ। ਦਿੱਤਾ ਦੇਵਨਹਾਰ ਮੱਤੀ, ਇਹਦੇ ਵਿੱਚ ਮਸਤ ਹੋ ਗਿਆ, ਇਸ ਨਸ਼ੇ ਦੇ ਵਿੱਚ ਮਰਨ ਵਿਸਾਰਿਆ, ਇਹਨੂੰ ਮੌਤ ਭੁੱਲ ਗਈ। ਮਾਇਆ ਦੇ ਨਸ਼ੇ ਚੂਰਖ ਹੈ, ਖੁਸ਼ੀ ਕੀਤੀ ਦਿਨ ਚਾਰ। 4 ਦਿਨ ਦੀ ਇਹਦੀ ਸਾਰੀ ਖੇਡ ਹੈ। ਅੱਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਿਉਂਕਿ ਮੈਂ ਆਪ ਜੀ ਨੂੰ ਆਰੰਭ ਚ ਕਿਹਾ ਸੀ ਜੀ, ਸ਼ਬਦ ਦੀ ਵਿਚਾਰ ਕਰਨੀ ਅਤ ਲਾਜ਼ਮੀ ਹੈ, ਕਿਉਂਕਿ ਇਹ ਹਰ ਗੁਰਦੁਆਰੇ ਵਿੱਚ ਚਾਹੀਦਾ। ਇਹ ਜੀ ਮੈਂ ਬੇਨਤੀ ਕਰ ਰਿਹਾ ਕਿ ਇਹਨੂੰ ਹੰਕਾਰ 'ਚ ਨਹੀਂ ਲਿਜਾਣਾ ਜੀ, ਵੀ ਦੇਖੋ ਜੀ ਜੇ ਤੁਸੀਂ ਕਰਦੇ ਹੋ ਤੇ ਉਪਦੇਸ਼ ਨਹੀਂ। ਮੇਰੀ ਬੇਨਤੀ ਹੈ ਸ਼ਬਦ ਦੀ ਵਿਚਾਰ ਹੀ ਰਹਿਣ ਦਿਓ। ਇਹਨੂੰ ਮਸਲਿਆਂ 'ਚ ਖੱਬੇ ਸੱਜੇ ਮਤ ਖਿੱਚੋ, ਇਹਨੂੰ ਝੂਠੀਆਂ ਖੁਸ਼ਾਮਦਾਂ ਵਿੱਚ ਤੇ ਕਿਸੇ ਦੀ ਨਿੰਦਿਆ ਤੇ ਮਤ ਖਿੱਚੀਏ। ਸਭ ਤੋਂ ਵੱਧ ਗੁਰੂ ਸ਼ਬਦ ਵਿਚਾਰ ਵੱਲ ਧਿਆਨ ਦਈਏ, ਜੋ ਹੁਕਮਨਾਮਾ ਹੁੰਦਾ ਹੈ। ਅੱਜ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੇਰੇ ਸਾਹਿਬ ਜੀ ਦਾ ਆਗਮਨ ਗੁਰਪੁਰਬ ਹੈ। ਉਂਝ ਤਾਂ ਸਾਰੇ ਹਰਮੰਦਰ ਸਾਹਿਬ ਦੇ ਅੰਦਰ 12 ਮਹੀਨੇ 8 ਪਹਿਰ ਜਦੋਂ ਕੀਰਤਨ ਹੁੰਦਾ ਹੈ, ਕੋਈ ਦਿਨ ਐਸਾ ਹੈ ਜੀ ਜਿੱਦਨ ਗੁਰੂ ਰਾਮਦਾਸ ਦੀਆਂ ਸਿਫਤਾਂ ਦੇ ਗੀਤ ਨਹੀਂ ਗਾਏ ਜਾਂਦੇ। ਸਾਰੇ ਸਿੱਖ ਗਾਉਂਦੇ ਆ, ਪਰ ਉਹ ਧਰਤੀ ਸਾਡੇ ਤੋਂ ਬਿਲਕੁਲ ਨੇੜੇ ਹੈ, ਕੋਈ ਜ਼ਿਆਦਾ ਦੂਰ ਨਹੀਂ। ਜੇ ਕਿਤੇ ਇਹ ਹੱਦ ਸਰਹੱਦ ਨਾ ਹੁੰਦੀ ਜਿਹੜੀ ਬੰਦੇ ਦੀ ਕੌਮੇ ਨੇ ਪੈਦਾ ਕਰ ਦਿੱਤੀ, ਤੇ ਇੱਥੋਂ ਦੀ ਸੰਗਤ ਨੇ ਟੁਰ ਕੇ ਲਾਹੌਰ ਚੂਨਾ ਮੰਡੀ ਪਹੁੰਚ ਜਾਣਾ ਕਰਨਾ ਸੀ। ਉਹ ਧਰਤੀ ਸਨ 1534 ਨੂੰ ਲਾਹੌਰ ਦੀ ਧਰਤੀ ਚੂਨਾ ਮੰਡੀ ਵਿਖੇ ਸੋਢੀਆਂ ਦੇ ਪਰਿਵਾਰ ਰਹਿੰਦੇ ਨੇ ਜੀ। ਉੱਥੇ ਬਹੁਤ ਹੀ ਇੱਕ ਪਵਿੱਤਰ ਰੂਹ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲੀ, ਬਹੁਤ ਵੱਡੇ ਭਾਗਾਂ ਵਾਲੀ, ਮੈਂ ਚਲੋ ਇਹ ਲਫ਼ਜ਼ ਵਰਤਣ ਲੱਗਾ, ਇਤਿਹਾਸ ਤਾਂ ਨਹੀਂ ਇਹ ਕਹੇਗਾ, ਮੈਂ ਕਿਉਂ ਲਫ਼ਜ਼ ਵਰਤ ਰਿਹਾ, ਵੱਡੇ ਭਾਗਾਂ ਵਾਲੀ ਰੂਹ, ਧਰਮੀ ਧਰਮਾਤਮਾ ਪੁਰਸ਼, ਉਹਨਾਂ ਦਾ ਨਾਮ ਬਾਬਾ ਹਰਦਾਸ ਜੀ ਹੈ। ਬਾਬਾ ਹਰਦਾਸ ਜੀ ਸੋਢੀ। ਕਿਉਂ ਮੈਂ ਸ਼ਬਦ ਵਰਤੇ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਤਿਗੁਰੂ ਗੁਰੂ ਰਾਮਦਾਸ ਹੀ ਬਖਸ਼ਿਸ਼ ਕਰਦੇ ਆ। ਕਹਿੰਦੇ ਨੇ ਭਾਈ, ਜਿਸ ਧਰਤੀ ਤੇ ਗੁਰੂ ਜੀ ਦਾ ਅਵਤਾਰ ਹੋਵੇ, ਆਗਮਨ ਹੋਵੇ, ਜਿਹੜੇ ਜੀਵ ਉਹਨਾਂ ਦੇ ਦਰਸ਼ਨ ਕਰਨ, ਜਿਹੜੇ ਉਹਨਾਂ ਦੇ ਮਾਤਾ ਜੀ ਹੋਣ, ਜਿਹੜੇ ਉਹਨਾਂ ਦੇ ਪਿਤਾ ਜੀ ਹੋਣ, ਜਿਹੜੀ ਉਹਨਾਂ ਦੀ ਕੁਲ ਹੋਵੇ, ਉਹ ਸਾਰੀ ਭਾਗਾਂ ਵਾਲੀ ਤੇ ਧੰਤਾ ਯੋਗ ਹੈ। ਕਿਉਂਕਿ ਗੁਰੂ ਰਾਮਦਾਸ ਵਰਗੇ ਸਤਿਗੁਰੂ ਦੀਨ ਦੁਨੀ ਦੇ ਪਾਤਸ਼ਾਹ, ਜਿਸ ਮਾਂ ਦੀ ਕੁੱਖ ਤੋਂ ਜਨਮ ਲਿਆ, ਉਹਦੇ ਭਾਗ ਕਿੰਨੇ ਕੁ ਵੱਡੇ ਨੇ। ਜਿਸ ਪਿਤਾ ਜੀ ਦੇ ਗ੍ਰਹਿ ਵਿਖੇ ਧੰਨ ਗੁਰੂ ਰਾਮਦਾਸ ਜੀ ਆਏ, ਉਸ ਪਿਤਾ ਦੇ ਭਾਗ ਕਿੰਨੇ ਕੁ ਵੱਡੇ ਨੇ। ਇਸੇ ਕਰਕੇ ਸਤਿਗੁਰਾਂ ਦਾ ਬਚਨ ਹੈ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ। ਫਿਰ ਬੇਨਤੀ ਸੁਣਿਓ, ਧੰਨ ਧੰਨ ਪਿਤਾ, ਧੰਨ ਧੰਨ ਬਾਬਾ ਹਰਦਾਸ ਜੀ ਮਹਾਰਾਜ, ਧੰਨ ਧੰਨ ਕੁਲ। ਸੋਢੀ ਸ੍ਰਿਜ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਿਡਾਈ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਧੰਨ ਧੰਨ ਮਾਤਾ ਦਇਆ ਕੌਰ ਜੀ। ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਪਿਤਾ ਜੀ ਧੰਨ, ਮਾਤਾ ਜੀ ਧੰਨ, ਕੁਲ ਧੰਨ, ਜਿਸ ਮਾਂ ਨੇ ਜਨਮ ਦਿੱਤਾ ਉਹ ਧੰਨ। ਧੰਨ ਧੰਨ ਗੁਰੂ, ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਮੈਂ ਅਕਸਰ ਕਹਿਣਾ ਹੁੰਦਾ, ਇਹ ਕਿਸੇ ਵੀ ਸਤਿਗੁਰੂ ਸਾਹਿਬਾਨ ਦਾ ਪੁਰਬ ਹੋਵੇ ਨਾ, ਇਹ ਹਰ ਥਾਂ ਤੇ ਸ਼ਬਦ ਟੁਕੇਗਾ, ਇਹਦੇ ਵਿੱਚ ਪੂਰਾ ਇਤਿਹਾਸ ਆ ਜਾਂਦਾ ਹੈ। ਸਤ ਧਰਤੀ ਪਈ ਹਰਿਆਵਲੀ, ਪਿਛਲੇ ਸਾਲਾਂ ਵਿੱਚ ਕਿਹਾ, ਇਸ ਧਰਤੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇਸ ਸ਼ਹਿਰ ਦਾ ਜ਼ਿਕਰ 2 ਵਾਰੀ ਗੁਰੂ ਗ੍ਰੰਥ ਸਾਹਿਬ ਚ ਆਇਆ, ਜੇ ਮੈਂ ਭੁੱਲਾਂ ਨਾ ਤਾਂ। ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ। ਇਸ ਸ਼ਬਦ ਦੀ ਉਥਾਨਕਾ ਵਿੱਚ 2 ਵਿਚਾਰ ਨੇ ਜੀ, ਕਿਉਂਕਿ ਅਰਥ ਕਰਦੇ ਆ। ਇੱਕ ਗੁਰਮੁਖ ਸੱਜਣ ਇਹ ਅਰਥ ਕਰਦੇ ਆ ਜੀ, ਬਾਬਰ ਦਾ ਹਮਲਾ ਹੋਇਆ, ਉੱਥੇ ਕਹਿਰ ਵਰਤਿਆ, ਉਦੋਂ ਸਤਿਗੁਰਾਂ ਨੇ ਸ਼ਬਦ ਕਿਹਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਸਾਡੇ ਅਧਿਉਨਕ ਵਿਦਵਾਨ ਕਰਦੇ ਆ ਜੀ ਕਿ ਅੰਮ੍ਰਿਤ ਵੇਲਾ ਸਵਾ ਪੈਰ ਰਾਤ ਰਹਿੰਦਿਆਂ ਪਰਮਾਤਮਾ ਦੀ ਇਬਾਦਤ ਦਾ ਸਮਾਂ ਹੈ,
ਤੇ ਜੀਵ ਦਾ ਜੀਵ ਘਾਤ ਕੀਤਾ ਜਾਂਦਾ ਹੈ। ਸਿਰਫ ਆਪਣੇ ਜੀਵ ਦੀ ਸਵਾਦ ਲਈ ਕਿਹਾ ਜਾਂਦਾ, ਸਵਾ ਪੈਰ ਰਾਤ ਰਹਿੰਦਿਆਂ ਤਾਂ ਬੰਦਗੀ ਕੀਤੀ ਜਾਂਦੀ ਹੈ, ਇੱਥੇ ਜ਼ਹਿਰ ਘੁਲਦਾ ਪਿਆ ਹੈ। ਫਿਰ ਅਰਜ਼ ਸੁਣਿਓ, ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਹੁਣ ਉਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਦਾ ਜ਼ਿਕਰ ਕੀਤਾ। ਇਸ ਸ਼ਹਿਰ ਦਾ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ, ਫਿਰ ਧੰਨ ਗੁਰੂ ਅਮਰਦਾਸ ਪਿਤਾ ਜੀ ਬਚਨ ਕਰਦੇ ਆ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਪੂਰਾ ਸ਼ਬਦ ਇਹੀ ਹੈ ਨਾ ਜੀ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇੱਥੇ ਗੁਰਮੁਖ ਇਹ ਅਰਥ ਕਰਦੇ ਆ ਜੀ ਕਿ ਗੁਰੂ ਅਮਰਦਾਸ ਜੀ ਨੇ ਕਿਹਾ ਲਾਹੌਰ ਸ਼ਹਿਰ ਸੀ ਬਸ, ਪਰ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਆਗਮਨ ਦੇ ਨਾਲ ਇਹ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ ਹੈ। ਪਰ ਮੇਰੀ ਇੱਕ ਬੇਨਤੀ ਹੈ, ਅਰਥ ਨੂੰ ਤੁਸੀਂ ਬੰਨ ਨਹੀਂ ਸਕਦੇ। ਇਹ ਜੇ ਕਹੀ ਜੀ ਅਰਥ, ਮੈਨੂੰ ਇੰਝ ਲੱਗਦਾ ਸਤਿਗੁਰਾਂ ਦੀ ਧਰਤੀ ਜਨਮ ਭੂਮੀ ਲਾਹੌਰ ਹੈ, ਪਰ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇਹ ਥਾਂ ਦੀ ਮੋੜੀ ਗੱਡਣ ਵਾਸਤੇ ਕਿਹਾ। ਆ 4 ਪਿੰਡਾਂ ਦਾ ਜ਼ਿਕਰ ਕੀਤਾ ਜਿੱਥੇ ਆਪਾਂ ਅੱਜ ਦਰਬਾਰ ਸਾਹਿਬ ਮੱਥਾ ਟੇਕਨੇ ਆ। ਮੈਨੂੰ ਇੰਝ ਪ੍ਰਤੀਤ ਹੁੰਦਾ ਹਜ਼ੂਰ ਨੇ ਫਰਮਾਇਆ ਕਿ ਲਾਹੌਰ ਸਿਰਫ ਸ਼ਹਿਰ ਹੈ, ਸ਼ਹਿਰ ਹੀ ਰਹੇਗਾ, ਪਰ ਜਿਸ ਥਾਂ ਤੇ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ ਆਪਣਾ ਟੱਪ ਲਾ ਦਿੱਤਾ ਹੈ, ਇਹ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਜਾਏ। ਇਹ ਅੰਮ੍ਰਿਤਸਰ ਤੇ ਸੱਚ ਹੈ, ਭਾਵੇਂ ਸ਼੍ਰੀ ਅੰਮ੍ਰਿਤਸਰ ਸ਼ਹਿਰ ਦਾ ਬਹੁਤ ਵਾਧਾ ਹੋ ਚੁੱਕਾ ਹੈ, ਪਰ ਮੈਂ ਫਿਰ ਵੀ ਅਰਜ਼ ਕਰਾਂਗਾ, ਅੰਮ੍ਰਿਤਸਰ ਸ਼ਬਦ ਸਿਰਫ ਹੀ ਇਸ ਸਰੋਵਰ ਨਾਲ ਸੰਬੰਧਿਤ ਹੈ। ਆ 5 ਸਰੋਵਰ ਨੇ ਜੀ ਇਸ ਸਾਡੇ ਸ਼ਹਿਰ ਦੇ ਵਿੱਚ। ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਨੇੜੇ ਨੇੜੇ। ਚਲੋ ਇਹ ਵੱਖਰਾ ਕਿਸੇ ਦਿਨ ਵਿਸ਼ਾ ਆਵੇਗਾ ਜੀ। ਇਹ ਸਰੋਵਰ ਇਸ ਕਰਕੇ ਸਨ ਜੀ, ਜਲ ਦੀ ਬੜੀ ਘਾਟ ਸੀ। ਮਾਝੇ 'ਚ ਤਾਂ ਜਲ ਦੀ ਘਾਟ ਹੀ ਨਹੀਂ ਸੀ, ਇਹ ਤਾਂ ਪਾਣੀ ਉੱਤੇ ਸੀ ਜੀ, ਖੂਹ ਲੱਗਦੇ ਸਨ। ਨਹੀਂ ਪਿਆਰਿਓ, ਰੂਹਾਨੀ ਗੱਲਾਂ ਨੂੰ ਐਵੇਂ ਦੁਨਿਆਵੀ ਗੱਲਾਂ 'ਚ ਉਲਝਾਈਏ ਨਾ। ਮਹਾਰਾਜ ਜੀ ਨੇ ਸੰਤੋਖ ਸਰ ਦਾ ਟੱਪ ਲਾਇਆ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਨੇ, ਪਰ ਉਹ ਮੁਕੰਮਲ ਨਹੀਂ ਕੀਤਾ। ਮੁਕੰਮਲ ਕੀਤਾ ਸਤਿਗੁਰਾਂ ਨੇ ਅੰਮ੍ਰਿਤ ਸਰੋਵਰ, ਜਿਹਦੇ ਬਾਰੇ ਭਾਈ ਸਾਹਿਬ ਨੇ ਇਹ ਸ਼ਬਦ ਵਰਤੇ ਕਿ ਇਹਦਾ ਮਤਲਬ ਉਦੋਂ ਭਾਵਾਂ ਇਸ ਸ਼ਹਿਰ ਦਾ ਨਾਮ ਗੁਰੂ ਕਾ ਚੱਕ, ਚੱਕ ਗੁਰੂ ਕਾ ਸੁਦਾ ਸਰ, ਇਹ ਸ਼ਬਦ ਵਰਤੀਂਦੇ ਰਹੇ ਆ, ਪਰ ਭਾਈ ਸਾਹਿਬ ਨੇ ਲਫ਼ਜ਼ ਜਿਹੜਾ ਵਰਤਿਆ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਉਹਨਾਂ ਨੇ ਅੰਮ੍ਰਿਤ ਸਰ ਸ਼ਬਦ ਵਰਤਿਆ ਹੈ, ਤੇ ਕਹਿਣਾ ਵੀ ਚਾਹੀਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ। ਮੇਰੀ ਫਿਰ ਬੇਨਤੀ ਹੈ ਗੁਰਸਿੱਖੋ, ਇਹ ਤੁਹਾਡੇ ਕਿਸਮਤ 'ਚ ਆਇਆ ਹੈ ਕਿ ਆਪਣੇ ਸਤਿਗੁਰਾਂ ਦੇ ਅਸਥਾਨਾਂ ਦੇ ਨਾਮ ਵੀ ਆਪਾਂ ਅਦਬ ਨਾਲ ਲਈਏ। ਹੁਣ ਚਲੋ ਸਾਡੇ ਅਸੀਂ ਪਿੰਡੂ ਅੰਮ੍ਰਿਤਸਰ ਹੀ ਕਹਿ ਦਿੰਦੇ ਹਾਂ, ਹਾਂਜੀ ਅੰਮ੍ਰਿਤਸਰ। ਮੇਰੀ ਬੇਨਤੀ ਹੈ, ਲਾਹੌਰ ਸ਼ਹਿਰ ਸੀ ਕੇਵਲ, ਅੰਮ੍ਰਿਤਸਰ ਸਿਫਤੀ ਦਾ ਘਰ ਹੈ। ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਜ਼ਿਕਰ ਕੱਲ ਮੈਂ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ 'ਚ ਆਇਆ। ਭੱਟ ਸਾਹਿਬਾਨਾਂ ਨੇ ਵਰਤਿਆ, ਕਵ ਕਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਕੱਲ ਦੀ ਵਿਆਖਿਆ ਕੀਤੀ ਸੀ। ਪਰ ਮਾਤਾ ਜੀ ਜੋ ਸਾਡੇ ਕੋਲ ਇਤਿਹਾਸਕ ਤੱਥ ਨੇ, ਮਾਤਾ ਦਇਆ ਕੌਰ ਜੀ ਹਜ਼ੂਰ 2 ਸਾਲ ਦੀ ਆਰਬਲਾ ਕਹਿੰਦੇ ਨੇ ਇਤਿਹਾਸਕਾਰ। ਹਾਲਾਂਕਿ ਕਈਆਂ ਨੇ ਇੱਕ ਭਰਾ ਤੇ ਇੱਕ ਭੈਣ ਦਾ ਜ਼ਿਕਰ ਵੀ ਕੀਤਾ, ਬੰਸਾਵਲੀ ਨਾਮੇ ਨੇ ਕੀਤਾ ਜੀ। ਕਈ ਵਾਰੀ ਸੰਗਤ ਸੁਣਦੇ ਆ ਪੁੱਛਦੀ, ਪਰ ਜ਼ਿਆਦਾਤਰ ਅਸੀਂ ਗੁਰੂ ਰਾਮਦਾਸ ਜੀ ਬਾਰੇ ਪੜ੍ਹਦੇ ਹਾਂ ਕਿ 2 ਸਾਲ ਦੀ ਉਮਰ ਹੈ ਮੇਰੇ ਸਤਿਗੁਰਾਂ ਦੀ, ਤੇ ਮਾਤਾ ਦਇਆ ਕੌਰ ਜੀ ਸੰਸਾਰ ਤੋਂ ਕੂਚ ਕਰ ਗਏ, ਚਲਾਣਾ ਕਰ ਗਏ। ਮੈਂ ਫਿਰ ਸੋਚਣਾ, ਇਹਨੂੰ ਭਾਵੁਕਤਾ ਨਾਲ ਵੀ ਵੇਖਣਾ ਚਾਹੀਦਾ ਹੈ ਕਿ ਮਾਂ ਧੰਤਾ ਯੋਗ ਹੈ, ਪਰ ਉਹਨਾਂ ਸਮਾਂ ਕਰਤਾਰ ਨੇ ਨਹੀਂ ਦਿੱਤਾ ਕਿ ਪੁੱਤਰ ਦੇ ਸੀਸ ਉੱਤੇ ਝੁਲਦਾ ਹੋਇਆ ਨਿਰੰਜਨੀ ਛੱਤ ਮਾਂ ਦੇਖ ਸਕੇ। ਸਮਾਂ ਹੀ ਇੰਨਾ ਕੋ ਪ੍ਰਮਾਤਮਾ ਨੇ ਦਿੱਤਾ ਜੀ। ਉਹ ਕੁੱਖ ਹੀ ਇੰਨੇ ਸਮੇਂ ਲਈ ਸੀ। 2 ਸਾਲ ਦੀ ਆਰਬਲਾ, ਮਾਤਾ ਜੀ ਅਕਾਲ ਚਲਾਣਾ ਕਰ ਗਏ। ਪਿਤਾ ਜੀ ਨੇ ਪਰਵਰਿਸ਼ ਸ਼ੁਰੂ ਕੀਤੀ, ਬਾਬਾ ਹਰਦਾਸ ਜੀ ਨੇ 7 ਸਾਲ ਤੱਕ ਪਿਤਾ ਦੇ ਸਾਏ ਥੱਲੇ ਗੁਰੂ ਰਾਮਦਾਸ, ਭਾਵੇਂ ਮੈਨੂੰ ਪਤਾ ਹੈ ਸਾਡੇ ਸ਼ਬਦ ਮਹਿਮਾ ਪ੍ਰਕਾਸ਼ ਵਿੱਚ ਵੀ ਜੇਠਾ ਵਰਤਿਆ ਹੈ ਜੀ, ਪਰ ਮੇਰਾ ਫਿਰ ਵੀ ਮਨ ਕਹਿੰਦਾ ਹੈ ਅਸੀਂ ਗੁਰੂ ਰਾਮਦਾਸ ਹੀ ਕਹੀਏ ਤੇ ਚੰਗਾ ਲੱਗਦਾ, ਸੋਹਣਾ ਲੱਗਦਾ ਸ਼ਬਦ ਜੀ। ਪਰਿਵਾਰ 'ਚੋਂ ਜੇਠਾ ਵਰਦਾ ਹੋਵੇ, ਪਰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਜੇਠਾ ਸ਼ਬਦ ਨਹੀਂ ਆਇਆ। ਹਾਂ ਦੇਖੋ, ਭਾਈ ਲਹਿਣਾ ਜੀ ਦਾ ਨਾਮ ਆਇਆ, ਗੁਰੂ ਅੰਗਦ ਸਾਹਿਬ ਵੀ ਆਇਆ ਤੇ ਲਹਿਣਾ ਸ਼ਬਦ ਵੀ ਆਇਆ। ਸਤਿਗੁਰੂ ਜੀ ਦਾ ਬਚਨ ਹੈ, ਲਹਿਣੇ ਪਾਈ ਨਾਨਕੋ ਭਾਈ ਗੁਰਦਾਸ ਸਾਹਿਬ ਦੇਣੀ ਅਮਰਦਾਸ ਕਰ ਆਈ।
ਰਬਾਬੀ ਸਾਹਿਬ ਕਹਿੰਦੇ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋ ਹੀ ਖੱਟੀਏ। ਪਰ 60 ਸਵਈਏ ਨੇ ਗੁਰੂ ਰਾਮਦਾਸ ਦੀ ਸਿਫਤ ਵਿੱਚ, ਮੈਂ ਭੁੱਲਾਂ ਨਾ ਜੇਠਾ ਸ਼ਬਦ ਨਹੀਂ ਵਰਤਿਆ। ਗੁਰੂ ਅਰਜੁਨ ਦੇਵ ਜੀ ਦੇ ਸਵਈਆਂ ਵਿੱਚ ਪਿਤਾ ਗੁਰਦੇਵ ਦਾ ਜ਼ਿਕਰ ਹੈ, ਪਰ ਰਾਮਦਾਸ ਸ਼ਬਦ ਹੀ ਆਇਆ ਹੈ। ਮੈਂ ਅਰਜ਼ ਕਰਾਂ 7 ਸਾਲ ਦੀ ਉਮਰ ਅਸੀਂ ਹਰ ਸਾਲ ਇਹ ਵਾਚਨੇ ਹਾਂ, ਪਿਤਾ ਬਾਬਾ ਹਰਦਾਸ ਜੀ ਅਕਾਲ ਚਲਾਣਾ ਕਰ ਗਏ। 7 ਸਾਲ ਦੀ ਆਰਬਲਾ ਵਿੱਚ ਸੋਢੀਆਂ ਦਾ ਘਰ ਹੈ। ਸੰਸਕਾਰ ਵੇਲੇ ਤਾਂ ਲੋਕ ਇਕੱਠੇ ਹੋਏ, ਬਰਾਦਰੀ ਇਕੱਠੀ ਹੋਈ, ਸੋਢੀ ਇਕੱਠੇ ਹੋਏ, ਨਾਨਕਾ ਪਰਿਵਾਰ ਗਿਆ। ਪਰ ਸਮਾਂ ਲੰਘਿਆ, ਘਰ ਦੇ ਵਿੱਚ ਇੰਨੀ ਅਮੀਰੀ ਨਹੀਂ ਸੀ, ਘਰ ਦੇ ਵਿੱਚ ਦੌਲਤ ਨਹੀਂ ਸੀ। ਬਜ਼ੁਰਗ ਨਾਨੀ ਸੀ ਬਾਸਰ ਕੇ, ਕਿਉਂਕਿ ਉਹ ਆਪਣੇ ਦੋਤੇ ਕੋਲ ਜਾ ਪਹੁੰਚੀ। ਉਸਨੇ ਦੇਖਿਆ ਕੰਮ ਕੋਈ ਚੱਲ ਨਹੀਂ ਰਿਹਾ, ਤੇ ਇਹ ਸਾਰੇ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਜੀ ਕਿ ਗੁਰੂ ਰਾਮਦਾਸ ਜੀ ਨੂੰ ਨਾਨੀ ਨੇ ਇੱਕ ਰਾਤ ਕਿਹਾ, ਪੁੱਤਰ ਮੈਂ ਵਡੇਰੀ ਹਾਂ, ਮਾਂ ਬਾਪ ਤੇਰੇ ਚਲੇ ਗਿਆ, ਆਪਾਂ ਕਿਰਤ ਰੋਜੀ ਦਾ ਵੇਖੋ। ਸਤਿਗੁਰੂ ਜੀ ਨੇ ਘੁੰਗਣੀਆਂ ਵੇਚੀਆਂ ਪਰ ਕਿਸੇ ਅੱਗੇ ਹੱਥ ਨਹੀਂ ਅੱਡਿਆ। ਮਾਤਾ ਜੀ ਨੇ ਕਿਹਾ ਪੁੱਤਰ ਕੋਈ ਕਿਰਤ। ਨਾਨੀ ਦੋਤੇ ਨੇ ਸਲਾਹ ਕੀਤੀ ਕਿ ਚੰਗਾ ਹੋਵੇ ਛੋਲੇ ਮਾਂ ਤੂੰ ਉਬਾਲ ਦਿਆ ਕਰ ਨਾਨੀ ਜੀ, ਤੇ ਮੈਂ ਆਪਣੇ ਸਿਰ ਤੇ ਟੋਕਰੀ ਰੱਖ ਕੇ ਲਾਹੌਰ ਦੀਆਂ ਗਲੀਆਂ ਵਿੱਚ ਹੋਕਾ ਦਿਆਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ 7 ਸਾਲ ਦੀ ਉਮਰ ਜੀ, ਤੁਸੀਂ ਸਾਰੇ ਬੈਠੇ ਹੋ, ਇਹ ਦੀਨ ਦੁਨੀ ਦੇ ਪਾਤਸ਼ਾਹ ਦਾ ਦਰ ਹੈ। ਸੋਢੀ ਸੁਲਤਾਨ ਪਾਤਸ਼ਾਹ ਜਦੋਂ ਉਸ ਸਮੇਂ ਨੂੰ, ਤੇ ਮੇਰਾ ਖਿਆਲ ਹੈ ਇਸ ਇਤਿਹਾਸ ਨੂੰ ਪੜ੍ਹ ਕੇ ਇੱਕ ਗੱਲ ਤੇ ਭਰੋਸੇ ਨਾਲ ਆਪਾਂ ਇੱਥੇ ਮੱਥਾ ਟੇਕੀਏ ਕਿ ਜਿਸ ਦਾ ਦੁਨੀਆ ਵਿੱਚ ਕੋਈ ਵੀ ਰਿਸ਼ਤੇਦਾਰ ਨਾ ਹੋਵੇ, ਗੁਰੂ ਰਾਮਦਾਸ ਕਹਿੰਦੇ ਤੂੰ ਮੇਰੇ ਕੋਲ ਆ ਜੀ, ਮੈਂ ਤੈਨੂੰ ਆਪਣੀ ਗੱਲ ਨਾਲ ਲਾ ਲਵਾਂਗਾ, ਕਿਉਂਕਿ ਉਹ ਸਭ ਕੁਝ ਦੇਖਿਆ ਹਜ਼ੂਰ ਨੇ। 7 ਸਾਲ ਦੀ ਉਮਰ 'ਚ ਸਾਡੇ ਇੱਕ ਵਿਦਵਾਨ ਕਹਿੰਦੇ ਨੇ ਬੱਚੇ ਦੀ ਆਵਾਜ਼ ਵਿੱਚ ਰੋਜ਼ ਹੋਕਾ ਦਿੰਦੇ ਆ, ਘੁੰਗਣੀਆਂ ਲੈ ਲਓ, ਸਲੂਣੇ ਵਾਲੀਆਂ ਘੁੰਗਣੀਆਂ ਲੈ ਲਓ, ਕਰਾਰੀਆਂ ਘੁੰਗਣੀਆਂ ਲੈ ਲਓ। ਇਹ ਬੱਚਾ ਰੋਜ਼ ਘੁੰਗਣੀਆਂ ਵੇਚਦਾ ਹੈ ਤੇ ਨਾਨੀ ਨੂੰ ਆ ਕੇ ਪੈਸੇ ਦਿੰਦਾ ਹੈ। ਦਿਨ ਨਿਕਲਣ ਲੱਗ ਪਏ। ਪਰ ਪਿਆਰਿਓ ਯਾਦ ਰੱਖਿਓ, ਜਦੋਂ ਮਾਪੇ ਸਿਰ ਤੋਂ ਚਲੇ ਜਾਣ ਤੇ ਬਾਲ ਵਰੇਸ਼ ਹੋ, ਮੈਂ ਦੁਨਿਆਵੀ ਜੀਆਂ ਗੱਲਾਂ ਕਰ ਰਿਹਾ ਜੀ, ਉਂਝ ਗੁਰੂ ਰਾਮਦਾਸ ਦੇ ਨਾਲ ਗੱਲਾਂ ਦਾ ਕੀ ਅਸਰ ਫਿਰ ਜੀ। ਜਦੋਂ ਮਾਪੇ ਚਲੇ ਜਾਣ, ਉਹਨਾਂ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਨੇ ਐਵੇਂ ਨਹੀਂ ਕਿਹਾ, ਉਹ ਕਹਿੰਦੇ ਚਾਚਾ ਤਾਇਆ ਬੜੇ ਅਮੀਰ ਹੋਣ, ਪਰ ਜਿਹੜਾ ਪਿਆਰ ਗਰੀਬ ਪਿਓ ਨੇ ਦੇ ਦੇਣਾ ਨਾ, ਉਹ ਅਰਬਪਤੀ ਚਾਚਾ ਨਹੀਂ ਦੇ ਸਕਦਾ। ਯਾਦ ਰੱਖਿਓ, ਮਾਸੀਆਂ ਜਿੰਨੀਆਂ ਮਰਜ਼ੀ ਹੋਣ, ਮਾਸੀ ਦਾ ਅਰਥ ਹੈ ਮਾਂ ਸੀ ਮਾਂ ਵਰਗੀ, ਮਾਂ ਵਰਗੀਆਂ ਮਾਸੀਆਂ ਹੋਣ, ਮੜੰਗੇ ਮਿਲਦੇ ਹੋਣ, ਚਿਹਰੇ ਮਿਲਦੇ ਹੋਣ, ਆਵਾਜ਼ ਮਿਲਦੀ ਹੋਵੇ, ਕੱਦ ਕਾਠ ਮਿਲਦਾ ਹੋਵੇ, ਜਿਹੜਾ ਪਿਆਰ ਮਾਂ ਦੇ ਸੀਨੇ ਨੇ ਦੇ ਸਕਣਾ ਜੀ, ਇਹ ਮਾਸੀ ਦੇ ਸਕਦੀ ਹੈ ਜੀ। ਜਿਸ ਨੇ ਆਪਣਾ ਅੰਦਰ ਦਿੱਤਾ ਹੈ ਬੱਚੇ ਨੂੰ। ਨਾਨੀ ਨੇ ਦੇਖਿਆ ਵੀ ਇੱਥੇ ਗੁਜ਼ਾਰਾ ਮੁਸ਼ਕਲ ਹੈ, ਕਿਉਂਕਿ ਸ਼ਰੀਕਾ ਰਿਸ਼ਤੇਦਾਰ ਇਹਨਾਂ ਕੋਈ ਧਿਆਨ ਨਹੀਂ ਸੰਦੇ ਰਹੇ। ਮੈਂ ਪਿਛਲੇ ਸਾਲ ਇੱਕ ਬੇਨਤੀ ਕੀਤੀ ਸੀ, ਅੱਜ ਫਿਰ ਕਰਨੀ ਚਾਹਨਾ, ਕਿਉਂਕਿ ਇਤਿਹਾਸ ਤਾਂ ਉਹੀ ਹੈ ਨਾ ਜੀ। ਮਹਾਰਾਜ ਨਾਨੀ ਕੋਲ ਰਾਤ ਬੈਠੇ ਆ, ਕਹਿੰਦੇ ਪੁੱਤਰ ਮੇਰਾ ਦਿਲ ਕਰਦਾ ਆਪਾਂ ਇੱਥੋਂ ਚਲੇ ਜਾਈਏ। ਜੀ ਨਾਨੀ ਜੀ, ਕਹਿੰਦੇ ਦੇਖ ਇੱਥੇ ਗੁਜ਼ਾਰਾ ਮੁਸ਼ਕਲ ਹੈ, ਇੱਥੇ ਈਰਖਾ ਵੀ ਕਰਦੇ ਆ ਪੁੱਤ, ਤੇਰੇ ਥਾਂ ਤੇ ਵੀ ਕਬਜ਼ੇ ਕਰਨਗੇ, ਆਪਾਂ ਇੱਕ ਕੰਮ ਕਰੀਏ, ਚੱਲ ਮੇਰੇ ਨਾਲ ਤੂੰ ਆਪਣੇ ਨਾਨਕੇ ਪਿੰਡ ਬਾਸਰ ਕੇ ਚੱਲ ਪੋ। ਇਤਿਹਾਸ ਕਹਿੰਦਾ ਸਵੇਰੇ ਘੁੰਗਣੀਆਂ ਵੇਚਣ ਨਹੀਂ ਗਏ, ਜੋ ਕੁਝ ਕੱਪੜਾ ਲੱਤਾ ਸੀ ਉਹ ਨਾਨੀ ਨੇ ਇਕੱਠਾ ਕਰ ਲਿਆ, ਉਹਨੇ 2 ਬੁਚਕੀਆਂ ਬੰਨ੍ਹ ਦਿੱਤੀਆਂ, ਗਠੜੀਆਂ ਬੰਨ੍ਹ ਦਿੱਤੀਆਂ। ਸਵੇਰੇ ਦਿਨ ਚੜਿਆ, ਅੱਜ ਗਲੀ ਵਿੱਚ ਰਾਮਦਾਸ ਗੁਰੂ ਟੋਕਰੀ ਲੈ ਕੇ ਨਹੀਂ ਗਏ, ਅੱਜ ਇੱਕ ਗਠੜੀ ਨਾਨੀ ਨੇ ਪਕੜੀ, ਇੱਕ ਨਿੱਕੀ ਜੀ ਗੱਠ ਦੋਤੇ ਦੇ ਸਿਰ ਤੇ ਰੱਖੀ। ਇਹਦਾ ਮਤਲਬ 8-9 ਸਾਲ ਦੀ ਆਰਬਲਾ ਮੈਂ ਅਰਜ਼ ਕਰਾਂਗਾ, ਸਿਰ ਤੇ ਗਠੜੀ ਰੱਖੀ, ਗੱਠ ਬਾਹਰ ਕੱਢ ਕੇ, ਤੇ ਜਿਸ ਘਰ ਵਿੱਚ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ, ਆਪਣੇ ਪੁਸ਼ਤੈਨੀ ਘਰ ਨੂੰ ਅੱਜ ਤਾਲਾ ਲਾ ਦਿੱਤਾ। ਇੱਥੇ ਸਾਡੇ ਵਿਦਵਾਨ ਬੜੇ ਭਾਵਕ ਸ਼ਬਦ ਵਰਤਦੇ ਆ ਜੀ, ਕਹਿੰਦੇ ਜਦੋਂ ਤਾਲਾ ਲਾਇਆ
ਕੋਈ ਨਹੀਂ ਰਿਸ਼ਤੇਦਾਰ ਆਇਆ। ਨੇੜੇ ਸੋਢੀਆਂ ਦੇ ਘਰ ਸੰਜੀ ਚਾਤੇ ਚਾਇਲ ਗੋਇੰਦਵਾਲ ਆਉਂਦੇ ਆ, ਤੇ ਜਿੱਦਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਿਆਈ ਤੇ ਬਿਰਾਜਮਾਨ ਹੋ ਜਾਂਦੇ ਨੇ, ਉਦੋਂ ਤਾਏ ਦਾ ਪੁੱਤਰ ਵੀ ਕਹਿੰਦਾ ਚਲੋ ਜੀ ਤੁਹਾਡੇ ਕਰਕੇ ਸਾਡੇ ਵਿਆਹਾਂ ਦੀ ਸ਼ੋਭਾ ਹੈ। ਪਰ ਉਸ ਦਿਨ ਕੋਈ ਨਹੀਂ ਆਇਆ ਜੀ। ਮਹਾਰਾਜ ਜੀ ਨੇ ਤਾਲਾ ਲਾ ਦਿੱਤਾ। ਗਠੜੀ ਚੁੱਕ ਕੇ ਜਦੋਂ ਨਿਕਲਣ ਲੱਗੇ, ਇੱਕ ਵਾਰੀ ਘਰ ਨੂੰ ਪਿਛਾਂ ਦੇਖਿਆ। ਮੈਂ ਚਲੋ ਲਫ਼ਜ਼ ਵਰਤਨ ਲੱਗਾ। ਸਾਡੇ ਇੱਕ ਵਿਦਵਾਨ ਨੇ ਕਿਹਾ ਕਿ ਗਲੀਆਂ ਦੇ ਕੱਖ ਵੀ ਲੋਕ ਸਾਂਭ ਲੈਂਦੇ ਆ, ਪਰ ਮੈਂ ਇਹ ਸਤਿਗੁਰੂ ਨਹੀਂ ਵਰਤਾਂਗਾ। ਇੱਕ ਭਾਵਨਾ ਜਿਹਨੇ ਕਿਹਾ, ਕਿਸੇ ਨੇ ਬਾਹਰ ਬੂਆ ਨਹੀਂ ਖੋਲਿਆ, ਸਿਰ ਤੇ ਗਠੜੀ ਰੱਖ ਕੇ ਬੱਚਾ ਕੱਪੜਿਆਂ ਦੀ ਤੁਰਿਆ ਜਾ ਰਿਹਾ, ਨਾਲ ਨਾਨੀ ਹੈ, ਘਰ ਨੂੰ ਬੂਆ ਲੱਗ ਗਿਆ। ਤੇ ਉਹ ਵਿਦਵਾਨ ਕਹਿੰਦਾ ਹੈ ਸ਼ਰੀਕ ਸੋਚਦੇ ਹੋਣਗੇ ਵਿਹੜਾ ਖੁੱਲਾ ਹੋ ਗਿਆ, ਅੱਜ ਹਰਦਾਸ ਦਾ ਪੁੱਤਰ ਚਲਾ ਗਿਆ, ਇਹਦੇ ਘਰ ਨੂੰ ਸਦਾ ਲਈ ਜੰਦਰਾ ਵੱਜ ਗਿਆ। ਪਰ ਉਸ ਵਿਦਵਾਨ ਦਾ ਖਿਆਲ ਹੈ, ਕਹਿੰਦਾ ਹੋਣੀ ਹੱਸਦੀ ਪਈ ਸੀ। ਪਰਮਾਤਮਾ ਦੇ ਘਰ 'ਚ ਇੱਕ ਖੇਡ ਵਾਪਰਨ ਵਾਲੀ ਸੀ, ਤੇ ਉਹ ਸਮਾਂ ਹੱਸ ਕੇ ਕਹਿ ਰਿਹਾ ਸੀ, ਲੋਕੋ ਇਸ ਦੇ ਘਰ ਨੂੰ ਤਾਲਾ ਨਹੀਂ ਲੱਗਾ, ਇਹ ਉਸ ਘਰ ਨੂੰ ਬਣਾਉਣ ਚੱਲਿਆ ਜਿਹਨੂੰ ਰਹਿੰਦੀ ਦੁਨੀਆ ਤੱਕ ਦੀ ਤਾਲੇ ਲੱਗਣੇ ਹੀ ਨਹੀਂ। ਉਹ ਗੁਰੂ ਰਾਮਦਾਸ ਦਾ ਘਰ ਹੈ, ਇਹ ਉਸ ਘਰ ਨੂੰ ਬਣਾਉਣ ਚੱਲਿਆ ਜਿਸ ਘਰ ਨੂੰ ਕਦੀ ਤਾਲਾ ਨਹੀਂ ਲੱਗਣਾ। ਅੱਜ ਦੇਖੋ ਜਲੋ ਸਜਣਾ ਜੀ, ਸੱਜ ਗਿਆ ਮੇਰਾ ਖਿਆਲ ਹੈ ਨਾ। ਤੇ ਤੁਸੀਂ ਦੇਖਿਓ ਜਿਹੜੇ ਅੱਜ ਦਰਵਾਜ਼ੇ ਲੱਗੇ ਨੇ, ਇਹ ਚਾਰੇ ਵੱਖਰੇ ਨੇ। ਫਿਰ ਕਦੀ ਸਮਾਂ ਬਣਿਆ ਆਪਾਂ ਇਹ, ਕਿਉਂਕਿ ਸਾਰੀਆਂ ਚੀਜ਼ਾਂ ਦੇ ਦਰਸ਼ਨ ਕਰਕੇ ਕਥਾ ਕਰੀਏ, ਆਨੰਦ ਵੱਖਰਾ ਹੁੰਦਾ ਹੈ। ਇਹ ਚਾਰੇ ਸੋਨੇ ਦੇ ਦਰਵਾਜ਼ੇ ਨੇ ਜੀ, ਪੱਤਰਿਆਂ ਵਾਲੇ, ਅੱਜ ਵੱਖਰੇ ਦਰਵਾਜ਼ੇ ਨੇ। ਇਹ ਦਰਵਾਜ਼ੇ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਭੇਟ ਕੀਤਾ ਸੀ, ਇੱਕ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ ਸੀ, ਇੱਕ ਮਹਾਰਾਜਾ ਖੜਕ ਸਿੰਘ ਦੀ ਮਾਂ ਨੇ ਭੇਟ ਕੀਤਾ ਸੀ, ਇੱਕ ਦਰਵਾਜ਼ਾ ਕੰਵਰ ਨੌ ਨਿਹਾਲ ਸਿੰਘ ਨੇ ਭੇਟ ਕੀਤਾ ਸੀ। ਅਕਾਲ ਤਖਤ ਸਾਹਿਬ ਤੇ ਮੇਰਾ ਖਿਆਲ ਉਹ ਚੌਰ ਰੱਖਿਆ ਜਾਂਦਾ ਹੈ, ਹਾਜੀ ਮੁਹੰਮਦ ਮਸਕੀਨ ਵਾਲਾ 1,45,000 ਤੰਦਾ ਖਿੱਚ ਕੇ ਉਹਨੇ ਸਾਲਾਂ ਦੀ ਮਿਹਨਤ ਨਾਲ ਚੌਰ ਬਣਾਇਆ। ਭਾਈ ਹੀਰਾ ਸਿੰਘ ਜੀ ਦੇ ਮਾਰਫਤ ਦਰਬਾਰ ਸਾਹਿਬ ਉਹਨੇ ਆ ਕੇ ਭੇਟਾ ਕੀਤਾ ਸੀ। ਮੈਂ ਖੈਰ ਜਿਹੜੀ ਬੇਨਤੀ ਕਰ ਲੱਗਾ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਤੋਂ ਚੱਲ ਪਏ ਆ, ਪਿੰਡ ਬਾਸਰ ਕੇ ਆਏ ਆ, ਇੱਥੇ ਵੀ ਕਿਰਤ ਕਰਦੇ ਰਹੇ ਆ। ਧੰਨ ਗੁਰੂ ਅਮਰਦਾਸ ਮਹਾਰਾਜ ਖਡੂਰ ਸਾਹਿਬ ਸੇਵਾ ਕਰਦੇ ਆ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸੇਵਾ ਦੇ ਦਰਮਿਆਨ ਹੀ ਗੋਇੰਦਵਾਲ ਸਾਹਿਬ ਨਗਰ ਵਸਾਉਣ ਵਾਸਤੇ ਕਹਿ ਦਿੱਤਾ। ਅਰਜ਼ ਕਰਾਂ, ਗੁਰੂ ਅਮਰਦਾਸ ਜੀ ਦਾ ਪਰਿਵਾਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਿਆ। ਇਹ ਇਤਿਹਾਸਕਾਰ ਕਹਿੰਦੇ ਆ, ਜਦੋਂ ਨਾਨੀ ਦੋਤਾ ਆਪਣੇ ਪਿੰਡ ਆਏ ਬਾਸਰ ਕੇ, ਸਤਿਗੁਰੂ ਸੇਵਾ ਵਿੱਚ ਸਨ। ਇੱਥੋਂ ਫਿਰ ਜਦੋਂ ਬਾਸਰ ਕੇ ਗਏ ਗੁਰੂ ਅਮਰਦਾਸ, ਤੇ ਉਸ ਘਰ ਵਿੱਚ ਪਹੁੰਚੇ। ਪਿੰਡਾਂ ਵਿੱਚ ਕੁਦਰਤੀ ਤੌਰ ਤੇ ਹਮਦਰਦੀ ਹੁੰਦੀ ਸੀ ਜੀ। ਧੰਨ ਗੁਰੂ ਅਮਰਦਾਸ ਜੀ ਗਏ, ਗੁਰੂ ਰਾਮਦਾਸ ਵਿਹੜੇ ਵਿੱਚ ਸਨ ਨਾਨਕਿਆਂ ਦੇ, ਤੇ ਵੇਖਿਆ ਨਾਨੀ ਨੇ ਸਾਰੀਆਂ ਗੱਲਾਂ ਦਸੀਆਂ। ਮਹਾਰਾਜ ਇਸ ਦਾ ਕੋਈ ਨਹੀਂ, ਕੋਈ ਸਹਾਰਾ ਨਹੀਂ, ਧੀ ਚਲੀ ਗਈ, ਦਮਾਦ ਚਲਾ ਗਿਆ। ਕਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਦਰ ਦ੍ਰਿਸ਼ਟ ਭਰੀ, ਕਿਰਪਾ ਭਰੀ ਦ੍ਰਿਸ਼ਟੀ ਨਾਲ ਦੇਖਿਆ ਤੇ ਕਿਹਾ, ਨਹੀਂ, ਇਸ ਦਾ ਬਹੁਤ ਕੁਝ ਹੈ, ਇਹ ਇਕੱਲਾ ਨਹੀਂ। ਗੋਇੰਦਵਾਲ ਵਸਿਆ ਤੇ ਨਾਨੀ ਗੋਇੰਦਵਾਲ ਸਾਹਿਬ ਲੈ ਕੇ ਆ ਗਈ। ਮੈਂ ਉਸ ਦਿਨ ਵੀ ਕੀਤੀ ਸੀ ਜੀ ਬੇਨਤੀ, 20 ਸਾਲ ਤੋਂ ਵੱਧ ਸਮਾਂ ਬਣਦਾ ਗੁਰੂ ਰਾਮਦਾਸ ਜੀ ਦਾ ਗੋਇੰਦਵਾਲ, ਲਗਾਤਾਰ ਇੰਨੀ ਸੇਵਾ ਕਰਦੇ ਰਹੇ। ਆਓ ਥੋੜੇ ਜਿਹੇ ਦਰਸ਼ਨ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ ਕਰੀਏ ਕਿ ਗੁਰੂ ਅਮਰਦਾਸ ਜੀ ਦੀ ਕਿਸ ਛੂਹ ਨੇ ਗੁਰੂ ਰਾਮਦਾਸ ਤੇ ਰਹਿਮਤਾਂ ਵਰਤਾ ਦਿੱਤੀਆਂ। ਇੱਕ ਤਾਂ ਅਸੀਂ ਬਚਨ ਪੜ੍ਹਨੇ ਹਾਂ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਇਹ ਗੁਰੂ ਰਾਮਦਾਸ ਜੀ ਦੀ ਸਿਫਤ ਦਾ ਸਵਈਆ ਹੈ ਜੀ। ਗੁਰੂ ਮੁਖ ਦੇਖ, ਧੰਨ ਗੁਰੂ ਅਮਰਦਾਸ ਜੀ ਦੇ ਪਵਿੱਤਰ ਮੁਖ ਨੂੰ ਦੇਖ ਕੇ, ਗੁਰੂ ਅਮਰਦਾਸ ਜੀ ਦੇ ਸੋਹਣੇ ਸਵਰੂਪ ਨੂੰ ਦੇਖ ਕੇ ਗਰੂ ਸੁਖ ਪਾਇਓ। ਗੁਰੂ ਰਾਮਦਾਸ ਜੀ ਨੇ ਬਹੁਤ ਵੱਡਾ ਸੁਖ ਪਾਇਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ, ਜਿਹੜੀ ਅੰਦਰ ਤੀਬਰ ਤਾਂਗ ਸੀ, ਪਿਆਸ ਸੀ ਕਿ ਪਰਮਾਤਮਾ ਦੇ ਨਾਮ ਨੂੰ, ਅੰਮ੍ਰਿਤ ਨੂੰ ਪੀਣ ਦੀ ਵਿਧਾਤੇ ਨੇ ਬਿਧ ਬਣਾ ਦਿੱਤੀ। ਧੰਨ ਗੁਰੂ ਰਾਮਦਾਸ ਜੀ ਨੇ ਉਸ ਅੰਮ੍ਰਿਤ ਨੂੰ ਗਟ ਗਟ ਕਰਕੇ ਪੀ ਲਿਆ ਹੈ। ਖਤੀ ਜੋ ਪਿਆਸ ਪਿਊਸ ਪਿਵਨ ਕੀ, ਬਾਂਚਤ ਸਿੱਧ ਕੋ ਬਿਧ ਮਿਲਾਇਓ। ਪੂਰਨ ਪੋਮਨ ਠੌਰ ਬਸੋ, ਰਸ ਬਾਸਨ ਸਿਓ ਦੰਗ ਦਿਸਤਾਇਓ। ਰਸ ਬਾਸਨ ਸਿਓ ਜੋ ਦੰਗ ਦਿਸਤਾਇਓ। ਗੋਬਿੰਦਵਾਲ ਗੋਬਿੰਦਪੁਰੀ ਸਮ,
ਜਲਨ ਤੀਰ ਵਿਪਾਸ ਬਣਾਇਓ, ਜਲਾਂ ਦੇ ਕਿਨਾਰੇ ਬਿਆਸ ਦੇ ਕੰਢੇ। ਧੰਨ ਗੁਰੂ ਅਮਰਦਾਸ ਜੀ ਨੇ ਗੋਬਿੰਦਵਾਲ, ਉੱਥੇ ਗੋਬਿੰਦਵਾਲ ਹੈ, ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ। ਪਿਆਰਿਓ, ਕਈ ਸਾਲਾਂ ਦਾ ਦੁੱਖ ਕੱਟਿਆ ਗਿਆ। ਬੜਾ ਵੱਡਾ ਦੁੱਖ ਹੁੰਦਾ ਵੈਸੇ, ਮਾਂ ਬਾਪ ਦਾ ਜਾਣਾ, ਗਰੀਬੀ, ਕੰਗਾਲਤਾ, ਲੋਕਾਂ ਦੀਆਂ ਗੱਲਾਂ। ਕਹਿੰਦੇ ਗਇਓ ਦੁੱਖ ਦੂਰ ਬਰਖਨ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੁਣ ਉੱਥੇ ਇੱਕ ਹੋਰ ਕਿਰਪਾ ਹੋਈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਜੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੀ ਸੇਵਾ, ਉਹਨਾਂ ਦਾ ਸਿਦਕ, ਗੁਰਮੁਖੋਸ਼ ਦੀ ਕੋਈ ਕੀਮਤ ਨਹੀਂ। ਦਿਨ ਰਾਤ ਸੇਵਾ ਕਰਦੇ ਆ। ਉਂਝ ਇਤਿਹਾਸਕਾਰ ਸਾਡੇ ਵੱਖ-ਵੱਖ ਇਹ ਨੇਮ ਦੱਸਦੇ ਆ ਜੀ। ਅੰਮ੍ਰਿਤ ਵੇਲੇ ਉੱਠਣਾ, ਆਪ ਇਸ਼ਨਾਨ ਕਰਨਾ, ਨਿੱਜੀ ਨੇਮ ਕਰਨਾ, ਜਿੱਥੇ ਸੰਗਤ ਹੋਣੀ, ਦਰਬਾਰ ਸਜਣਾ, ਉੱਥੇ ਤੱਪੜ ਜਾਂ ਚਾਦਰਾਂ ਵਿਛਾਣੀਆਂ, ਜਿਹੜਾ ਉਸ ਵਕਤ ਵਿਛਾਇਆ ਜਾਂਦਾ ਸੀ, ਲੰਗਰ ਦੀ ਸੇਵਾ ਕਰਨੀ, ਝਾੜੂ ਲਾਣਾ। ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਦਿਨ ਰਾਤ ਸੇਵਾ ਵਿੱਚ ਮਹਾਰਾਜ ਜੁਟੇ ਹੋਏ ਆ। ਸਤਿਗੁਰੂ ਗੁਰੂ ਅਮਰਦਾਸ ਤਰਸ ਦੇ ਘਰ ਵਿੱਚ ਆਏ। ਪਿਛਲੇ ਸਾਲਾਂ ਵਿੱਚ ਵੀ ਕਿਹਾ ਸੀ ਜੀ, ਆਪਣੀ ਬੱਚੀ ਬੀਬੀ ਭਾਨੀ, ਉਹਨਾਂ ਦਾ ਵਰ ਲੱਭਣ ਲਈ ਮਾਤਾ ਮਨਸਾ ਦੇਵੀ ਜੀ ਨੇ ਕਿਹਾ। ਇਹ ਸ਼ਬਦ ਕਹੇ ਜੀ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਮਾਤਾ ਜੀ ਨੇ ਕਿ ਸਤਿਗੁਰੂ ਜੀ ਆਪਣੀ ਭਾਨੀ, ਆਪਣੀ ਬੇਟੀ ਭਾਨੀ ਵਰਨ ਯੋਗ ਹੈ, ਵਿਆਹ ਦੇ ਯੋਗ ਹੈ ਹੁਣ, ਇਸ ਲਈ ਕੋਈ ਵਰ, ਜੋ ਸਾਡਾ ਇਤਿਹਾਸ ਚੱਲਿਆ ਹੁੰਦਾ ਹੈ, ਕੋਈ ਵਰ ਜੀ। ਤੇ ਉਸ ਵਕਤ ਗੁਰੂ ਰਾਮਦਾਸ ਸਾਹਮਣੇ ਨਿਕਲਦੇ ਆ, ਜੋ ਇਤਿਹਾਸਕਾਰ ਕਹਿੰਦੇ ਆ, ਸ਼ਬਦ ਵਰਤਿਆ, ਇਹੋ ਜਿਹਾ ਹੋਵੇ, ਇਹੋ ਜਿਹੀ ਨਿਮਰਤਾ, ਇਹੋ ਜਿਹੀ ਸੇਵਾ, ਇਹੋ ਜਿਹਾ ਸਿਦਕ, ਇਹੋ ਜਿਹਾ ਮਿੱਠ ਬੋਲੜਾ, ਇਹੋ ਜਿਹਾ ਸੋਹਣਾ, ਇਹੋ ਜਿਹਾ ਬੰਦਗੀ ਕਰਨ ਵਾਲਾ ਐਸਾ ਹੋਵੇ, ਇੰਨੀ ਉਮਰ ਦਾ ਇਹੋ ਜਿਹਾ। ਤੇ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਬਸ ਇਹਦੇ ਵਰਗਾ ਸਿਰਫ ਇਹ ਵੇ, ਇਹਦੇ ਵਰਗਾ ਦੁਨੀਆ 'ਚ ਹੋਰ ਕੋਈ ਨਹੀਂ, ਸਿਰਫ ਇੱਕ ਹੀ ਇਹ ਹੈ। ਸੱਚੇ ਗੁਰਮੁਖੋ, ਦਰ ਤਾਂ ਬਹੁਤ ਨੇ, ਗੁਰੂ ਰਾਮਦਾਸ ਵਰਗਾ ਸਿਰਫ ਗੁਰੂ ਰਾਮਦਾਸ ਹੈ। ਮਹਾਰਾਜ ਧੰਨ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਦਾ ਵਿਆਹ ਕੀਤਾ। ਬੀਬੀ ਭਾਨੀ ਉਸੇ ਤਰ੍ਹਾਂ ਸੇਵਾ ਕਰਦੇ ਨੇ ਪਿਤਾ ਜੀ ਦੀ। ਮੈਂ ਸਿਰਫ ਇੱਕ ਘਟਨਾ ਆਪ ਨਾਲ ਜ਼ਰੂਰ ਸਾਂਝੀ ਕਰਨੀ ਚਾਹਨਾ, ਜੋ ਹਰ ਸਾਲ ਕਰਨਾ। ਸਿਦਕ, ਸੇਵਾ, ਨਿਰਮਾਣਤਾ, ਅੰਦਰ ਦੀ ਖੌ ਨੂੰ ਨੇੜੇ ਨਾ ਫਟਕਣ ਦੇਣਾ। ਇਹ ਜੇ ਕਿਸੇ ਪੁੱਛਣਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਪੁੱਛੀਏ, ਕਿੰਨਾ ਕੁ ਸਿਦਕ। ਅਸੀਂ ਸਾਰੇ ਕਹਿੰਦੇ ਹਾਂ, ਸਾਡੇ ਗੁਰਦੇਵ ਦੇ ਬਾਰੇ ਦੋ ਸਾਖੀਆਂ ਜ਼ਿਆਦਾ ਸੇਵਾ ਬਾਰੇ ਪ੍ਰਚਲਿਤ ਨੇ, ਜ਼ਿਆਦਾ ਦੋ ਹੀ ਨੇ ਜੀ। ਇੱਕ ਥੜੇ ਵਾਲੀ ਤੇ ਇੱਕ ਉਹਨਾਂ ਦੀ ਬਿਰਾਦਰੀ ਦੇ ਆਉਣ ਦੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਥੇ ਕਿਹਾ ਜੀ, ਸਾਰੇ ਜਾਣਦੇ ਆ, ਵੱਡੇ ਦਮਾਦ ਰਾਮਾ ਜੀ ਨੂੰ ਕਿਹਾ ਥੜਾ ਬਣਾਉਣ ਲਈ। ਧੰਨ ਗੁਰੂ ਰਾਮਦਾਸ ਜੀ ਨੂੰ ਕਿਹਾ ਤੁਸੀਂ ਥੜਾ ਬਣਾਓ। ਆਪ ਨਿਸ਼ਾਨ ਦਿੱਤੇ, ਥੜਾ ਬਣਿਆ, ਬੜੇ ਚਾਅ ਨਾਲ ਬਣਾਇਆ। ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸੰਧਿਆ ਵੇਲੇ ਥੜੇ ਤੁੜਾ ਦਿੱਤੇ। ਕਹਿੰਦੇ ਸਾਡੀ ਮਰਜ਼ੀ ਦਾ ਨਹੀਂ ਬਣਿਆ। ਦੂਜੇ ਦਿਨ ਫਿਰ ਨਿਸ਼ਾਨ ਲਾਏ, ਸੰਧਿਆ ਬਣਾਇਆ, ਫਿਰ ਤੁੜਾ ਦਿੱਤਾ। ਤੀਜੇ ਦਿਨ ਨਿਸ਼ਾਨ ਲੱਗਿਆ, ਫਿਰ ਥੜੇ ਸ਼ੁਰੂ ਹੋਏ। ਤੀਜੇ ਦਿਨ ਆ ਕੇ ਕਿਹਾ ਨਹੀਂ ਨਹੀਂ, ਤੁਹਾਨੂੰ ਸਮਝ ਨਹੀਂ ਪੈਂਦੀ, ਮੇਰੀ ਮਰਜ਼ੀ ਦੇ ਥੜੇ ਨਹੀਂ ਬਣੇ। ਭਾਈ ਰਾਮਾ ਜੀ ਖਿੱਚ ਗਏ ਜੀ। ਉਹਨਾਂ ਨੂੰ ਕਿਹਾ ਥੜਾ ਢਾ ਦਿਓ। ਕਹਿੰਦੇ ਨੇ ਜੀ ਮੈਂ ਨਹੀਂ ਢਾਣਾ। ਕਿਉਂ ਜੀ? ਕਹਿੰਦੇ ਨੇ ਦੇਖੋ ਜੀ ਅੱਜ ਤੀਜਾ ਦਿਨ, ਥੜਾ ਤਾਂ ਪਹਿਲੇ ਦਿਨ ਵੀ ਠੀਕ ਹੀ ਸੀ, ਮੈਂ ਉਸੇ ਤਰ੍ਹਾਂ ਬਣਾਇਆ ਜਿਵੇਂ ਆਪ ਜੀ ਨੇ ਦੱਸਿਆ। ਮੈਂ ਪਹਿਲੇ ਦਿਨ ਢਾਤਾ, ਦੂਜੇ ਦਿਨ, ਤੀਜੇ ਦਿਨ ਮੈਂ ਅੱਜ ਨਹੀਂ ਢਾਣਾ। ਕਿਉਂ? ਕਹਿਣ ਲੱਗੇ ਅਸਲ 'ਚ ਤੁਸੀਂ ਬੁਰਦ ਹੋ ਗਏ ਹੋ, ਬਜ਼ੁਰਗ ਹੋ ਗਏ ਹੋ, ਉਮਰ ਵਡੇਰੀ ਹੈ, ਤੇ ਜੋ ਸਵੇਰੇ ਕਹਿੰਦੇ ਹੋ ਤੁਸੀਂ ਭੁੱਲ ਜਾਂਦੇ ਹੋ। ਇਸ ਕਰਕੇ ਮੈਂ ਥੜਾ ਨਹੀਂ ਬਣਾਵਾਂਗਾ। ਉਹ ਚੌਥੇ ਦਿਨ ਨਹੀਂ ਆਏ, ਪਰ ਗੁਰੂ ਰਾਮਦਾਸ ਚੌਥੇ ਦਿਨ ਥੜਾ ਬਣਿਆ, ਢਾ ਦਿੱਤਾ। ਪੰਜਵੇਂ ਦਿਨ, ਛੇਵੇਂ ਦਿਨ, ਸੱਤਵੇਂ ਦਿਨ, 7 ਥੜੇ। 7ਵੇਂ ਦਿਨ ਜਿੰਨੇ ਦਿਨ ਥੜੇ ਬਣਦੇ ਰਹੇ, ਉਹਨੇ ਦਿਨ ਬੈਰਾਗ ਸ਼ਿਖਰ ਤੇ ਜਾਂਦਾ ਰਿਹਾ। ਗੁਰਮੁਖੋ, ਇਹ ਕਲੀਆਂ ਬਾਹਰ ਇੱਟਾਂ ਲਾਉਣ ਦੇ ਥੜੇ ਨਹੀਂ, ਅਸਲ 'ਚ ਇਹ ਥੜੇ ਉਹ ਸਿਦਕ ਸਨ, ਇਹ ਥੜੇ ਉਹ ਭਾਵਨਾ ਸੀ, ਇਹ ਥੜੇ ਉਹ ਕੁਰਬਾਨੀ ਸਨ, ਇਹ ਥੜੇ ਉਹ ਖੂਨ ਰੱਤਾ ਆਉਣ ਵਾਲਾ ਇਤਿਹਾਸ ਸੀ, ਜਿਹੜਾ ਸੋਢੀ ਸੁਲਤਾਨ ਪਾਤਸ਼ਾਹ ਦੇ ਘਰ 7 ਪੀੜ੍ਹੀਆਂ ਤੱਕ ਅੱਗੇ ਗੁਰਿਆਈ ਚੱਲੀ ਹੈ। 7
ਚੱਲੀ ਪੀੜੀ ਸੋਢੀਆਂ ਰੂਪ ਦਿਖਾਉਣ ਵਾਰੋ ਵਾਰੀ। ਮਹਾਰਾਜ ਜੀ ਨੇ ਜਿਸ ਦਿਨ 7ਵੇਂ ਦਿਨ ਥੜਾ ਬਣਾਇਆ ਨਾ ਜੀ, ਉਸ ਦਿਨ ਸੱਚੇ ਵੇ ਪੂਰਨ ਤੌਰ ਤੇ ਬਰਾਗ ਦੇ ਸਨ। ਸਵੇਰ ਤੋਂ ਸ਼ੁਰੂ ਕੀਤਾ, ਨਾਲ ਥੜਾ ਬਣਾਈ ਜਾਂਦੇ ਆ, ਬੋਲਦੇ ਨਹੀਂ ਗੁਰੂ ਰਾਮਦਾਸ, ਨੇਤਰਾਂ ਚੋਂ ਨੀਰ ਹੈ। ਸਤਿਗੁਰੂ ਅੱਜ ਪਤਾ ਨਹੀਂ ਪ੍ਰਵਾਨ ਹੋਵੇ ਕਿ ਨਾ, ਅੱਜ ਦਿਨ ਵੀ 7ਵਾਂ ਹੈ। 7ਵੇਂ ਦਿਨ ਧੰਨ ਗੁਰੂ ਅਮਰਦਾਸ ਜੀ ਆਏ, ਥੜਾ ਦੇਖਿਆ, ਸਿਰ ਮਾਰ ਕੇ ਕਹਿੰਦੇ ਨਾ ਮੇਰੀ ਮਰਜ਼ੀ ਦਾ ਨਹੀਂ ਬਣਿਆ। ਬਸ ਜੀ ਪਿਆਰਿਓ, ਇੰਨੇ ਸ਼ਬਦ ਕਹੇ ਤੇ ਧੰਨ ਗੁਰੂ ਰਾਮਦਾਸ ਜੀ ਨੇ ਕੁਛ ਨਹੀਂ ਕੀਤਾ, ਇੱਕੋ ਦਮ ਹੱਥ ਸਾਫ਼ ਕੀਤੇ, ਚਰਨਾਂ ਤੇ ਮੱਥਾ ਟੇਕ ਕੇ, ਸਤਿਗੁਰੂ ਜੀ ਤੁਹਾਡੀ ਮਰਜ਼ੀ ਦਾ ਕਦੀ ਨਹੀਂ ਬਣਨਾ, ਮੇਰੇ ਤੋਂ ਬਣ ਨਹੀਂ ਸਕਦਾ। ਕਿਉਂ ਜੀ? ਬਸ ਵਾਹੀ ਫਰਕ ਜੇ ਸਿਦਕ ਦਾ। ਵੱਡੇ ਨੇ ਤੀਸਰੇ ਦਿਨ ਕਹਿ ਦਿੱਤਾ, ਤੁਸੀਂ ਭੁੱਲ ਜਾਂਦੇ ਹੋ, ਮੈਂ ਠੀਕ ਬਣਾਣਾ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਤੋਂ ਬੰਨਾ ਨਹੀਂ। ਸਤਿਗੁਰੂ ਜੀ ਆਪ ਜੀ ਰੋਜ਼ ਸਮਝਾਉਂਦੇ ਹੋ, ਮੈਂ ਅਲਪ ਮਾਤਾ, ਮੈਂ ਭੁੱਲ ਜਾਣਾ ਵਾਂ। ਇੱਕ ਗਲਤੀ ਕਰੇ ਕੋਈ, 2 ਗਲਤੀਆਂ ਕਰੇ, ਅੱਜ ਇੰਨੇ ਦਿਨ ਹੋ ਗਏ ਮੈਂ ਗਲਤੀਆਂ ਕਰੀ ਜਾ ਰਿਹਾ, ਕਿਰਪਾ ਕਰੋ, ਤੁਸੀਂ ਬੜੇ ਦਿਆਲੂ ਹੋ, ਰੋਜ਼ ਰੋਜ਼ ਮੈਨੂੰ ਬਖਸ਼ ਦਿੰਦੇ ਹੋ। ਸਾਡੇ ਕਵੀ ਸੰਤੋਖ ਸਿੰਘ ਦੇ ਬਚਨ ਨੇ, ਖਾਓ ਅਜਾਨ ਨਿਤ ਭੁੱਲਣ ਖਾਰੋ। ਮੈਂ ਰੋਜ਼ ਭੁੱਲ ਰਿਹਾ ਵਾਂ ਗੁਰਮੁਖੋ। ਬਸ ਆ ਕੱਲੀ ਥੜੇ ਦੀ ਸਾਖੀ ਨਹੀਂ, ਜਿੰਨੀ ਮਰਜੀ ਸਿਆਣਪ ਹੋਵੇ, ਵਿਦਵਤਾ ਹੋਵੇ, ਜਿੰਨਾ ਮਰਜੀ ਉੱਚਾ ਰੁਤਬਾ ਹੋਵੇ, ਐਸ ਪ੍ਰਕਰਮਾਂ ਵਿੱਚ ਮੱਥੇ ਟੇਕਦਿਆਂ ਇੱਕੋ ਗੱਲ ਕਹਿਣੀ, ਸਤਿਗੁਰੂ ਅਸੀਂ ਵਾਰ-ਵਾਰ ਭੁੱਲਨੇ ਆ, ਤੂੰ ਸਾਨੂੰ ਬਖਸ਼ ਲੈ। ਖਾਓ ਅਜਾਨ ਨਿਤ ਭੁੱਲਣ ਖਾਰੋ, ਤੁਮ ਕਿਰਪਾਲ ਨਿਜ ਬਿਰਦ ਸਮਾਰੋ। ਬਾਰ ਬਾਰ ਬਖਸ਼ਤ ਹੋ ਮੋਹੀ, ਅਪਰਾਧੀ ਅਰ ਮੂਰਖ ਕੋਹੀ। ਕਿੱਡੇ ਸ਼ਬਦ ਨਿਮਰਤਾ ਵੱਲ ਵਰਤੇ, ਮੈਨੂੰ ਗੁਨਾਹਗਾਰ ਨੂੰ ਤੁਸੀਂ ਬਖਸ਼ ਦਿੰਦੇ ਹੋ। ਨਹੀਂ ਪਿਆਰਿਓ, ਥੜੇ ਕਾਦੇ ਸਨ? ਇਸ 7 ਦਿਨ ਦੀ ਜਿਹੜੀ ਘਾਲਣਾ ਸੀ ਨਾ, ਮੈਂ ਫਿਰ ਬੇਨਤੀ ਕਰਾਂਗਾ, ਡਾਕਟਰ ਤਾਰਨ ਸਿੰਘ ਕਹਿੰਦਾ ਇਹ 7 ਦਿਨਾਂ ਦੇ ਥੜੇ ਨੂੰ ਸਮੇਂ 'ਚ ਨਾ ਬੰਨੋ। ਉਹ 7 ਦਿਨਾਂ ਦੇ ਥੜੇ ਏਡੀ ਵੱਡੀ ਕਮਾਈ ਸੀ ਜੀ, ਜਿਹੜੀ ਗੁਰੂ ਰਾਮਦਾਸ ਤੋਂ ਲੈ ਕੇ ਸਾਹਿਬਜ਼ਾਦਿਆਂ ਦੇ ਨੀਆਂ ਦੇ ਚਿੰਨ੍ਹ ਤੱਕ ਸਾਡੇ ਨਾਲ ਜਾਂਦੀ ਪਈ। ਧੰਨ ਗੁਰੂ ਰਾਮਦਾਸ ਮਹਾਰਾਜ ਸੇਵਾ ਕਰੀ ਜਾ ਰਿਹਾ। ਦੂਸਰੀ ਘਟਨਾ ਮੈਂ ਇੱਕ ਹੋਰ ਕਹਿ ਕੇ, ਮੇਰੀ ਇੱਛਾ ਵੀ ਇਸ ਸਾਲ ਮੈਂ ਗੋਇੰਦਵਾਲ ਨਹੀਂ ਆ ਸਕਿਆ, ਕਿਉਂਕਿ ਆਪ ਜੀ ਨੇ ਸ਼ਤਾਬਦੀ ਮਨਾਈ ਤੇ ਸਾਰਾ ਸਾਲ ਇਹ ਚੱਲਦਾ ਪਿਆ। ਮੈਂ ਥੋੜੀ ਜਿਹੀ ਬੇਨਤੀ ਉਸ ਸੰਬੰਧੀ ਕਰਨੀ ਹੈ। ਹੁਣ ਸੇਵਾ 'ਚ ਇਹਨੇ ਇਹ ਗੱਲ ਯਾਦ ਰੱਖਿਓ, ਫਿਜ਼ੀਕਲ ਵਰਕ ਇੱਕੋ ਜਿਹਾ ਹੈ। ਸੇਵਾ ਕੱਲਾ ਕਰਮ ਨਹੀਂ, ਸ਼ਬਦ ਵਰਤਾ, ਸੇਵਾ ਕੱਲਾ ਕੰਮ ਨਹੀਂ। ਫਿਜ਼ੀਕਲ ਵਰਕ ਜ਼ਰੂਰ ਹੈ, ਪਰ ਸੇਵਾ ਸਪਿਰਿਚੁਅਲ ਹੈ। ਇਸ ਬੇਨਤੀ ਨੂੰ ਗੁਰਮੁਖੋ ਆਪ ਬਹੁਤ ਦੂਰ ਦੂਰ ਤੱਕ ਸੁਣ ਰਹੇ ਹੋ। ਗੁਰੂ ਸਾਹਿਬ ਦੇ ਘਰ ਦੀ ਸੇਵਾ ਕੇਵਲ ਸਰੀਰਕ ਕੰਮ ਨਹੀਂ, ਜਿਹਨੂੰ ਅੱਜ ਦਾ ਵਿਦਵਾਨ ਖੁਸ਼ਕੀ ਪੈਦਾ ਕਰਕੇ ਕਹਿੰਦਾ ਹੈ ਕਿ ਤੁਸੀਂ ਥਾਲੀਆਂ ਮਾਂਜੀ ਜਾਂਦੇ ਹੋ, ਥਾਲੀਆਂ ਤਾਂ ਰੈਸਟੋਰੈਂਟ ਵਿੱਚ ਲੋਕੀ ਮਾਂਜਦੇ ਆ, ਤੁਸੀਂ ਜੋੜੇ ਝਾੜਦੇ ਹੋ, ਲੋਕੀ ਦਾ ਬਾਹਰ ਏਡੇ ਏਡੇ ਬਾਜ਼ਾਰ ਨੇ ਜੋੜੇ ਬਣਾਉਂਦੇ ਪਏ ਆ। ਮੈਂ ਬੇਨਤੀ ਕਰਾਂਗਾ, ਉਹ ਸਿਰਫ ਫਿਜ਼ੀਕਲ ਵਰਕ ਹੈ, ਪਰ ਆ ਜਿਹੜੀ ਸੇਵਾ ਗੁਰੂ ਦਰਬਾਰ ਦੀ ਹੈ, ਇਸ ਸੇਵਾ ਦੇ ਵਿੱਚ ਜਦੋਂ ਸਿਮਰਨ ਨਾਲ ਚੱਲਦਾ ਹੈ, ਇੱਥੇ ਝਾੜੂ ਲਾਉਣ ਵਾਲਾ, ਇੱਥੇ ਟੋਕਰੀ ਢੋਣ ਵਾਲਾ ਵੀ ਦੀਨ ਦੁਨੀ ਦੇ ਤਖਤ ਦਾ ਮਾਲਕ ਬਣ ਜਾਂਦਾ। ਸਵੇਰ ਸੁਣਿਓ, ਇੱਕ ਪੌੜੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀ ਹੈ। ਸੇਵਾ ਇਕੱਲਾ ਕਰਮ ਨਹੀਂ, ਸੇਵਾ ਰੂਹਾਨੀਅਤ ਦਾ ਸ਼ਿਖਰ ਹੈ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕਰਿਤ ਧਰਮ ਕਮਾਇਆ। ਉਨੀ ਦੁਨੀਆ ਤੋੜੇ ਬੰਦਨਾ, ਅਨ ਪਾਣੀ ਥੋੜਾ ਖਾਇਆ। ਵੇਖੋ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇਂ, ਚੜ੍ਹੈ ਸਵਾਇਆ। ਪਿਆਰਿਓ, ਸੇਵਾ ਕਰਨ ਵਾਲਾ ਤਾਂ ਵਡਿਆਈ ਵੱਡਾ ਪਾਇਆ। ਇਹ ਤਾਂ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ। ਸਭ ਦੁਨੀਆ ਆਵਣ ਜਾਣੀਆਂ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਹਿ ਬੈਸਣ ਪਾਈਐ। ਕਹੋ ਨਾਨਕ ਬਾਹ ਲੁੜਾਈਐ। ਹਸਤੀ ਸਿਰ ਜੋ ਅੰਕ ਸਖੈ, ਅਹਰਨ ਜਿਉ ਸਿਰ ਦੇ। ਮਨ ਤਨ ਆਗੈ ਰਾਤ ਕੈ, ਊਬੀ ਸੇਵ ਕਰੇ। ਇਉ ਗੁਰਮੁਖ ਆਪ ਨਿਵਾਰੀਐ, ਆਪ ਨਿਵਾਰੀਐ ਸੇਵਾ ਹੈ। ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੌਲੀ ਦਾ ਟੱਪ ਲਾਇਆ ਜੀ ਬਾਬਾ ਬੁੱਢਾ ਸਾਹਿਬ ਜੀ ਨੇ। ਉਹ ਦਿਨ ਵਿਸਾਖੀ ਸੀ ਜੀ, ਜਿਸ ਦਿਨ ਬੌਲੀ ਦਾ ਟੱਪ ਲਾਇਆ, ਵਿਸਾਖ ਦੀ ਸੰਕਰਾਂਤ ਸੀ। ਮਹਾਰਾਜ ਜੀ ਨੇ 84 ਪੌੜੀਆਂ ਬਣਾਈਆਂ। ਕਿਆ ਜਿਹੜਾ 84 ਜਪ ਕਰੇਗਾ,
मैं बेनती करांगा, मैं बाहर भी करके आया, वो गुरमुखो अपने गुरु दर दे स्थानां ते तर्क मत करो। हो सकता है इस कथा दे भी तर्क होवेगा जी 84 पौड़ियां ते बैठियां 84 कट्टी जाती है, इत्थे तां एक अखर गुरबाणी दा हिरदे च वस जाए ते 84 कट्टी जाती है। हाँ, उत्थे बैठ के पाठ करन वाला जो गुरु साहब जप च कहंदे ने, हुक्म रजाई चलना दी जिंदगी जीन लग पे, सच वे हुक्म तां 84 का गेड़ खत्म कर देंदा है। धन गुरु अमरदास महाराज जदों बौली की सेवा हो रही है तो गुरु रामदास जी ने बड़ी टोकरी ढोई जी। अज जिस थां ते आप जी स्नान करते हो इत्थे भी टोकरियां मेरे गुरु रामदास ने ढोईयां। इत्थे बाबा बुढ़ा साहब टोकरी ढोंदे रहा बेड़ी, वो बेरी सानू गवाही दे रही ते इतिहास कहता है जदों दोपहरे संगत बैठ जाती सी, इस बेरी दे थल्ले बैठ के बाबा बुढ़ा जी रुखानी उपदेश ते संगतां नूं गुरुदेव दीयां साखियां सुणांदे हुंदे सन, क्योंकि सब तो बुजुर्ग उस उस वेले सिर ते टोकरी चुकनी, मुख ते सिमरन, दाड़ा हजूर सच्चे पातशाह जी दा जिहड़ी कार सेवा दी मिट्टी सी जी, मैं केसरी कहांगा, ओहदे नाल सारा दाड़ा जिहड़ा ओह भरिया होना, सिर दे उत्ते उन्नू, मुख दे विच नाम ते धन गुरु रामदास जी ने टोकरी ढोनी। अज सूरज अस्त हो रहा है, टोकरी अखीर वाली चुक के ले जा रहे हैं ते थोड़ी जी दूरों लाहौर वाले पासियों कोई सज्जन तुरे आउंदे दिसदे पिया। महाराज जी खलो गए, देखिया वो हजूर दे अपने परिवार विचों सन जी, सोढियां विचों सन। सतगुरां ने टोकरी रखी, पहचान लिया। हुण 8-9 साल की उम्र च पहचान भुलदी नहीं जी, पहचान लिया जी। अपने वालों हजूर ने अदब किया, सत्कार किया, नमस्कार की। किहो जी मत होवेगी, किसे ने कंड ते थापड़ा नहीं दिता। सोडियां विच बजुर्ग भी सन, बस जबान ने अग सटनी शुरू कर दी। बोलते ने बहुत फिक्का। धन गुरु अमरदास महाराज घर चों निकल रहे सन, सीधे हजूर दे कोल लै गए, टोकरी कोल सी, उत्थे जिहड़े शब्द वरते, कहंदे आ जी देखो तुसी अपना दमाद बनाया, जवाई दा लोग सत्कार करदे आ, अदब करदे आ, तुसी दमाद बना के दे सिर ते टोकरियां चुकवाइयां। अगले शब्द जिहड़े कहे, साडी कुल नूं लाज ला दिता सोडियां दी नूं। गुरु रामदास जी बैराग च रोन लग पे। उन्हां नूं पता सी भी जो कुछ बोलदे पए ने इन्हां नूं समझ नहीं, ये दुनिया दे रिश्ते विच फसे होए आ। अगले शब्दों ना कहे जी, एक बजुर्ग विचों बोलिया, ये तो जदों जम्मिया सी उदों मां बाप चले गए जी, चला जांदा, घट्टो घट अज सोडी इत्थे टोकरियां ते नहीं ढोंदा हुंदा। महाराज धन गुरु अमरदास जी सुन के ना जदों बोल के चुप कर गए, सतगुरु फिर मिठ बोलड़ा सज्जन मेरा बोलिया। धन गुरु अमरदास कहंदे ने, भले पुरखो तुसी क्यों रामदास जी नूं फिक्के बोल बोलदे हो? कहंदे जी तुसी तां सियाणे हो, सिर ते टोकरी चुकाई। हजूर ने कहा, किसने टोकरी चुकाई, किन्ने चुकी? वो कोल पई टोकरी, कहंदे आ देखो तुसी टकाई। धन गुरु अमरदास जी कहंदे, भाई नजर भर के देखो, ये टोकरी नहीं, ये दीन दुनी दा रूहानी छत है जिहड़ा करतार ने रामदास दे सिर ते रखिया। ये दीन दुनी दा छत है, टोकरी नहीं। जदों यह शब्द कहे ये दीन दुनी दा छत है, धन गुरु रामदास बैराग च आ गए, जिवें बंदे दा कड़ पाड़दा ना जी अंदर, सच्ची मुच्छी इन्ने बैराग च आके रोए। हजूर ने घुट के सीने न ला लिया ते अगले शब्द महाराज जी सीने न लाया, इको दम विचों निकल के चरण पकड़ लिया, कहंदे सतगुरु मैनू बख्श दिया जे, अज मेरे करके तुहानू फिक्के बोल सुनने पए आ। वो शब्द साडे ग्रंथ विच ने, ए पी जन्म्यो बंस हमारे, लाज गवाई सर्व प्रकारे, पित के मरे सदन को त्यागा, घर ससुरार बसयो अभागा, इसने तो सिर माटी पाई। वेखो शब्द, इन्हें तो सिर ते मिट्टी पाई, करो विचार ना तुम उचताई। अगे महाराज जी कहंदे आ, जे ए बंस जन्म न धारे, परत नरक में पितर तुम्हारे। जे ये तुहाडी कुल च जन्म ना लैंदा सोडियो, तुहाडे पितरां ने नरकां भी सड़ना सी।
ਇਹ ਤਾਂ ਤੁਹਾਡੀਆਂ ਕੁੱਲਾਂ ਤਾਰਨ ਲੱਗਾ। ਮੈਂ ਬੇਨਤੀ ਕਰਾਂ, ਸਮਾਂ ਲੰਘਿਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਤਲੇ ਸਮੇਂ ਜਿਹੜਾ ਤੁਸੀਂ ਦਿਨ ਮਨਾਇਆ, ਕਿਉਂਕਿ ਸਮਾਂ ਵੀ ਐਸਾ ਸੀ ਤੇ ਮੇਰੇ ਕੋਲ ਸੱਦਾ ਪੱਤਰ ਵੀ ਨਹੀਂ ਸੀ ਆਇਆ, ਮੈਂ ਬੜੀ ਸਪਸ਼ਟ ਜੀ ਗੱਲ ਕਹਿ ਦੇਣਾ। ਮੇਰੀ ਇੱਛਾ ਸੀ ਕਿ ਰਾਮਕਲੀ ਸੱਦ ਵਿਰਾਸਤ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ। ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਨੇ ਆਪਣਾ ਪਰਿਵਾਰ ਇਕੱਠਾ ਕੀਤਾ। ਹੁਣ ਭੱਟ ਸਾਹਿਬ ਜਦੋਂ ਸਵੇਰੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਆਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸਨੈ ਸੁਤ ਭਾਨ ਡਰਿਓ। ਦੇਖੋ ਪਨ ਦਾਸ ਸੁਵਾਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਥੋੜੇ ਜਿਹਾ ਆਪਾਂ ਇਹਦੇ ਅਰਥ ਕਰ ਲਈਏ। ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਮੇਰਾ ਭਰਿਆ ਹੱਥ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਦੇ ਸਿਰ ਤੇ ਰੱਖ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਕੀ ਕੀਤਾ? ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਆਗਨ ਕਰਿਓ। ਕਿਹੜੇ ਗੁਰੂ? ਧੰਨ ਗੁਰੂ ਅਮਰਦਾਸ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪ ਕੱਟੇ ਜਾਂਦੇ ਆ। ਫਿਰ ਜਦੋਂ ਨਾਮ ਦਿੱਤਾ ਫਿਰ ਕੀ ਹੋਇਆ? ਨਿਸ ਬਾਸੁਰ ਏਕ ਸਮਾਨ ਧਿਆਨ। ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੀ ਕਿਰਪਾ ਨਾਲ ਗੁਰੂ ਰਾਮਦਾਸ ਦਾ ਦਿਨ ਰਾਤ ਸਿਰਫ ਨਾਮ ਵਿੱਚ ਹੀ ਧਿਆਨ ਹੈ। ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੈ ਸੁਤ ਭਾਨ ਡਰਿਓ। ਜਿਸ ਪਰਮਾਤਮਾ ਦਾ ਨਾਮ ਸੁਣ ਕੇ, ਜਿਸ ਗੁਰੂ ਰਾਮਦਾਸ ਦਾ ਨਾਮ ਸੁਣ ਕੇ ਸੁਤ ਭਾਨ, ਭਾਨ ਦਾ ਪੁੱਤਰ, ਸੂਰਜ ਦਾ ਪੁੱਤਰ, ਜਮਦੂਤ ਥਰ ਥਰ ਕੰਬਦਾ। ਜਿੱਥੇ ਧੰਨ ਗੁਰੂ ਰਾਮਦਾਸ ਕੋਈ ਬੋਲਦਾ, ਉੱਥੇ ਪ੍ਰਮਾਤਮਾ ਦਾ ਨਾਮ ਵਰਦਾ ਹੈ। ਸੋ ਨਾਮ ਸੁਣੈ ਸੁਤ ਭਾਨ ਡਰਿਓ, ਪਨ ਦਾਸ ਸੁਵਾਸ ਗਤਰ ਗੁਰੂ ਕੀ। ਭੱਟ ਦਾਸ ਜੀ ਕਹਿੰਦੇ ਮੈਨੂੰ ਜਗਤ ਦੇ ਗੁਰੂ ਧੰਨ ਗੁਰੂ ਰਾਮਦਾਸ ਦੀ ਓਟ ਹੈ। ਪਨ ਦਾਸ ਸੁਵਾਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਪਾਰਸ ਨੂੰ ਲੋਹਾ ਸੂਵੇ ਤੇ ਸੋਨਾ ਬਣ ਜਾਂਦਾ, ਪਾਰਸ ਕਦੀ ਲੋਹੇ ਨੂੰ ਪਾਰਸ ਨਹੀਂ ਬਣਾਉਂਦਾ। ਧੰਨ ਗੁਰੂ ਅਮਰਦਾਸ ਉਹ ਪਾਰਸ ਨੇ ਜਿਨ੍ਹਾਂ ਨੂੰ ਛੂ ਕੇ ਗੁਰੂ ਰਾਮਦਾਸ ਵੀ ਪਾਰਸ ਬਣ ਗਏ। ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ। ਇਸ ਤੁਕ ਦੇ ਜ਼ਰੂਰਤ, ਰਾਮਦਾਸ ਗੁਰੂ ਹਰ ਸਤ ਕੀਓ। ਗੁਰੂ ਰਾਮਦਾਸ ਜੀ ਨੂੰ ਹਰੀ ਨੇ, ਪਰਮਾਤਮਾ ਨੇ, ਵਾਹਿਗੁਰੂ ਜੀ ਨੇ ਸਤ ਕੀਓ ਦਾ ਅਰਥ ਅਟਲ ਕਰ ਦਿੱਤਾ ਹੈ। ਇਹਨਾਂ ਕਦੀ ਨਹੀਂ ਜਾਣਾ। ਗੁਰੂ ਰਾਮਦਾਸ ਨੂੰ ਜੁਗੋ ਜੁਗ ਅਟਲ ਕਰ ਦਿੱਤਾ ਪਰਮਾਤਮਾ ਨੇ, ਕਿਉਂਕਿ ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਆਪਣਾ ਹੱਥ ਧਰ ਦਿੱਤਾ। ਜਿਹੜਾ ਆਪ ਜੀ ਨੇ ਦਿਨ ਮਨਾਇਆ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਪਿਆਨਾ ਕਰਨ ਲੱਗੇ ਆ। ਚਲੋ ਇਹ ਗੱਲ ਨਹੀਂ ਸੁਣਾਈ ਜਾਂਦੀ, ਵਾਦ ਵਿਵਾਦ ਬਣਦਾ, ਪਰ 6 ਸਾਲ 11 ਮਹੀਨੇ ਤੇ 18 ਦਿਨ ਇਹ ਭੁੱਲਣੇ ਨਹੀਂ ਚਾਹੀਦੇ। ਡਾਕਟਰ ਕਿਰਪਾਲ ਸੋਹਣਾ ਵੀ ਜ਼ਿਕਰ ਕੀਤਾ ਹੈ, ਜਿਹੜੇ ਤੁਸੀਂ ਗ੍ਰੰਥ ਦਾ ਟੀਕਾ ਕਰਾਇਆ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਰ ਬਲਾ ਬਖਸ਼ ਦਿੱਤੀ। ਇਹ ਮੈਂ ਬੜੀ ਗੱਲ ਅੱਜ ਕਰਨਾ ਪਿਆ। ਸਾਡੇ ਪੁਰਾਤਨ ਗ੍ਰੰਥ ਸਰੋਤ ਤੇ ਬੋਲਦੇ ਆ। ਆਪ ਨੂੰ ਪਤਾ ਹੈ ਸ਼ਾਮ ਸਿੰਘ ਅਟਾਰੀ ਦਾ ਇਤਿਹਾਸ ਡਾਕਟਰ ਗੰਡਾ ਸਿੰਘ ਜੀ ਨੇ ਲਿਖਿਆ ਹੈ। ਪਟਿਆਲਾ ਯੂਨੀਵਰਸਿਟੀ ਨੇ ਛਾਪਿਆ। ਆਪਾਂ ਕਹਾਂਗੇ ਨਾ ਜੀ ਇਹ ਤੇ ਅਨਪੜ੍ਹਾਂ ਦੀਆਂ ਗੱਲਾਂ ਕਰਦੇ ਆ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਸਾਇੰਸ ਮੁਤਾਬਕ। ਯਾਦ ਰੱਖਿਓ, ਸ਼ਾਮ ਸਿੰਘ ਅਟਾਰੀ ਵਾਲੇ ਦੀ ਹਿਸਟਰੀ ਵਿੱਚ ਲਿਖਿਆ ਹੈ, ਇੱਕ ਪਹਿਰਾ ਗੰਡਾ ਸਿੰਘ ਉਹਨਾਂ ਲਿਖਿਆ ਹੈ ਕਿ ਸ਼ਾਮ ਸਿੰਘ ਅਟਾਰੀ ਦੇ ਬਾਪ ਸਰਦਾਰ ਨਿਹਾਲ ਸਿੰਘ ਨੇ ਸ਼ੇਰੇ ਪੰਜਾਬ 1817 ਨੂੰ ਬਿਮਾਰ ਹੋਏ, ਬਚਣ ਦੀ ਉਮੀਦ ਨਹੀਂ ਸੀ, ਅਰਦਾਸ ਕਰਕੇ ਉਹਦੇ ਪਲੰਗ ਦੀ ਪਰਿਕਰਮਾ ਕਰਕੇ ਆਪਣੀ ਉਮਰ ਦੇ ਦਿੱਤੀ ਸੀ। ਮੈਂ ਤਾਂ ਕੀਤਾ, ਤੁਸੀਂ ਪੜ੍ਹ ਸਕਦੇ ਹੋ ਇਸ ਚੀਜ਼ ਨੂੰ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਪਿਆਨੇ ਦਾ ਵਕਤ ਆ ਗਿਆ, ਜਾਣ ਦੀ ਤਿਆਰੀ ਕੀਤੀ। ਬਾਬਾ ਸੁੰਦਰ ਜੀ ਕਹਿੰਦੇ ਆ ਕਿ ਸਤਿਗੁਰੂ ਜੀ ਨੇ ਅੱਜ ਆਪਣਾ, ਚਲੋ ਆਪਾਂ ਇਹ ਸ਼ਤਾਬਦੀ ਵੀ ਹੋ ਜਾਏਗੀ ਜੀ ਵਿੱਚ, ਆਪਣਾ ਪਰਿਵਾਰ ਇਕੱਠਾ ਕਰ ਲਿਆ, ਸਿੱਖ ਇਕੱਠੇ ਕੀਤੇ, ਪੁੱਤ ਇਕੱਠੇ ਕੀਤੇ, ਪੋਤਰੇ ਇਕੱਠੇ ਕੀਤੇ, ਦੋਤਰੇ। ਕਿਉਂਕਿ ਉਸ ਵਕਤ ਗੁਰੂ ਅਰਜਨ ਦੇਵ ਜੀ ਦੀ ਉਮਰ 11 ਸਾਲ ਦੀ ਸੀ ਜਦੋਂ ਗੁਰੂ ਅਮਰਦਾਸ ਜੋਤੀ ਜੋਤ ਸਮਾਏ। ਸਾਰੇ ਇਕੱਠੇ ਕਰ ਲਏ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਸਤਿਗੁਰ ਭਾਣਾ ਆਪਣੇ। ਸ਼ਬਦ ਬਾਬਾ ਸੁੰਦਰ ਜੀ ਦੇ ਬੋਲ ਗੁਰੂ ਅਮਰਦਾਸ ਰਹੇ ਨੇ। ਸਤਿਗੁਰ ਭਾਣਾ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਭਾਇਆ। ਮਿੱਤ ਪੈ ਜੈ ਮੇਰੇ ਜਾਣ ਤੋਂ ਬਾਅਦ ਰੋਇਓ ਨਾ,
ਮੈਨੂੰ ਚੰਗਾ ਨਹੀਂ ਲੱਗਣਾ। ਮਿੱਤ ਪੈ ਜਾਏ, ਇੱਕ ਮਿੱਤਰ ਨੂੰ ਸਰਪਾਉ ਮਿਲਦਾ ਤੇ ਦੂਜਾ ਰੋਵੇ, ਚੰਗੀ ਗੱਲ ਹੈ। ਮਿੱਤ ਪੈ ਜਾਏ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤ ਗੁਰੂ ਪਹਿਨਾਵੇ। ਸਤ ਗੁਰੂ ਪ੍ਰਤੱਖ ਹੁੰਦਾ। ਗੁਰੂ ਅਮਰਦਾਸ ਜੀ ਪ੍ਰਤੱਖ ਨੇ, ਹਾਜ਼ਰ ਨਾਜ਼ਰ ਨੇ, ਹਯਾਤੀ ਵਿੱਚ ਨੇ, ਬੋਲ ਰਹੇ ਨੇ। ਵਹਿ ਰਾਜ ਆਪ ਟਿਕਾਇਆ, ਆਪਣੇ ਖੱਤੀ ਗੁਰਿਆਈ ਦਾ ਰਾਜ, ਗੁਰਿਆਈ ਦਾ ਤਖਤ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤਾ। ਸਤ ਗੁਰੂ ਪ੍ਰਤੱਖ ਹੁੰਦਾ। ਵਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਿੱਖਾਂ ਪੁੱਤਰਾਂ ਨੂੰ ਗੁਰੂ ਰਾਮਦਾਸ ਜੀ ਦੇ ਪੈਰੀ ਪਾ ਦਿੱਤਾ। ਸਾਡੇ ਇਤਿਹਾਸ ਵਿੱਚ ਹੈ ਕਿ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਤਿਲਕ ਦਿੱਤਾ ਹੈ ਸੱਚੇ ਸ਼ਬਦ ਦਾ। ਭਾਵੇਂ ਮਰਿਆਦਾ ਬਾਬਾ ਬੁੱਢਾ ਸਾਹਿਬ ਜੀ ਨਿਭਾਉਂਦੇ ਆ ਜੀ। ਰਾਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ। ਹਰ ਪਾਇਆ ਗੁਰ ਬੋਲਿਆ, ਹਰ ਮਿਲਿਆ ਪੁਰਖ ਸਜਾਨ ਜਿਓ। ਰਾਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ। ਸਤਿਗੁਰ ਪੁਰਖ ਜੇ ਬੋਲਿਆ, ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਜਿਨ੍ਹਾਂ ਸਾਡੀ ਖੁਸ਼ੀ ਲੈਣੀ ਹੈ ਰਾਮਦਾਸ ਜੀ ਦੇ ਚਰਨਾਂ 'ਚ ਮੱਥਾ ਟੇਕੋ। ਪੁੱਤਰਾਂ ਨੂੰ ਕਿਹਾ ਮੱਥਾ ਟੇਕੋ, ਪੋਤਰਿਆਂ ਨੂੰ ਕਿਹਾ ਮੱਥਾ ਟੇਕੋ। ਠੀਕ ਹੈ, ਇਤਿਹਾਸ ਕਹਿੰਦਾ ਬਾਬਾ ਮੋਹਨ ਜੀ ਇਹ ਵਿਟਰ ਗਏ, ਪਰ ਮੇਰੀ ਬੇਨਤੀ ਹੈ ਜੀ, ਬਾਣੀ ਕਹਿੰਦੀ ਸਾਰੇ ਝੁਕਾ ਦਿੱਤੇ। ਸਤਿਗੁਰੂ ਪੁਰਖ ਜੇ ਬੋਲਿਆ, ਗੁਰਸਿੱਖਾਂ ਮੰਨ ਲਈ ਰਜ਼ਾਏ ਜਿਓ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜਿਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣੇ ਆਪ ਨੂੰ ਟਿਕਾ ਲਿਆ, ਸਾਰੀ ਸੰਗਤ ਗੁਰੂ ਰਾਮਦਾਸ ਦੇ ਚਰਨਾਂ 'ਚ ਡਿੱਗ ਪਈ ਜੀ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਕੋਈ ਕਰ ਬਖੀਲੀ ਨਿਵੈ ਨਾਹੀ। ਜੇ ਕਿਸੇ ਨੇ ਟੀਚਰ ਕੀਤੀ, ਕੱਲ ਤਾਂ ਟੋਕਰੀ ਢੋਂਦੇ ਸਨ ਜੀ, ਇੱਥੇ ਲੰਗਰ ਛਕਦੇ ਸਨ ਜੀ। ਕਹਿੰਦੇ ਨੇ ਮਹਾਰਾਜ ਜੀ ਨੇ ਕਿਹਾ ਕੋਈ ਬਖੀਲੀ ਨਹੀਂ ਕਰ ਸਕਦਾ। ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਗੁਰੂ ਅਮਰਦਾਸ ਜੀ ਨੇ ਸਭ ਨੂੰ ਝੁਕਾ ਦਿੱਤਾ। ਹਰ ਗੁਰੈ ਭਾਣਾ ਦੀ ਵਡਿਆਈ। ਇਸ ਨੂੰ ਸੁਣਿਓ, ਹਰ ਗੁਰੈ, ਦੋ ਸ਼ਬਦ ਆ ਗਏ ਨਾ। ਅਕਾਲ ਪੁਰਖ ਨੇ ਤੇ ਗੁਰੂ ਅਮਰਦਾਸ ਨੂੰ ਚੰਗਾ ਲੱਗਦਾ ਹੈ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ, ਵਡਿਆਈ ਰਾਮਦਾਸ ਜੀ ਨੂੰ ਮਿਲਣੀ। ਹਰ ਗੁਰੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜਿਓ। ਅੱਜ ਪੁਰਬ ਵਾਲਾ ਦਿਨ ਹੈ, ਦੇਸ਼ ਪ੍ਰਦੇਸ਼ ਕੀ ਹੋਵੇ, ਹਰ ਥਾਂ ਤੇ ਬਾਬਾ ਸੁੰਦਰ ਜੀ ਦੀ ਆਵਾਜ਼ ਸੰਤ ਹੋ ਰਹੀ ਹੈ। ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜਿਓ। ਬਾਬਾ ਸੁੰਦਰ ਜੀ ਕਹਿੰਦੇ ਹੈ ਸੰਤ ਜਨੋ ਧਿਆਨ ਨਾਲ ਸੁਣੋ, ਸਾਰਾ ਜਗਤ ਅੱਜ ਗੁਰੂ ਰਾਮਦਾਸ ਦੇ ਚਰਨਾਂ 'ਚ ਢਹਿ ਪਿਆ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਸੰਗਤ ਜੀ, ਬੜੇ ਥੋੜੇ ਸ਼ਬਦਾਂ 'ਚ ਮੈਂ ਬੇਨਤੀ ਕੀਤੀ ਹੈ। ਵੇਖੋ, ਜਿਸ ਬੰਦੇ ਨੂੰ ਆਪਣੀ ਇੱਜ਼ਤ ਚਾਹੀਦੀ ਹੈ, ਵਾਹਿਗੁਰੂ ਮੇਰੀ ਇੱਜ਼ਤ ਬਚਾ ਕੇ ਰੱਖੀ, ਮੈਂ ਬੜੀਆਂ ਭੁੱਲਾਂ ਕਰਨਾ, ਉਹ ਗੁਰੂ ਰਾਮਦਾਸ ਜੀ ਨੂੰ ਕਹਿ ਦੋ ਇੱਜ਼ਤਾਂ ਬਚਾਉਂਦੇ ਨੇ ਜੀ। ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕ ਜ ਫਾਰੇ ਕਰ ਆਜ। ਫੁਨ द्रौपदी लाज रखी हर प्रभ जी, छींत बस्तर दीन बो साज। सो धामा अपदा ते राख्या, गनका पड़त पूरे ते कार ते काज। श्री सतगुरु सो प्रसन्न कालजुग होए, राखो दास पाठ की लाज। मेरी बेनती थोड़ी सुन लियो इसमें। ये सवैया मैं कहना हर सिख जबानी चेते कर लो। दो सवैये खास करके, एक हम अवगुण भरे एक गुण नहीं, एक ये सवैया अज यही सवैया चेते कर जाइए जी। किनिया क तुकां ने इस सवैये नूं अरदास बना लीए। जदों गुरु रामदास दी परिक्रमा च देश प्रदेश किते भी होवो, इत्थे हाजरी भरो। बस इक्को क्यों, गुरु रामदास जी प्रहलाद दी लाज रखी, नरसिंह दा रूप धारण करके नौवां नाल चीर दिता हरनाक्ष नूं। द्रौपदी दी लाज रखी, तुसी कृष्ण हो के चीर दे दिता, उहनूं कपड़े दिते। तुसी सुदामे दी दरिद्रता गवा दिती, तुसी गनका दा पार उतारा कर दिता। ਉਹ ਤਾਂ ਪਹਿਲਿਆਂ ਯੁਗਾਂ ਵਿੱਚ ਹੋਏ, ਹੁਣ ਕਲਯੁਗ ਵਿੱਚ ਭੱਟ ਜੀ ਕਹਿ ਰਹੇ ਨੇ ਲੋਕੋ ਇੱਜ਼ਤ ਬਚਾਉਣ ਵਾਲਾ, ਦੁਸ਼ਮਣ ਤੋਂ ਰੱਖਣ ਵਾਲਾ, ਦਰਿਦਰਤਾ ਦੂਰ ਕਰਨ ਵਾਲਾ ਕੇਵਲ ਗੁਰੂ ਰਾਮਦਾਸ ਹੈ। ਇਹਦੇ ਚਰਨਾਂ 'ਚ ਬੇਨਤੀ ਕਰੋ, ਇਹ ਪੱਤ ਵੀ ਰੱਖਦਾ, ਦਰਿਦਰਤਾ ਵੀ ਦੂਰ ਕਰਦਾ, ਇੱਜ਼ਤਾਂ ਵੀ ਬਚਾਉਂਦਾ ਤੇ ਦੁਸ਼ਮਣ ਤੋਂ ਵੀ ਬਚਾਉਂਦਾ। ਫਿਰ ਬੇਨਤੀ ਹੈ, ਆਪ ਰੱਖੋ, थोड़ा पाठ कर लो गुरमुखो। अब राखो दास पाठ की लाज,
रख लो लाज धन गुरु रामदास जी। आज जिन्नियां संगतां आईयां ने सच्चे पातशाह, ये कुछ ना कुछ अंदर लैके आए ने। कोई इज्जत वास्ते आया है, कोई गरीबी नूं दूर करन आया है, कोई पापां तो बचना चाहता है। सतगुरु जी, कोई अपने दुश्मन तो रखवाली मंगदा, तुसी सारियां दी पत रख लो आज। अब राखो दास भाट की लाज, जैसी राखी लाज भगत प्रहलाद की। हर नाक च फारे कर आज, फुन द्रौपदी लाज रखी हर प्रभ जी। छींत बस्तर दीन बो साज, सो धामा अपदा ते राख्या। गनका पड़द पूरे ते काज। महाराज कहने हुण होवे की तुसी इस कलयुग दे विच साडे ते मेहर करो। श्री कलयुग सो प्रसन्न सतगुर होए, राखो दास भाट की लाज। संगत जी, बस ओही लाज रखे ताई बचदी है। धन गुरु रामदास किरपा करन। संध्या दा दीवान श्री अकाल तख्त साहिब ते हर साल जिवें हुंदा है, फिर दर्शन करांगे। मैं तुहानूं 2 दिन हो गए बेनती कीती, तुसीं बड़ी दूरों आयो जी। अमेरिका, कनेडा, न्यूजीलैंड, कित्थों कित्थों संगतां आईयां ने। संगत जी, अमृत जरूर छक के जाओ जिन्ना अमृत नहीं छकिया। सतगुरु गुरु हरगोबिंद साहिब दे तख्त ते ऐतवार ते बुधवार अमृत संचार हुंदा है। जरूर अमृत छक के जाओ। आप समूह संगत दा बहुत बहुत धन्नवाद, क्योंकि अज सारा दिन लाइव चलना, तां मैं समा ज़्यादा लै गया। थोड़ा जिहा नाम जप लीए जी, करो किरपा जी, सारे बोलियो जी। इउं समझो कि गुरु रामदास जी का आगमन होया है ते संगतां शुकराने वजों नाम पईयां जपदियां। बस तुहाडा थोड़ा ही टाइम लांगा, ज़्यादा नहीं, क्योंकि 2.25 घंटे हो गया कथा करदियां। करो किरपा जी, पहला दास, फिर सिंह, फिर बीबियां जी। सतनाम वाहे गुरु, सतनाम वाहे गुरु। सारे सिंह गूंजा पा जाओ, जिथों जुग तक आवाज जाती, देश प्रदेश विच। बीबियां भैणां, सतनाम वाहे गुरु, सतनाम वाहे गुरु। 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 सतनाम 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 जी। वाहे गुरु वाहे गुरु जी। सतनाम 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 जी। वाहे गुरु वाहे गुरु वाहे गुरु जी। सतनाम 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 जी। वाहे गुरु वाहे गुरु जी।
ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਨਾਮ ਸਤਨਾਮ ਸਤਨਾਮ ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸ਼ਬਦ ਵਿਚਾਰ ਕਰਦਿਆਂ ਇਤਿਹਾਸ ਸੁਣਾਉਂਦਿਆਂ ਸਤਿਗੁਰੂ ਜੀ ਗੁਰਬਾਣੀ ਦੀਆਂ ਤੁਕਾਂ ਉਚਾਰਨ ਕਰਦਿਆਂ ਅੱਜ ਭੁੱਲ ਹੋਈ ਹੈ। ਸਤਿਗੁਰੂ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣਾ। ਸਮੂਹ ਸੰਗਤ ਦਾ ਧੰਨਵਾਦ ਜੀ। ਆਓ ਸਤਿਗੁਰੂ ਜੀ ਦੇ ਇਸ ਬਚਨ ਦੀ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ। ਸੰਤ ਪ੍ਰਸਾਦ ਮਹਾ ਸੁਖ ਪਾਇਆ, ਸਗਲੇ ਬੰਧਨ ਕਾਟੇ। ਹਰ ਹਰ ਨਾਮ ਨਾਨਕ ਧਨ ਪਾਇਆ, ਆਪਣੇ ਘਰ ਲੈ ਆਇਆ ਖਾਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।